ਭੈਣ ਹੁਣੇ ਇਹਨਾਂ ਦੇ ਛੋਟੇ ਹੁੰਦੇ ਆਪਰੇਸ਼ਨ ਹੋਇਆ ਹੁੰਦਾ ਫੂਡ ਪਾਈਪ ਦਾ, ਤੇ ਇਹਨਾਂ ਦੇ 2 ਆਪਰੇਟ ਹੋਏ ਹੁੰਦੇ ਨੇ, ਤੇ ਹੁਣ ਇਹਨਾਂ ਦੇ ਢਿੱਡ ਦੇ ਵਿੱਚ ਪਾਣੀ ਦੀ ਥੈਲੀ ਹੈ, ਪੂਰੇ ਪੇਟ ਨੂੰ ਕਵਰ ਕੀਤਾ ਹੋਇਆ ਤੇ ਉਹਦਾ ਆਪਰੇਟ ਨਹੀਂ ਹੋ ਸਕਦਾ। ਤੇ ਨਾਲ ਦੇ ਨਾਲ ਡਾਕਟਰ ਇਹਨਾਂ ਨੂੰ ਇਹ ਵੀ ਕਹਿੰਦੇ ਨੇ ਕਿ ਵਿਆਹ ਤੋਂ ਬਾਅਦ ਇਹ ਕਦੀ ਮਾਂ ਨਹੀਂ ਬਣ ਸਕਦੇ। ਕਿ ਨਾ ਇੰਸਟਾਗ੍ਰਾਮ ਦੇ ਉੱਤੇ ਇਹਨਾਂ ਨੇ ਮੇਰੀਆਂ ਪੋਸਟ ਲਾਈਕ ਕੀਤੀਆਂ, ਮਤਲਬ ਮੈਨੇ ਵੀ ਚਲ 4-5 ਵੀਡੀਓਜ਼ ਇਹਨਾਂ ਦੀ ਲਾਈਕ ਕਰਤੀਆਂ, ਮੈਨੂੰ ਵਧੀਆ ਲੱਗਣ ਲੱਗ ਗਈ, ਇਹਨਾਂ ਦੀਆਂ ਗੱਲਾਂ ਵਧੀਆ ਲੱਗੀਆਂ, ਮੈਂ ਇਹਨਾਂ ਨੂੰ ਪ੍ਰਪੋਜ਼ ਕਰਤਾ ਮੇਰੀ ਲਈ। ਇਹਨਾਂ ਨੇ ਮੈਨੂੰ ਮਤਲਬ ਆਲਰੇਡੀ ਸਾਰੀ ਗੱਲ ਦੱਸ ਚੁੱਕੇ ਸੀ ਵੀ ਇਦਾਂ ਮੇਰੇ ਆਪਰੇਸ਼ਨ ਹੋ ਰੱਖਿਆ ਹੈ ਨਾ, ਜਾਂ ਇਹਨਾਂ ਨੇ ਮੈਨੂੰ ਇਹ ਦੱਸਿਆ ਵੀ ਮੈਰਿਜ ਤੋਂ ਬਾਅਦ ਮੈਨੂੰ ਡਾਕਟਰ ਨੇ ਇਹ ਗੱਲ ਵੀ ਕਹੀ ਹੈ ਕੋਈ ਫਿਊਚਰ ਦੇ ਵਿੱਚ ਕੋਈ ਬੱਚਾ ਪਲਾਨ ਕਰਨਾ ਤਾਂ ਤੁਸੀਂ ਨਹੀਂ ਕਰ ਸਕਦੇ ਹੈ ਨਾ, ਕੋਈ ਰਿਸਕ ਹੈ ਬਹੁਤ ਵੱਡਾ। ਆਪਰੇਸ਼ਨ ਆਲਰੇਡੀ ਹੋ ਰੱਖੇ ਨੇ, ਨਾਰਮਲ ਡਿਲੀਵਰੀ ਹੋ ਨਹੀਂ ਸਕਦੀ ਇਹਨਾਂ ਦੀ, ਵੱਡਾ ਕੇਸ ਕਰਾਂਗੇ ਪੇਟ 'ਚ ਪਹਿਲਾਂ ਹੀ 2 ਡਿਲੀਵਰੀਆਂ ਹੋ ਰੱਖੀਆਂ, ਹੁਣ ਇਹ ਨਹੀਂ ਪਤਾ ਡਾਕਟਰ ਨੇ ਕਿੱਦਾਂ ਪਹਿਲਾਂ ਬੰਦ ਕੀਤਾ ਪੇਟ ਕਿੱਦਾਂ ਨਹੀਂ ਹੈ ਨਾ, ਵੀ ਅਸੀਂ ਰਿਸਕ ਨਹੀਂ ਲੈ ਸਕਦੇ ਇਸ ਚੀਜ਼ ਦਾ। ਮੈਂ ਇਹਨਾਂ ਨੂੰ ਮੈਰਿਜ ਲਈ ਪ੍ਰਪੋਜ਼ ਕਰਤਾ, ਕਹਿੰਦੇ ਵੀ ਤੁਸੀਂ ਮਤਲਬ ਦੇਖ ਲਓ ਵੀ ਮੈਂ ਇੱਦਾਂ ਸਾਰਾ ਕੁਝ ਮੇਰੇ ਨਾਲ ਆਹ ਪ੍ਰੋਬਲਮ ਹੈ ਤੁਹਾਨੂੰ ਦੱਸ ਚੁੱਕੀ ਹਾਂ, ਵੀ ਤੁਸੀਂ ਰਹਿਣ ਦਿਓ, ਆਪਦੀ ਲਾਈਫ ਨਾ ख़राब करो। बहुत रिश्ते आते थे मेरे लिए, ऐसे भी रिश्तेदार बता देते थे किसी का हाथ जला हुआ है, कोई बताए तो वो पूरा करंट से उसका हाथ पैर सब कुछ वो हो रखा सी। वो शादीशुदा रिश्ते बताने लग गए, 2-2 3-3 बच्चों के बाप, 2-2 3-3 बच्चों के बाप। अच्छा कि उत्थों रिश्ते हैंगे पर वो 2-3 बच्चों का बाप, कोई 40 साल का है, कोई 45 साल का है, ऐदा बताते सी। ਇਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਵੀ ਤੁਸੀਂ ਮੈਂ ਨਹੀਂ ਮੈਰਿਜ ਕਰਾਉਣੀ, ਵੀ ਇਹਦੇ ਨਾਲ ਵੀ ਮੈਂ ਤੁਹਾਡੇ ਨਾਲ ਗੱਲ ਬੰਦ ਕਰ ਦੇਣੀ ਹੈਗੀ ਕਰਨੀ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਮੇਰੇ ਨਾਲ 1 ਮਹੀਨੇ ਦਾ ਟਾਈਮ ਬੰਦ ਲਓ, ਮੈਂ 1 ਮਹੀਨਾ ਗੱਲ ਕਰਦਾ ਤੁਹਾਡੇ ਨਾਲ, ਤੁਸੀਂ ਜੇ ਮਹੀਨੇ ਦੇ ਅੰਦਰ ਮੈਨੂੰ ਯੈਸ ਕਰਤੀ ਤਾਂ ਮੈਂ ਗੱਲ ਕਰੂੰਗਾ, ਨਹੀਂ ਮੈਂ ਤੁਹਾਡੇ ਨਾਲ ਕਦੇ ਗੱਲ ਨਹੀਂ ਕਰੂੰਗਾ, ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਬਲੌਕ ਕਰ ਦਿਓ। तो मैंने कहा ठीक है, तो एक बार ना आप मुझे मिल लो तो प्रॉपर तरीके से जान लो मेरे को। तो आप बुलाया इतना ही एक पार्क सी उतो उधर बुलाया मैं, तो इन्होंने मैंने देखा वगैरह, मैं क्या देख लो भाई मेरा रंग भी सांवला है, तुसी देखी भी नहीं हैगी सर्जरी मेरी। मैंने कहा कितनी वड्डी है मेरी, मत कम से कम 22 टांके लगे हुए हैं पेट च। हाँ मैंने कहा पूरी मतलब बहुत ही ज़्यादा वड्डी है, नाले मतलब पूरी ऐदा करके भी है और ऐदा करके भी, पूरे मतलब पूरे पेट पे ही कट लग गया हुआ है। ਫਿਰ ਅਸੀਂ ਦੋਨਾਂ ਨੇ ਸਲਾਹ ਬਣਾਈ ਵੀ ਕਿੱਦਾਂ ਮਿਲਣਾ ਹੈਗਾ, ਕਿੱਦਾਂ ਗੱਲ ਕਰਨੀ ਹੈ। ਮੈਂ ਵਕੀਲ ਨਾਲ ਗੱਲ ਕਰ ਰੱਖੀ ਸੀਗੀ ਪਹਿਲਾਂ ਹੀ ਫੋਨ ਦੇ ਉੱਤੇ, ਦੋਨੇ ਚੰਡੀਗੜ੍ਹ ਪਹੁੰਚੇ, ਵਕੀਲ ਨਾਲ ਗੱਲਬਾਤ ਕੀਤੀ, ਵਕੀਲ ਨੇ ਮਤਲਬ ਸਾਡੀ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਕਰਾਏ, ਅਤੇ ਦੂਸਰੇ ਦਿਨ ਕੋਰਟ ਦੇ ਵਿੱਚ ਸਾਡੀ ਸਾਰੀ ਮਤਲਬ ਕੋਰਟ ਦੇ ਵਿੱਚ ਜਿਹੜਾ ਪ੍ਰੋਸੈਸ ਹੁੰਦਾ ਸਾਰਾ ਕਰਵਾ ਕੇ। ਇਹਨਾਂ ਦੀ ਸਿਸਟਰ ਨੂੰ ਪਤਾ ਸੀਗਾ, ਇਹਨਾਂ ਦੀ ਫੈਮਿਲੀ ਨੂੰ ਕਿਸੇ ਨੂੰ ਨਹੀਂ ਪਤਾ ਸੀ, ਇਹਨਾਂ ਦੇ ਬ੍ਰਦਰ ਨੂੰ ਨਹੀਂ ਪਤਾ, ਇਹਨਾਂ ਦੇ ਫਾਦਰ ਸਾਹਿਬ ਨੂੰ ਕਿਸੇ ਨੂੰ ਨਹੀਂ ਪਤਾ ਸੀਗਾ। ਵਿਆਹ ਤੋਂ 4 ਕੁ ਮਹੀਨੇ ਬਾਅਦ ਮਤਲਬ ਕੰਮ ਜ਼ਿਆਦਾ ਹੋ ਗਿਆ, ਕੰਮ ਕੱਪੜੇ ਕੁੱਪੜੇ ਧੋ ਲਏ ਇਹਨਾਂ ਨੇ ਕਾਫੀ, ਘਰ ਦੇ ਵਿੱਚ ਹੈਵੀ ਵੇਟ ਚੱਕਣ ਕਰਕੇ ਇਹਨਾਂ ਦੇ ਪੇਟ ਦੇ ਵਿੱਚ ਪੇਨ ਹੋਣ ਲੱਗ ਗਿਆ। ਪੀਟੀ ਡਾਕਟਰ ਨੇ ਜੋ ਚੈੱਕ ਕੀਤਾ, ਕਹਿੰਦੇ ਕੀ ਪ੍ਰੋਬਲਮ ਹੈ, ਮੈਨੂੰ ਪੁੱਛਿਆ ਉਹਨਾਂ ਨੇ, ਕਹਿੰਦੇ ਇਹਨਾਂ ਨੂੰ ਕੀ ਦਿੱਕਤ ਹੋਈ ਹੈ। ਮੈਂ ਕਿਹਾ ਜੀ ਇਹਨਾਂ ਦੇ ਐਂ ਕਰਕੇ ਪੇਨ ਹੋ ਰਹੀ ਹੈ, ਬਹੁਤ ਜ਼ਿਆਦਾ ਪੇਨ ਹੈ, ਅਤੇ ਮਤਲਬ ਦਰਦ ਨਹੀਂ ਹਟ ਰਹੀ ਸੀ, ਘੱਟੋ ਘੱਟ 7-8 ਇੰਜੈਕਸ਼ਨ ਲਵਾ ਚੁੱਕੇ ਹਾਂ ਹੁਣ ਤੱਕ ਰਾਤ ਦੇ। ਅਤੇ ਉਹਨਾਂ ਨੇ ਮਤਲਬ ਜਦੋਂ ਇਹਨਾਂ ਨੇ ਪੇਟ ਚੈੱਕ ਕੀਤਾ, ਮੇਰੇ ਮੰਮੀ ਨਾਲ ਹੀ ਖੜ੍ਹੇ ਸੀਗੇ ਉਸ ਟਾਈਮ, ਕਹਿੰਦੇ ਵੀ ਇੱਦਾਂ ਇੰਨਾ ਜ਼ਿਆਦਾ ਮਤਲਬ ਪਾਣੀ ਦਾ ਥੈਲੀ ਇਹਨਾਂ ਦੇ ਪੇਟ ਦੇ ਵਿੱਚ ਵੀ 20 ਗੁਣਾ 18 ਸੈਂਟੀਮੀਟਰ, ਇੱਕ ਸਕੇਲ 12 ਸੈਂਟੀਮੀਟਰ ਦਾ ਹੁੰਦਾ ਵੀ ਉਹਦੇ ਨਾਲੋਂ ਵੀ ਡਬਲ ਹੋ ਗਿਆ। ਕਹਿੰਦੇ ਵੀ ਇੰਨਾ ਜ਼ਿਆਦਾ ਪਾਣੀ ਬੜੀ ਥੈਲੀ ਕਿੱਦਾਂ ਗੱਲਬਾਤ ਹੈ ਨਾ, ਵੀ ਮਤਲਬ ਉਸ ਦਿਨ ਮਤਲਬ ਮੇਰੇ ਮੰਮੀ ਡੈਡੀ ਨੂੰ ਇਹ ਗੱਲ ਪਤਾ ਲੱਗੀ ਸੀ ਵੀ ਹਾਂ ਇਹਨਾਂ ਦਾ ਆਪਰੇਟ ਹੋਇਆ ਪਿਆ ਹੈਗਾ। ਜਦੋਂ ਪਤਾ ਲੱਗੀ ਉਹਨਾਂ ਨੂੰ ਇਹ ਗੱਲ, ਤਾਂ ਥੋੜ੍ਹਾ ਬਹੁਤ ਉਹਨਾਂ ਦਾ ਰਿਐਕਸ਼ਨ ਚੇਂਜ ਹੋ ਗਿਆ। ਉਹ ਦੇਖਦੇ ਰਹਿੰਦੇ ਨੇ ਵੀ ਦੇਖ ਮਨ 'ਚ ਸੋਚਦੇ ਇਹਨੇ ਦੱਸਿਆ ਨਹੀਂ, ਹੁਣ ਭੁਗਤ ਰਿਹਾ ਹੈਗਾ। आ सारा स्यापा ना ਇਹਦਾ ਕੁੜੀ ਦਾ सिर्फ फूड नली करके ही है, सिर्फ इसकी ऑपरेशन करके ही है। ਇਹਨੂੰ नहीं होना बच्चा कदे भी, ਇਹਨੂੰ नहीं होना। मैं ये कदे बच्चे का मुँह नहीं देखना इन्हें कि हमारे मुंडे को केड़ी लड़कियों की कमी सी, आपे ही जाके गिर गया, आपे ही मतलब कई यह जे गंदे वर्ड भी यूज मतलब कर लिए हैंगे, पता नहीं किदे को बच्चे जाके डिग गया हैगा, इनू आई लड़की मिली सी, इनू कोई मिलिया नहीं। ਜਦੋਂ ਦੇਖੋ ਤੁਹਾਡੀ ਬਹੁ बीमार ही रहती हैगी, ਜਦੋਂ ਅਸੀਂ आई हैगी फिर बच्चा नहीं हो रहा इनू, बच्चा कदों होगा, मतलब घर के अभी भी कितनी बार बोलते हैं बच्चा नहीं करना आएगा, और कदों तक बच्चा नहीं करना आएगा, 1.5 साल हो गए होंगे बच्चा नहीं करना। मतलब मैनू जान के इरीटेट जो मतलब तुसी मैनू तुहानू सारी गल पता लग गई, जो पता इतना बड़ा ऑपरेशन हो रखा है कि मतलब मैं कित्थे बच्चा पैदा करके दूँ, मेरे इतना बड़ा ऑपरेशन। तो सोचो कि ये लड़की जिंदा है, इसने मतलब ये तो यही बहुत बड़ी बात हैगी। उन्होंने मतलब मैं सही बात बताऊँ तो फैमिली का और इनके कई रिश्तेदारों का मन है कि ये मैनू छड़ दें। हाँ मतलब इन्हों का मतलब कई सारी है जी गल्लां होंदी हैगी, तो उसमें तू इनू छड़ा दिल्ली छड़ा, सानू की करना हैगा। तो ये बोलते क्यों मैं कित्थे छड़ाऊँ दिल्ली इनू। 5 महीने पहला मतलब जो आप कहते तुसीं सुनिया होना हैगा ओपरी हवा या कसर कह रहे हैं ना, ਇਹਨਾਂ ਨੂੰ ਉਹ ਪ੍ਰੋਬਲਮ ਹੋ ਗਈ ਸੀਗੀ। ਇਹਨਾਂ ਨੂੰ ਕਈ ਵਾਰ ਰਾਤ ਨੂੰ ਅੱਧੀ ਰਾਤ ਨੂੰ 2 ਵਜੇ 3 ਵਜੇ ਉੱਠ ਕੇ ਬਾਹਰ ਚਲੇ ਜਾਣਾ,
ਠੀਕ ਹੈ। ਮੈਂ ਇਹਨਾਂ ਨੂੰ ਰਾਤ ਨੂੰ ਖਿੱਚ ਕੇ ਅੰਦਰ ਲੈ ਕੇ ਆਉਣਾ, ਮੈਂ ਸਾਰੀ ਰਾਤ ਪਾਠ ਕਰਦਾ ਰਹਿੰਦਾ ਸੀਗਾ ਵੀ ਕਿਸੇ ਤਰੀਕੇ ਠੀਕ ਹੋ ਜਾਣ। ਇਹਨਾਂ ਦੇ ਗੱਲਬਾਤ ਦਾ ਸਟਾਈਲ ਦੇਖਿਆ, ਮਤਲਬ ਇਹਨਾਂ ਦੇ ਅੱਖਾਂ ਚੇਂਜ ਹੋ ਗਈਆਂ, ਮਤਲਬ ਹੈ ਨਾ, ਮੂੰਹ ਇਹਨਾਂ ਦਾ ਸਾਰਾ ਸੁੱਜ ਗਿਆ ਅਤੇ ਇਹਨਾਂ ਦੀ ਟੋਨ ਚੇਂਜ ਹੋ ਗਈ ਬੋਲਣ ਦੀ। ਮੈਨੂੰ ਬੋਲਿਆ ਕਰਨ, ਮਤਲਬ ਗੱਲ ਮੈਂ ਕਹਿ ਰਿਹਾ ਵੀ ਜਸਪ੍ਰੀਤ ਤੁਹਾਨੂੰ ਕੀ ਹੋਇਆ ਹੈ ਨਾ, ਤੁਸੀਂ ਇੱਦਾਂ ਬੋਲਦੇ ਹੋ। ਮੇਰਾ ਹੱਥ ਮਾਰਿਆ ਕਰਨ ਚੱਕ ਕੇ ਪਰਾਂ ਅਤੇ ਮੈਨੂੰ ਬੋਲਿਆ ਕਰਨ ਇਹਨੂੰ ਤਾਂ ਮੈਂ ਨਾਲ ਹੀ ਲੈ ਕੇ ਜਾਊਂਗਾ, ਇਹਨੂੰ ਤਾਂ ਮੈਂ ਨਾਲ ਲੈ ਕੇ ਜਾਊਂਗਾ, ਵੀ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਇਹਨੂੰ ਮੈਂ ਛੱਡ ਕੇ नहीं जाना गा। मैं ऐदा करके मैं चीखा मार रही थी, मेरी बहन भी मेरे नाल बैठी थी, ये भी बैठे थे, तो मम्मी आई, मतलब मैनू बहुत दुख होंदा वो चीज़ सुन के। आई कह रही की होया राजन, इनू की होया है, तो कह लगे कि मम्मी वजह ही हो रहा है, इनू थोड़ा सा ठीक नहीं लग रही हैगी, तो कह रहे ड्रामे कर रही है कि नौटंकी कर रही है ये, अब ये इनू कुछ नहीं होया, इनू ले जा दिल्ली छड़ा, इनू छड़ा। तो कहने लगे मैं बता दी तेनू गल, तू इनू छड़ के आ हले ही। तो कहने लगे कि मम्मी मैं कितने छड़ के आवां इनू, तो इन्होंने गुस्से में बोला मैं क्यों छोड़ के आऊँ, तो कह रहे कि तेनू छड़ के आना पड़ेगा, मैनू नहीं पता कितों जाऊगी ये वहाँ से, मैनू नहीं पता, सानू ठेका नहीं लेता है इसका। ਅਸੀਂ ਮੈਨੂੰ ਕਿ ਮੈਂ ਕਿਸੇ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਇੱਥੇ ਆਪਣੇ ਸ਼ਹਿਰ ਦੇ ਵਿੱਚ ਪੀਰਖਾਨਾ ਹੈਗਾ, ਵੀ ਤੁਸੀਂ ਉੱਥੇ ਲੈ ਜਾਓ, ਜੇ ਕੋਈ ਗੱਲ ਹੋਈ ਤੁਹਾਡੇ ਸਾਹਮਣੇ ਆ ਜਾਊਗੀ। ਅਤੇ ਇਹਨਾਂ ਨੂੰ ਜਦੋਂ ਅਸੀਂ ਲੈ ਕੇ ਗਏ, ਤੁਸੀਂ ਯਕੀਨ ਨਹੀਂ ਕਰਨਾ, ਅਸੀਂ ਰਾਸਤੇ ਦੇ ਵਿੱਚ ਸੀਗੇ, ਅੱਧ ਰਾਹ 'ਚ ਸੀਗੇ। ਇਹਨਾਂ ਨੇ ਇਹਨਾਂ ਨੂੰ ਹਾਲੇ ਦੱਸਿਆ ਨਹੀਂ ਸੀ ਵੀ ਕਿੱਥੇ ਜਾ ਰਹੇ ਹਾਂ। ਇਹਨਾਂ ਨੂੰ ਮੈਂ ਵੈਸੇ ਕਿਹਾ, ਮੈਂ ਕਿਹਾ ਆਪਾਂ ਘੁੰਮ ਕੇ ਆਉਂਦੇ ਹਾਂ, ਗੇੜਾ ਦੇ ਕੇ ਆਉਂਦੇ ਹਾਂ ਪਾਰਕ 'ਚ। ਕਹਿੰਦੇ ਚਲੋ, ਇਹਨਾਂ ਲੈ ਕੇ ਇਹਨਾਂ ਨੂੰ ਰਾਹ 'ਚ, ਮੈਨੂੰ ਪਤਾ ਕਹਿੰਦੇ ਅੱਧੀ ਰਾਹ ਦੇ ਵਿੱਚ ਪਹੁੰਚ ਗਏ, ਪੀਰਖਾਨੇ ਜਾ ਰਹੇ ਹੋ ਨਾ ਕਹਿੰਦੇ। ਮਤਲਬ ਇਹਨਾਂ ਨੂੰ ਇਹ ਚੀਜ਼ ਪਤਾ ਲੱਗ ਗਈ, ਉਹ ਕਿੱਦਾਂ ਪਤਾ ਲੱਗੀ ਮੈਨੂੰ ਨਹੀਂ ਪਤਾ। ਪੀਰਖਾਨੇ ਜਾ ਰਹੇ ਹੋ ਨਾ, ਲੈ ਜਾਓ ਕਹਿੰਦੇ, ਜਿੱਥੇ ਮਰਜ਼ੀ ਲੈ ਜਾਓ, ਜ਼ੋਰ ਲਾ ਲਓ, ਨਹੀਂ ਬਚਾ ਸਕਦੇ ਇਹਨੂੰ। ਅਤੇ ਅਸੀਂ ਪੀਰਖਾਨੇ ਦੇ ਬਾਹਰ ਪਹੁੰਚੇ। ਇਹ ਬਾਹਰ ਜਦੋਂ ਪਹੁੰਚੇ ਪੀਰਖਾਨੇ ਮਤਲਬ ਦੇ, ਉੱਥੇ ਹੀ ਡਿੱਗ ਗਏ ਇਹ। ਜਦੋਂ ਇਹਨਾਂ ਨੂੰ ਅੰਦਰ ਲੈ ਕੇ ਜਾਣ ਲੱਗੇ, ਅਸੀਂ 3-4 ਜਣੇ ਸੀ, ਸਾਨੂੰ ਸਾਰਿਆਂ ਨੂੰ ਇਹਨਾਂ ਨੇ ਧੱਕਾ ਇੰਨੀ ਜ਼ੋਰ ਦੀ ਮਾਰਿਆ ਵੀ ਅਸੀਂ ਕਾਫੀ ਦੂਰ ਜਾ ਕੇ ਡਿੱਗੇ ਸਾਰੇ ਜਣੇ। ਬਾਬਾ ਜੀ ਨੇ ਮੈਨੂੰ ਸਿੱਧਾ ਹੀ ਗੱਲ ਕਹਿਤਾ, ਕਹਿੰਦੇ ਵੀ ਬੇਟੇ ਇਹਨਾਂ ਨੂੰ ਉੱਪਰੀ ਹਵਾ ਗਈ, ਕਹਿੰਦੇ ਕਸਰ ਹੈਗੀ ਵੀ ਇਹਨਾਂ ਨੂੰ। ਇਹ ਸਾਰੀ ਰਾਤ ਖੇਡਦੇ ਰਹੇ ਉੱਥੇ, ਚੂੜੀਆਂ ਇਹਨਾਂ ਨੇ ਸਾਰੀਆਂ ਜਿਹੜੀਆਂ ਪਾਈਆਂ ਸੀ ਤੋੜ ਲਈਆਂ, ਆਪਦੇ ਮਾਰ ਲਈਆਂ ਹੱਥ 'ਤੇ। ਸਾਰੀ ਰਾਤ ਖੇਡਦੇ ਰਹੇ, ਜਿਵੇਂ ਉਹਨਾਂ ਦੇ ਦਰਬਾਰ ਦੇ ਵਿੱਚ ਕੀਰਤਨ ਚੱਲਦਾ ਸੀਗਾ, ਇਹ ਨਾਲ ਹੀ ਖੇਡਣ ਲੱਗ ਜਾਂਦੇ। ਇਹਨਾਂ ਦੇ ਵਾਲ ਖੁੱਲ੍ਹੇ ਸਾਰੇ, ਕੰਧ ਸਿਰ ਫਰਸ਼ ਨਾਲ ਟੱਕਰ ਮਾਰ ਲੱਗੇ, ਜ਼ੋਰ ਦੀ ਮੱਥਾ ਮਾਰ ਲੱਗੇ। ਜਦੋਂ ਇਹਨਾਂ ਨੂੰ ਜਾ ਕੇ ਬਿਠਾਇਆ, ਬਾਬੇ ਨੇ ਪੁੱਛਿਆ ਵੀ, ਇਹਨਾਂ ਨੂੰ ਪੁੱਛਿਆ ਵੀ ਹਾਂ ਕੁੜੀਏ ਕੀ ਦਿੱਕਤ ਹੈ ਇਹਨੂੰ, ਮਤਲਬ ਇਹ ਪੁੱਛਿਆ ਇਹਨਾਂ ਨੂੰ। ਮੂਹਰੋਂ ਜਿਹਦਾ ਕੁਛ ਹੋਰ ਬੋਲਦਾ ਹੁੰਦਾ ਹੈ ਨਾ, ਮੂਹਰੋਂ ਕਹਿੰਦਾ ਕੌਣ ਹੈ ਤੂੰ। ਬਾਬਾ ਜੀ ਨੂੰ ਕਹਿੰਦਾ ਤੂੰ ਕਿੰਨਾ ਮਰਜ਼ੀ ਜ਼ੋਰ ਲਾ ਲੈ, ਮੈਂ ਨਹੀਂ ਜਾਂਦਾ, ਇਹਨੂੰ ਨਾਲ ਲੈ ਕੇ ਜਾਊਂਗਾ, ਇਹਨੂੰ ਇਸ ਘਰ 'ਚ ਨਹੀਂ ਰਹਿਣ ਦੇਣਾ, ਨਾ ਇਹਦੇ ਬੱਚਾ ਹੋਣ ਦੇਵਾਂ ਸਾਰੀ ਉਮਰ, ਨਾ ਇਹਨੂੰ ਇਸ ਘਰ ਦੇ ਵਿੱਚ ਸੁਖੀ ਰਹਿਣ ਦੇਵਾਂ, ਇਹ ਐਂ ਹੀ ਰਹੂਗੀ ਜਿਵੇਂ ਹੈਗੀ ਹੈ, ਇਹਨੂੰ ਨਾਲ ਲੈ ਕੇ ਜਾਊਂਗਾ ਮੈਂ। ਅਤੇ ਮੈਂ ਆਪਦੇ ਯਾਰਾਂ ਦੋਸਤਾਂ ਤੋਂ ਉਧਾਰੇ ਲੈ ਕੇ ਇਹਨਾਂ ਨੂੰ ਲੈ ਕੇ ਗਿਆ, ਉੱਥੇ ਗੱਡੀ ਬੁੱਕ ਕਰਾਈ, ਕਿਉਂਕਿ ਜਾਣ ਦੀ ਹਾਲਤ 'ਚ ਨਹੀਂ ਸੀਗੇ, ਟ੍ਰੇਨ 'ਚ ਤਾਂ ਜਾ ਹੀ ਨਹੀਂ ਸਕਦੇ ਸੀ। ਇਹਨਾਂ ਨੂੰ ਲੱਤਾਂ ਬਾਹਾਂ ਬੰਨ੍ਹ ਕੇ ਲੈ ਕੇ ਗਏ, ਅਤੇ ਡੇਰਾ ਸਾਹਿਬ ਜੋ ਲੈ ਕੇ ਗਏ ਉੱਥੇ ਨਵਾਇਆ ਇਹਨਾਂ ਨੂੰ। ਅਸੀਂ ਇਹਨਾਂ ਨੂੰ ਉੱਥੇ ਲੈ ਕੇ ਗਏ, ਬਹੁਤ ਮੁਸ਼ਕਿਲ ਲੈ ਕੇ ਗਏ, ਮਤਲਬ ਉੱਥੋਂ ਠੀਕ ਹੋਏ ਨੇ, ਮਤਲਬ ਉਹ ਪ੍ਰੋਬਲਮ ਇਹਨਾਂ ਦੀ ਉੱਥੋਂ ਸੋਲਵ ਹੋ ਗਈ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਇੱਕ ਵੱਖਰੀ ਜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਵੱਖਰੀ ਕਿੱਦਾਂ ਉਹ ਮੈਂ ਦੱਸ ਦਿੰਦੀ ਹਾਂ। ਅੱਜ ਤੁਹਾਡੀ ਮੁਲਾਕਾਤ ਗੁਰਪ੍ਰੀਤ ਤੇ ਕੁਸਮ ਮੌਰੀਆ ਦੇ ਨਾਲ ਕਰਵਾਉਣ ਜਾ ਰਹੇ ਹਾਂ। ਨਾਮ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਇਹਨਾਂ ਦੀ ਕਾਸਟ ਵੀ ਅਲੱਗ-ਅਲੱਗ ਹੈ, ਇਹਨਾਂ ਦਾ ਧਰਮ ਅਲੱਗ-ਅਲੱਗ ਹੈ, ਅਤੇ ਇਹਨਾਂ ਦੀ ਜਿਹੜਾ ਆ ਉਹ ਸ਼ਹਿਰ ਵੀ ਅਲੱਗ-ਅਲੱਗ ਹੈ। ਭੈਣ ਹੁਣੇ ਦਿੱਲੀ ਤੋਂ ਨੇ ਅਤੇ ਵੀਰ ਹੁਣੇ ਬਰਨਾਲੇ ਤੋਂ ਨੇ। ਵੀਰ ਹੁਣੇ ਜਿਹੜੇ ਆ ਉਹ ਸਰਦਾਰ ਨੇ, ਪੰਜਾਬ ਤੋਂ ਨੇ, ਅਤੇ ਭੈਣ ਹੁਣੇ ਜਿਹੜੇ ਆ ਉਹ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਅਤੇ ਇਹ ਕਹਾਣੀ ਅੱਜ ਤੁਹਾਨੂੰ ਕਿਉਂ ਸੁਣਾ ਰਹੇ ਹਾਂ, ਉਹਦਾ ਕਾਰਨ ਮੈਂ ਇਹ ਦੱਸਦੀ ਹਾਂ ਕਿ ਜਿੱਦਾਂ ਅਸੀਂ ਅਕਸਰ ਸੁਣਦੇ ਹਾਂ ਕਿ ਦੋ ਪਰਸਨ ਮਿਲਦੇ ਆ, ਗੱਲਬਾਤ ਹੁੰਦੀ ਆ ਅਤੇ ਅਟਰੈਕਸ਼ਨ ਹੁੰਦੀ, ਪਿਆਰ ਹੁੰਦਾ, ਫਿਰ ਉਹਨਾਂ ਦਾ ਵਿਆਹ ਹੋ ਜਾਂਦਾ। ਪਰ ਆਹ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ, ਇਹ ਕੁਝ ਵੱਖਰੀ ਹੈ। ਵੱਖਰੀ ਕਿੱਦਾਂ ਆ ਕਿ ਭੈਣ ਹੁਣੇ ਨੂੰ ਇਹਨਾਂ ਦੇ ਛੋਟੇ ਹੁੰਦੇ ਆਪਰੇਸ਼ਨ ਹੋਇਆ ਹੁੰਦਾ ਫੂਡ ਪਾਈਪ ਦਾ, ਅਤੇ ਇਹਨਾਂ ਦੇ 2 ਆਪਰੇਟ ਹੋਏ ਹੁੰਦੇ ਨੇ, ਅਤੇ ਹੁਣ ਇਹਨਾਂ ਦੇ ਢਿੱਡ ਦੇ ਵਿੱਚ ਪਾਣੀ ਦੀ ਥੈਲੀ ਹੈ ਜਿਹੜੀ ਕਿ ਕਾਫੀ ਵੱਡੀ ਆ, ਪੂਰੇ ਪੇਟ ਨੂੰ ਕਵਰ ਕੀਤਾ ਹੋਇਆ, ਅਤੇ ਉਹਦਾ ਆਪਰੇਟ ਨਹੀਂ ਹੋ ਸਕਦਾ। ਅਤੇ ਨਾਲ ਦੇ ਨਾਲ ਡਾਕਟਰ ਇਹਨਾਂ ਨੂੰ ਇਹ ਵੀ ਕਹਿੰਦੇ ਨੇ ਕਿ ਵਿਆਹ ਤੋਂ ਬਾਅਦ ਇਹ ਕਦੀ ਮਾਂ ਨਹੀਂ ਬਣ ਸਕਦੇ, ਕੋਈ ਬੱਚਾ ਪੈਦਾ ਨਹੀਂ ਕਰ ਸਕਦੇ। ਅਤੇ ਇਹ ਸਾਰੀ ਗੱਲ ਭੈਣ ਹੁਣੇ ਵੀਰ ਹੁਣਾਂ ਨਾਲ ਕਰਦੇ ਨੇ। ਜਦੋਂ ਇਹ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਕਰਦੇ ਅਤੇ ਇਹ ਕਲੀਅਰ ਕਰ ਦਿੰਦੇ ਰਿਲੇਸ਼ਨ 'ਚ ਆਉਣ ਤੋਂ ਪਹਿਲਾਂ। ਅਤੇ ਵੀਰ ਹੁਣੇ ਜਦੋਂ ਉਹਨਾਂ ਦੀ ਸਾਰੀ ਗੱਲ ਸੁਣਦੇ ਆ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਕੁੜੀ ਨੇ ਬਹੁਤ ਦੁੱਖ ਦੇਖੇ ਆ ਅਤੇ ਇਹਨੂੰ ਮੈਂ ਹੋਰ ਦੁੱਖ ਨਹੀਂ ਦੇਖਣ ਦੇਣੇ। ਤਾਂ ਉਹ ਡਿਸਾਈਡ ਕਰਦੇ ਕਿ ਵਿਆਹ ਕਰਾਉਣਾ ਅਤੇ ਇਹਦੇ ਨਾਲ ਹੀ ਕਰਾਉਣਾ। ਅਤੇ ਫਿਰ ਅੱਗੇ ਇਹਨਾਂ ਦੀ ਫੈਮਿਲੀ ਮੰਨਦੇ ਨਹੀਂ ਹੁੰਦੇ, ਕਿਉਂਕਿ ਇਹਨਾਂ ਨੇ ਕੁਛ ਵੀਰ ਹੁਣੇ ਸ਼ਰਤਾਂ ਰੱਖਦੇ ਵੀ ਕਿਹੜੀਆਂ ਕੰਡੀਸ਼ਨਸ ਦੇ ਵਿੱਚ ਮੇਰੀ ਫੈਮਿਲੀ ਨੂੰ ਨਾ ਪਤਾ ਲੱਗੇ, ਕੁਛ ਗੱਲਾਂ ਲੁਕਾ ਕੇ ਫੈਮਿਲੀ ਤੋਂ ਫਿਰ ਇਹ ਆਪਸ ਦੇ ਵਿੱਚ ਕੋਰਟ ਮੈਰਿਜ ਕਰਦੇ ਨੇ ਅਤੇ ਇਹਨਾਂ ਦਾ ਇੱਦਾਂ ਵਿਆਹ ਹੁੰਦਾ। ਗੱਲਬਾਤ ਪੂਰੀ ਇਹਨਾਂ ਦੇ ਮੂੰਹੋਂ ਜਾਣਦੇ ਆ। ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਵੀਰ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਮੈਮ। ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू मैम। ਅੱਛਾ, ਸਭ ਤੋਂ ਪਹਿਲਾਂ ਤਾਂ
ਬਹੁਤ ਸੋਹਣੀ ਗੱਲ ਹੈ ਇਹ ਕਿ ਆਪਾਂ ਹਰੇਕ ਨੂੰ ਹੈ ਨਾ ਉਹਦੀ ਗੁਣ ਦੇਖ ਕੇ ਅਪਣਾ ਲੈਂਦੇ ਆ ਹੈ ਨਾ। ਜੇ ਉਹਦੇ ਵਿੱਚ ਕਮੀ ਹੁੰਦੀ ਹੈ ਤਾਂ ਅਸੀਂ ਕਹਿੰਦੇ ਵੀ ਚੱਲ ਛੱਡ ਕੋਈ ਹੋਰ ਲੱਭ ਲੈਂਦੇ ਹੈ ਨਾ। ਅਤੇ ਤੁਸੀਂ ਤੁਹਾਡੇ ਬਹੁਤ ਸੋਹਣੀ ਗੱਲ ਹੈ ਨਾ ਵੀ ਤੁਸੀਂ ਇਹਨਾਂ ਨੂੰ ਹਰੇਕ ਤਰ੍ਹਾਂ ਜਿੱਦਾਂ ਵੀ ਸੀਗੇ ਹੈ ਨਾ ਉੱਦਾਂ ਹੀ ਅਪਣਾਇਆ ਵੀ ਇਸ ਕੁੜੀ ਦੇ ਨਾਲ ਵਿਆਹ ਕਰਨਾ। ਅਤੇ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਇਹ ਗੱਲਬਾਤ ਸ਼ੁਰੂ ਕਿੱਦਾਂ ਹੁੰਦੀ ਹੈ ਤੁਹਾਡੀ? ਸਭ ਤੋਂ ਪਹਿਲਾਂ ਜੀ ਨਾ ਇੰਸਟਾਗ੍ਰਾਮ ਦੇ ਉੱਤੇ ਇਹਨਾਂ ਨੇ ਮੇਰੀਆਂ ਪੋਸਟ ਲਾਈਕ ਕੀਤੀਆਂ ਮਤਲਬ, ਅਤੇ ਮੈਂ ਮਤਲਬ ਇੱਕ ਦਿਨ ਬੈਠਾ ਆਪਦੇ ਕੰਮ ਦੇ ਉੱਤੇ ਇੱਦਾਂ ਹੀ ਇੰਸਟਾਗ੍ਰਾਮ ਚਲਾ ਰਿਹਾ ਸੀ। ਇਹਨਾਂ ਮੈਂ ਲਾਈਕ ਦੇ ਵਿੱਚ ਦੇਖਿਆ ਇਹਨਾਂ ਨੇ ਮੇਰੀ ਫੋਟੋ ਨੂੰ ਲਾਈਕ ਕੀਤਾ ਹੋਇਆ ਸੀ। ਮੈਂ ਇਹਨਾਂ ਦੀ ਆਈਡੀ ਓਪਨ ਕਰਕੇ ਦੇਖਣ ਲੱਗਿਆ, ਇਹ ਰੀਲਸ ਵਗੈਰਾ ਕੁਝ ਪਾਈਆਂ ਹੋਈਆਂ ਸੀ ਮਤਲਬ ਉਹ ਮੈਂ ਦੇਖਣ ਲੱਗਿਆ ਇੰਸਟਾਗ੍ਰਾਮ ਦੇ ਉੱਤੇ, ਵੀਡੀਓ ਦੇਖਣ ਲੱਗ ਗਿਆ। ਮੈਨੇ ਵੀ ਚਲ 4-5 ਵੀਡੀਓ ਇਹਨਾਂ ਦੀ ਲਾਈਕ ਕਰਤੀਆਂ, ਅਤੇ ਕੁਛ ਕੁ 1-2 ਦਿਨ ਬਾਅਦ ਇਹਨਾਂ ਨੇ ਫੇਰ ਮੇਰੀਆਂ ਫੋਟੋ ਲਾਈਕ ਕਰਤੀਆਂ। ਅਤੇ ਥੋੜ੍ਹੇ ਦਿਨ ਬਾਅਦ ਇਹਨਾਂ ਨੇ ਕੁਛ ਸਟੋਰੀ ਲਾਈ ਹੋਈ ਸੀ, ਥੈਡ ਜੀ ਸਟੋਰੀ ਸੀਗੀ, ਹੁਣ ਮੇਰੇ ਯਾਦ ਨਹੀਂ ਵੀ ਕੀ ਚੀਜ਼ ਲਿਖੀ ਸੀ ਉਹਦੇ 'ਚ। ਮੈਂ ਉਹਦੇ ਉੱਤੇ ਮਤਲਬ ਰਾਈਟ ਲਿਖਤਾ ਗਾ ਵੀ ਰਾਈਟ ਜੀ, ਅਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਮਤਲਬ ਉਹਦਾ ਰਿਪਲਾਈ ਮਤਲਬ ਮੈਸੇਜ ਦਾ ਰਿਪਲਾਈ ਕਰਤਾ ਵੀ ਥੈਂਕ ਯੂ ਤੋਂ ਬਾਅਦ ਹੌਲੀ ਹੌਲੀ ਗੱਲ ਹੋਣ ਲੱਗ ਗਈ। ਮੈਨੂੰ ਪੁੱਛਣ ਲੱਗ ਗਏ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜਾਂ ਕਿੱਦਾਂ ਗੱਲ ਹੈ ਨਾ। ਅਤੇ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਇੱਦਾਂ ਪੰਜਾਬ ਬਰਨਾਲਾ ਸ਼ਹਿਰ ਦਾ ਰਹਿਣ ਵਾਲਾ ਗਾ। ਅਤੇ ਇਹਨਾਂ ਤੋਂ ਫਿਰ ਮੈਂ ਪੁੱਛਿਆ ਵੀ ਤੁਸੀਂ ਕਿੱਥੇ ਰਹਿਣ ਵਾਲੇ ਹੋ। ਇਹਨਾਂ ਨੇ ਆਪਦੀ ਇਹ ਦੱਸਿਆ ਬਾਰੇ ਵੀ ਮੈਂ ਦਿੱਲੀ ਦੀ ਰਹਿਣ ਵਾਲੀ ਆਂਗੀ, ਗਾਜ਼ੀਆਬਾਦ ਏਰੀਆ ਦੀ ਰਹਿਣ ਵਾਲੀ ਹਾਂ। ਅਤੇ ਮੈਂ ਕਿਹਾ ਠੀਕ ਹੈ ਜੀ, ਮਤਲਬ ਅਸੀਂ ਰੋਜ਼ ਇੱਕ ਦੂਜੇ ਨਾਲ ਗੱਲ ਕਰਨ ਲੱਗ ਗਏ। ਮੈਨੂੰ ਇਹਨਾਂ ਦੇ ਮੈਸੇਜ ਦਾ ਵੇਟ ਰਹਿਣ ਲੱਗਿਆ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੀ ਸੀ, ਮੇਰਾ ਹਰ ਗੱਲ ਦਾ ਵਧੀਆ ਰਿਪਲਾਈ ਕਰਦੇ ਸੀਗੇ, ਅਤੇ ਆਪਦੇ ਬਾਰੇ ਦੱਸਦੇ ਰਹਿੰਦੇ ਸੀ ਕੁਛ ਨਾ ਕੁਛ, ਮੈਂ ਆਪਦੇ ਬਾਰੇ ਦੱਸਦਾ ਰਹਿੰਦਾ ਸੀ ਇਹਨਾਂ ਨੂੰ। ਅਤੇ ਉਸ ਤੋਂ ਬਾਅਦ ਇਹ ਮੇਰੇ ਮੈਸੇਜ ਦਾ ਮਤਲਬ ਵੇਟ ਕਰਨ ਲੱਗ ਜਾਂਦੇ ਸੀਗੇ। ਮੈਂ ਕਈ ਵਾਰ ਕੰਮ 'ਚ ਬਿਜ਼ੀ ਹੁੰਦਾ ਸੀ, ਮੇਰਾ ਕੰਮ ਇੱਦਾਂ ਦਾ ਗਾ, ਕੱਪੜੇ ਦੇ ਸ਼ੋਰੂਮ 'ਤੇ ਮੈਂ ਕੰਮ ਕਰਦਾ, ਅਤੇ ਉੱਥੇ ਸਾਡਾ ਕੰਮ ਸਾਰਾ ਦਿਨ ਹੀ ਕਸਟਮਰ ਨਾਲ ਅਟੈਂਡ ਕਰਦਾ, ਟਾਈਮ ਨਹੀਂ ਲੱਗਦਾ ਸੀ। ਇਹ ਕਈ ਵਾਰ ਰਾਤ ਨੂੰ ਮੇਰੇ ਨਾਲ ਥੋੜ੍ਹੀ ਦੇਰ ਬਾਅਦ ਲੜਨ ਲੱਗ ਜਾਂਦੇ ਵੀ ਤੁਸੀਂ ਮੇਰੇ ਅੱਜ ਮੈਸੇਜ ਨੂੰ ਕਿਉਂ ਨਹੀਂ ਕੀਤਾ ਮੈਨੂੰ, ਜਾਂ ਮੈਂ ਮੈਸੇਜ ਕੀਤਾ ਉਹਦਾ ਰਿਪਲਾਈ ਨਹੀਂ ਕੀਤਾ। ਮੈਂ ਸੋਚਦਾ ਸੀ ਯਾਰ ਵੀ ਕੁੜੀ ਨਾਲ ਆਪਾਂ ਨੋਰਮਲੀ ਇੱਕ ਗੱਲ ਕਰ ਰਹੇ ਹਾਂ ਵੀ ਇਹਨਾਂ ਨੂੰ ਇੰਨਾ ਜ਼ਿਆਦਾ ਕਿਉਂ ਹੋ ਰਿਹਾ ਹੈਗਾ ਹੈ ਨਾ, ਵੀ ਮੇਰੇ ਨਾਲ ਵੀ ਜੇ ਰਿਪਲਾਈ ਨਹੀਂ ਕਰ ਰਿਹਾ ਮੈਂ ਜਾਂ ਮੈਸੇਜ ਨਹੀਂ ਕੀਤਾ, ਇਹਨਾਂ ਨੂੰ ਦੁੱਖ ਕਿਉਂ ਲੱਗ ਰਿਹਾ। ਅਤੇ ਮੈਂ ਫਿਰ ਇਹਨਾਂ ਨਾਲ ਪੁੱਛਿਆ ਵੀ ਤੁਹਾਨੂੰ ਇੱਦਾਂ ਕਿਉਂ ਹੋ ਰਿਹਾ ਹੈਗਾ, ਵੀ ਕੋਈ ਗੱਲ ਹੈ ਤੁਹਾਡੇ ਦਿਲ 'ਚ? ਇਹ ਕਹਿੰਦੇ ਨਹੀਂ ਮੇਰੇ ਦਿਲ 'ਚ ਇੱਦਾਂ ਕੋਈ ਗੱਲ ਨਹੀਂ, ਮਤਲਬ ਮੈਨੂੰ ਇੱਕ ਵਧੀਆ ਫਰੈਂਡ ਮਿਲਿਆ, ਮੈਂ ਚਾਹੁੰਦੀ ਹਾਂ ਵੀ ਮੇਰੇ ਤੋਂ ਦੂਰ ਨਾ ਹੋਵੇ। ਇੱਦਾਂ ਹੀ ਅਸੀਂ ਗੱਲ ਕਰਦੇ ਰਹੇ। ਅਤੇ ਉਸ ਤੋਂ ਬਾਅਦ ਇੱਕ ਦਿਨ ਮਤਲਬ ਇਹਨਾਂ ਨੇ ਮੈਨੂੰ ਉਹ ਦੱਸਿਆ, ਮਤਲਬ ਮੈਂ ਪੁੱਛਿਆ ਵੀ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ? ਮੈਂ ਦੱਸਿਆ ਵੀ ਨਹੀਂ ਮੈਂ ਅਨਮੈਰਿਡ ਹਾਂ। ਮੈਂ ਪੁੱਛਿਆ ਵੀ ਤੁਹਾਡੀ ਮੈਰਿਜ ਤੁਸੀਂ ਕਰਾਉਣੀ ਨਹੀਂ ਹੈਗੀ ਜਾਂ ਕਿੱਦਾਂ ਗੱਲਬਾਤ ਹੈ? ਇਹਨਾਂ ਨੇ ਦੱਸਿਆ ਵੀ ਮੇਰੀ ਮੈਰਿਜ ਹੋਈ ਨਹੀਂ ਹੈਗੀ, ਐਕਚੁਅਲੀ ਕੀ ਹੈ ਮੇਰੇ ਘਰ ਮੇਰੀ ਮਦਰ ਨਹੀਂ ਹੈਗੇ ਅਤੇ ਸਾਰਾ ਘਰ ਦਾ ਮੈਂ ਹੀ ਦੇਖਦੀ ਆਂਗੀ। ਅਤੇ ਮੈंने ਪੁੱਛਿਆ ਵੀ ਓਕੇ ਚਲੋ ਠੀਕ ਹੈ। ਮੈਂ ਸੋਚਿਆ ਵੀ ਅੱਗੇ ਫਿਊਚਰ ਤਾਂ ਕਰਾਉਣੀ ਹੋਣੀ ਆ, ਉਹਦੇ ਬਾਰੇ ਤਾਂ ਕੋਈ ਲਿਆ ਹੀ ਹੋ ਡਿਸੀਜਨ? ਕਹਿੰਦੇ ਨਹੀਂ ਹਾਲੇ ਮੇਰਾ ਕੋਈ ਡਿਸੀਜਨ ਨਹੀਂ ਹੈਗਾ ਅਤੇ ਨਾ ਹੀ ਮੈਂ ਕਰਾਉਣ ਦਾ ਮਨ ਹੈ। ਮੈਂ ਕਿਹਾ ਕਿਉਂ, ਵਾਏ ਕੀ ਕਾਰਨ ਹੈ? ਕਹਿੰਦੇ ਵੀ ਇੱਦਾਂ ਕਰਕੇ ਮੇਰੇ ਨਾਲ ਮਤਲਬ ਪ੍ਰੋਬਲਮ ਹੈ, ਮੇਰੇ ਪੇਟ ਦੇ ਨਾ ਆਪਰੇਸ਼ਨ ਹੋ ਰੱਖੇ ਨੇ 2, ਜਿਹਦੇ ਕਰਕੇ ਮੇਰਾ ਰਿਸ਼ਤਾ ਨਹੀਂ ਹੁੰਦਾ। ਕੋਈ ਰਿਸ਼ਤਾ ਆਉਂਦਾ ਜੇ ਉਹਨਾਂ ਨੂੰ ਅਸੀਂ ਦੱਸ ਦਿੰਦੇ ਹਾਂ ਤਾਂ ਉਹ ਮੁੜ ਜਾਂਦਾ। ਇਹਨਾਂ ਦੇ ਫਾਦਰ ਸਾਹਿਬ ਜਿਹੜੇ ਸੱਚ ਦੱਸ ਦਿੰਦੇ ਸੀਗੇ ਮੁੰਡੇ ਵਾਲਿਆਂ ਨੂੰ ਵੀ ਅਗਲੇ ਨਾਲ ਧੋਖਾ ਨਹੀਂ ਕਰਨਾ, ਤਾਂ ਉਹਦੇ ਕਰਕੇ ਉਹ ਰਿਸ਼ਤਾ ਨਹੀਂ ਹੁੰਦਾ ਸੀ। ਕੋਈ ਵੀ ਨਹੀਂ, ਅਗਲਾ ਹਰ ਸੋਚਦਾ ਯਾਰ ਆਪਾਂ ਕਿਉਂ ਕਰਾਈਏ, ਵੀ ਆਪਾਂ ਨੂੰ ਨਾ ਕੱਲ੍ਹ ਨੂੰ ਕੋਈ ਦਿੱਕਤ ਆਵੇ ਹੈ ਨਾ। ਸਾਰੀ ਉਮਰ ਦਾ ਫੈਸਲਾ ਹੁੰਦਾ ਇਹ ਇੱਕ ਮੈਰਿਜ ਦਾ ਜਿਹੜਾ ਹੁੰਦਾ ਹੈਗਾ। ਤਾਂ ਇਸ ਕਰਕੇ ਕਹਿੰਦੇ ਵੀ ਮੇਰਾ ਕੋਈ ਰਿਸ਼ਤਾ ਨਹੀਂ ਹੋਇਆ ਹੈਗਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈ ਨਾ, ਇਹ ਤਾਂ ਹੁੰਦਾ ਹੀ ਰਹਿੰਦਾ ਲਾਈਫ ਦੇ ਵਿੱਚ, ਆਉਂਦੀ ਰਹਿੰਦੀਆਂ ਨੇ ਉਤਰਾ ਜਿਹੜਾ। ਕਹਿੰਦੇ ਕੋਈ ਗੱਲ ਨਹੀਂ, ਇੱਦਾਂ ਗੱਲਬਾਤ ਚੱਲਦੀ ਰਹੀ ਸਾਡੀ। ਮੈਨੂੰ ਵਧੀਆ ਲੱਗਣ ਲੱਗ ਗਈ, ਇਹਨਾਂ ਦੀਆਂ ਗੱਲਾਂ ਵਧੀਆ ਲੱਗੀਆਂ। ਮੈਂ ਇਹਨਾਂ ਨੂੰ ਪ੍ਰਪੋਜ਼ ਕਰਤਾ ਮੈਰਿਜ ਲਈ। ਇਹਨਾਂ ਨੇ ਮੈਨੂੰ ਮਤਲਬ ਆਲਰੇਡੀ ਸਾਰੀ ਗੱਲ ਦੱਸ ਚੁੱਕੇ ਸੀ ਵੀ ਇੱਦਾਂ ਮੇਰੇ ਆਪਰੇਸ਼ਨ ਹੋ ਰੱਖਿਆ ਹੈ ਨਾ, ਜਾਂ ਇਹਨਾਂ ਨੇ ਮੈਨੂੰ ਇਹ ਦੱਸਿਆ ਵੀ ਮੈਰਿਜ ਤੋਂ ਬਾਅਦ ਮੈਨੂੰ ਡਾਕਟਰ ਨੇ ਇਹ ਗੱਲ ਵੀ ਕਹੀ ਹੈ ਕੋਈ ਫਿਊਚਰ ਦੇ ਵਿੱਚ ਕੋਈ ਬੱਚਾ ਪਲਾਨ ਕਰਨਾ ਤਾਂ ਤੁਸੀਂ ਨਹੀਂ ਕਰ ਸਕਦੇ ਹੈ ਨਾ, ਕੋਈ ਰਿਸਕ ਹੈ ਬਹੁਤ ਵੱਡਾ। ਕਹਿੰਦੇ ਬੱਚਾ ਹੋ ਜੂ ਉਹਦੀ ਕੋਈ ਪ੍ਰੋਬਲਮ ਨਹੀਂ, ਪਰ ਜੇ ਕਰੋਗੇ ਉਹਦਾ ਕੋਈ ਚਾਂਸ ਨਹੀਂ ਹੈਗਾ, 1% ਚਾਂਸ ਹੈਗਾ, ਮਾਂ ਨਹੀਂ ਬਣ ਸਕਦੇ। ਠੀਕ ਹੈ, ਕਹਿੰਦੇ ਵੀ ਆਪਰੇਸ਼ਨ ਆਲਰੇਡੀ ਹੋ ਰੱਖੇ ਨੇ, ਨੋਰਮਲ ਡਿਲੀਵਰੀ ਹੋ ਨਹੀਂ ਸਕਦੀ ਇਹਨਾਂ ਦੀ। ਵੱਡਾ ਕੇਸ ਕਰਾਂਗੇ, ਪੇਟ 'ਚ ਪਹਿਲਾਂ ਹੀ 2 ਡਿਲੀਵਰੀਆਂ ਹੋ ਰੱਖੀਆਂ, ਹੁਣ ਇਹ ਨਹੀਂ ਪਤਾ ਡਾਕਟਰ ਨੇ ਕਿੱਦਾਂ ਪਹਿਲਾਂ ਬੰਦ ਕੀਤਾ ਪੇਟ ਕਿੱਦਾਂ ਨਹੀਂ ਹੈ ਨਾ, ਵੀ ਅਸੀਂ ਰਿਸਕ ਨਹੀਂ ਲੈ ਸਕਦੇ ਇਸ ਚੀਜ਼ ਦਾ, ਵੀ ਤੁਸੀਂ ਨਾ ਹੀ ਸਮਝੋ। ਚਲੋ ਇਹ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈ ਨਾ। ਮਤਲਬ ਮੈਨੂੰ ਲੱਗਿਆ ਯਾਰ ਵੀ ਕੁੜੀ ਨੇ ਬਹੁਤ ਦੁੱਖ ਦੇਖੇ ਨੇਗੇ, ਵੀ ਮੈਨੂੰ ਇਹਨੂੰ ਸਹਾਰਾ ਦੇਣਾ ਚਾਹੀਦਾ ਗਾ, ਕਿਉਂਕਿ ਮੈਨੂੰ ਤਾਂ ਵਧੀਆ ਹੀ ਲੱਗਦੇ ਸੀਗੇ, ਮੈਨੂੰ ਨੇਚਰ ਵਧੀਆ ਲੱਗਦਾ ਸੀ, ਮੈਂ ਇਹਨਾਂ ਨਾਲ ਗੱਲਬਾਤ ਕਰਦਾ ਸੀ, ਵਧੀਆ ਲੱਗਦਾ ਸੀ। ਮੈਂ ਇਹਨਾਂ ਨੂੰ ਮੈਰਿਜ ਲਈ ਪ੍ਰਪੋਜ਼ ਕਰਤਾ। ਕਹਿੰਦੇ ਵੀ ਤੁਸੀਂ ਮਤਲਬ ਦੇਖ ਲਓ ਵੀ ਮੈਂ ਇੱਦਾਂ ਸਾਰਾ ਕੁਛ ਮੇਰੇ ਨਾਲ ਆਹ ਪ੍ਰੋਬਲਮ ਹੈ ਤੁਹਾਨੂੰ ਦੱਸ ਚੁੱਕੀ ਹਾਂ, ਵੀ ਤੁਸੀਂ ਰਹਿਣ ਦਿਓ, ਆਪਦੀ ਲਾਈਫ ਨਾ ਖਰਾਬ ਕਰੋ, ਵੀ ਤੁਹਾਡੀ ਲਾਈਫ ਖਰਾਬ ਹੋ ਜਾਊਗੀ। ਤੁਸੀਂ ਮੇਰੇ ਨਾਲ ਵੈਸੇ ਫਰੈਂਡ ਤੌਰ 'ਤੇ ਗੱਲ ਕਰ ਸਕਦੇ ਹੋ, ਕੋਈ ਦਿੱਕਤ ਨਹੀਂ। ਅੱਛਾ, ਇਹਨਾਂ ਨੇ ਇਹ ਕਹਿਤਾ ਸੀ ਵੀ ਤੁਸੀਂ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਊਗੀ? ਹਾਂ, ਮਤਲਬ ਇਹਨਾਂ ਨੇ ਮੈਨੂੰ ਗੱਲ ਕਹੀ ਸੀ, ਕਹਿੰਦੇ ਵੀ ਤੁਹਾਡੀ ਲਾਈਫ ਕਿਉਂ ਖਰਾਬ ਕਰਨੀ ਹੈਗੀ, ਵੀ ਤੁਸੀਂ ਆਪਦਾ ਮੇਰੇ ਨਾਲ ਫਰੈਂਡ ਤੌਰ 'ਤੇ ਗੱਲ ਕਰ ਲਓ, ਆਪਦੀ ਲਾਈਫ ਵਧੀਆ ਤੁਹਾਡੀ ਚੱਲ ਰਹੀ ਹੈ ਚਲਾਈ ਚਲੋ। ਮੈਂ ਕਿਹਾ ਨਹੀਂ ਜੀ, ਮੈਂ ਕਿਹਾ ਮੈਨੂੰ ਤੁਸੀਂ ਵਧੀਆ ਲੱਗਦੇ ਹੋ, ਮੈਰਿਜ ਕਰਾਉਣੀ ਹੈ ਤੁਹਾਡੇ ਨਾਲ ਹੀ ਕਰਾਉਣੀ ਹੈ। ਅਤੇ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਵੀ ਤੁਸੀਂ ਮੈਂ ਨਹੀਂ ਮੈਰਿਜ ਕਰਾਉਣੀ, ਵੀ ਇਹਦੇ ਨਾਲ ਵੀ ਮੈਂ ਤੁਹਾਡੇ ਨਾਲ ਗੱਲ ਬੰਦ ਕਰ ਦੇਣੀ ਹੈਗੀ ਕਰਨੀ, ਵੀ ਮੈਂ ਫਰੈਂਡ ਤੌਰ 'ਤੇ ਗੱਲ ਕਰਨ ਲੱਗੀ ਸੀ, ਤੁਸੀਂ ਹੁਣ ਜ਼ਿਆਦਾ ਹੈ ਨਾ ਅੱਗੇ ਆ ਰਹੇ ਹੋ। ਮੈਂ ਕਿਹਾ ਵੀ ਦੇਖੋ ਮੈਂ ਹੁਣ ਗੱਲ ਕਰੂੰਗਾ ਤੁਹਾਡੇ ਨਾਲ ਤਾਂ ਹੀ ਕਰੂੰਗਾ ਜੇ ਤੁਸੀਂ ਮੇਰੇ ਨਾਲ ਮੈਰਿਜ ਕਰਾਉਂਗੇ। ਅਤੇ
ਕਹਿੰਦੇ ਵੀ ਤੁਸੀਂ ਨਹੀਂ ਕਰਾ ਸਕਦੇ, ਇੱਦਾਂ ਨਹੀਂ ਕਰ ਸਕਦੇ। ਮੈਂ ਕਿਹਾ ਮੈਂ ਤੁਹਾਨੂੰ ਕਨਵਿੰਸ ਨਹੀਂ ਕਰ ਰਿਹਾ, ਮੈਂ ਤੁਹਾਨੂੰ ਮਤਲਬ ਇੱਦਾਂ ਮੈਂ ਗੱਲਾਂ ਕਰਦਾ ਰਹੂੰਗਾ, ਤੁਸੀਂ ਆਪਣੇ ਆਪ ਮੈਨੂੰ ਕਹੋਗੇ ਮੇਰੇ ਨਾਲ ਮੈਰਿਜ ਕਰਨ। ਕਹਿੰਦੇ ਇੱਦਾਂ ਕਿੱਦਾਂ ਹੋ ਜਾਊਗਾ, ਮੈਂ ਤੁਹਾਨੂੰ ਕਿਉਂ ਕਹੂੰਗੀ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਮੇਰੇ ਨਾਲ 1 ਮਹੀਨੇ ਦਾ ਟਾਈਮ ਬੰਨ ਲਓ, ਮੈਂ 1 ਮਹੀਨਾ ਗੱਲ ਕਰਦਾ ਤੁਹਾਡੇ ਨਾਲ। ਤੁਸੀਂ ਜੇ ਮਹੀਨੇ ਦੇ ਅੰਦਰ ਮੈਨੂੰ ਯੈਸ ਕਰਤੀ ਤਾਂ ਮੈਂ ਗੱਲ ਕਰੂੰਗਾ, ਨਹੀਂ ਮੈਂ ਤੁਹਾਡੇ ਨਾਲ ਕਦੇ ਗੱਲ ਨਹੀਂ ਕਰੂੰਗਾ, ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਬਲੌਕ ਕਰ ਦਿਓ। ਕਹਿੰਦੇ ਠੀਕ है। इन्होंने बोला मैं इंस्टाग्राम कभी नहीं चलाऊंगा। ਅੱਛਾ ਜੇ ਤੁਸੀਂ ਨਾ ਕਰਦੇ हाँ जी, मैंने अगर ना कर दी ना तो मैं कदे इंस्टाग्राम नहीं चलाना हैगा। तो मैं ब्याह थोड़े नाल करा, मैं ब्याह के लिए मैं सोचा यार ब्याह मैं किवें करा लूँ। मैंने कहा पता नहीं इतने रिश्ते मोड़ देंगे जो हमारी मतलब खुद की कास्ट वाले। मैंने कहा अदर कास्ट है, ये मेरी मतलब मेरी बात को किवें समझेंगे सिचुएशन को। तो फिर इन्होंने बोला कि नहीं प्लीज़, मतलब इन्होंने काफ़ी मैनू कन्विंस किया, नहीं नहीं मैं इदा साथ नहीं छोड़दा, तुसी मतलब भरोसा करके देखो मेरे ऊपर। मैं क्या चलो फिर मतलब ये गल्लां बातां करदे सी, मैनू लग्या यार नहीं लड़का ठीक हैगा। मतलब इतना ज़्यादा मतलब जिवें होंदे ना एक मतलब हर टाइम बात करना, ये भी नहीं था इनके अंदर कि हर टाइम ही बात करनी हैगी। तो जॉब पे जाना हैगा, जब टाइम मिला तभी इन्होंने पहले बोल दिया सी कि जदों मुझे टाइम मिलेगा मैं ताही मैसेज करूँगा। ये मत समझना कि अगर मैसेज नहीं आ रहा है तो मतलब वो मैनू बात नहीं करेंगे। मैंने भी वो चीज़ अपना ली, मैंने कहा हाँ ठीक है कोई दिक्कत नहीं है मेरे को। तो हमारी इदा मतलब गलबात चलती रही, तो मतलब मैनू ये अच्छे लगन लग गए। लेकिन फिर उसमें भी एक मतलब बात ये थी, मैंने कहा कि थोड़ा रंग बहुत साफ़ है, तो मैंने कहा थोड़ी फैमिली का भी साफ़ है, देखो जो चीज़ सही है वो तो ठीक है ना। तो मैंने कहा देखो भाई मेरा रंग भी सांवला है, ये तो थोड़ा सा इत्थे आके पानी लग गया नहीं तो उधर तो सावली ਤੇ ਮੈਂ ਕਹਿਣ ਹੀ ਲੱਗੀ ਸੀਗੀ ਤੇ रंग ਤਾਂ ਫੇयर ਹੀ ਆ। नहीं नहीं रंग मेरा सांवला सी बहुत। तो मैं कहने लगी, मैंने कहा कि इन्होंने बोला कि फिर मिलना कदों है। तो मैं क्या मैंने कहा मिलने का तो ठीक है पर मेरा रंग भी सांवला आएगा। तो मैं पहले अपने मन में ये सोचती रहती यार मेरे साथ तो मुसीबतें ही बड़ी हैंगी, ऊपर से रंग भी सांवला है। तो इन्होंने बोला कोई नहीं, रंग सांवले होने की कोई बात नहीं है। तो मैंने कहा ठीक है, तो एक बार ना आप मुझे मिल लो, तो प्रॉपर तरीके से जान लो मेरे को। तो कहने लगे कि ठीक है मैं आंदा हूँ दिल्ली। मैं सोचा कि वैसे तो आऊगा नहीं लड़का, लग रहा है मेरे को, मतलब मेरे मन से आसी। मैंने कहा आऊगा नहीं लड़का, डाउट सीगा मैंने डाउट सी। मैंने कहा लड़का, मैंने कहा जब इतनी गल सुन ली, मैंने कहा नहीं वो दिल्ली किधर ही आना उन्होंने, मेरे लिए पंजाब बहुत दूर लगता सी मुझे। तो इन्होंने बोला, इन्होंने तारीख वगैरह सब तय कर ली। कुदरती हमारी तारीख भी जदों हम मिले सी वो 19 जुलाई सी, जदों ये मैनू मिलने आए वो 9 नवंबर सी। हाँ तारीख का भी बहुत ज़्यादा मतलब वो सी। तो ये आए मैनू 9 नवंबर, कह रहे मैं 9 नवंबर को आऊँगा मिलने। मैं क्या ठीक है, मैं क्या मैं घर से थोड़ी देर के लिए आऊँगी, भाई मेरे पास टाइम नहीं है, मतलब टाइम नहीं, मेरी ना फैमिली हैगी, तो मैं किमें आऊँगी झूठ बोल के। तो इन्होंने बोला ठीक है थोड़ी देर के लिए आना। ये मतलब इन्होंने आए ये बेचारे, मतलब इन्होंने जिद्दां भी कितने रूम वूम लिया ये रहे। तो आप बुलाया इत्थे एक पार्क सी उत्थों उधर बुलाया मैं। तो इन्होंने मैनू देखा वगैरह, मैं क्या देख लो भाई मेरा रंग भी सांवला है, तो बहुत फेयर सी, ये तो अप डाउन हो गए मेरे चक्कर में, इनकी बॉडी भी बहुत अच्छी सी। हाँ ये तो मतलब मेरी बीमारियों के चक्कर में काफ़ी डाउन हो गए। तो इनको मैंने देखा ये तो बड़े ही फेयर सी, ये तो अब पता नहीं अब ज़्यादा सांवले हो गए इस टाइम। तो मैं देखा, मैंने कहा देख लो भाई आप तो ऐसे हो। फिर मैं इन्होंने बोला हाँ कोई बात नहीं, कह रहे नहीं रंग से मैंने कोई फ़र्क नहीं है। फिर मैंने बोला सर्जरी का, कह लगे नहीं नहीं सर्जरी का भी। मैंने कहा फिर तुसी देखी भी नहीं हैगी सर्जरी मेरी। मैंने कहा कितनी वड्डी है मेरी, मत कम से कम 22 टांके लगे हुए हैं पेट च। हाँ मैंने कहा पूरी मतलब बहुत ही ज़्यादा वड्डी है, नाले मतलब पूरी ऐदा करके भी है और ऐदा करके भी, पूरे मतलब पूरे पेट पे ही कट लग गया हुआ है। हाँ तो फिर इन्होंने बोला नहीं नहीं कोई बात नहीं, फिर उसमें देखने वाली बात नहीं, जब मैंने हाथ बढ़ाया है तो मैं कुछ सोच के बढ़ाया है। मैंने कहा फैमिली की मैं एक्सेप्ट करेगी, सबसे बड़ी फैमिली का। तो फिर इन्होंने बोला फैमिली को नहीं बताना है, मेरी फैमिली को तो नहीं बताना हैगा, क्योंकि भाई किसी के माँ बाप भी नहीं चाहेंगे, ठीक है। तो हाँ इन्होंने बोला फैमिली को नहीं बताना है। ਮੈਂ ਇਹਨਾਂ ਨੂੰ ਪੁੱਛਦੀ ਹਾਂ ਤੁਸੀਂ ਫਿਰ ਇਹ ਡਿਸੀਜਨ ਲੈਂਦੇ ਹੋ ਤੇ ਫਿਰ ਤੁਸੀਂ ਫਿਰ ਘਰਦਿਆਂ ਨੂੰ ਦੱਸਦੇ ਨਹੀਂ ਐਕਚੁਅਲੀ ਕੀ ਹੈ, ਮੇਰੀ ਫੈਮਿਲੀ ਨੂੰ ਮੈਂ ਇਹਨਾਂ ਬਾਰੇ ਤਾਂ ਦੱਸਤਾ ਸੀ ਸਾਰਾ ਕੁਝ ਵੀ ਇੱਦਾਂ ਦੇ ਇੱਥੋਂ ਦੀ ਕੁੜੀ ਹੈ, ਇੱਦਾਂ ਗੱਲਬਾਤ ਹੈ। ਮਤਲਬ ਉਹਨਾਂ ਨੂੰ ਮੈਂ ਇਹ ਚੀਜ਼ ਨਹੀਂ ਦੱਸੀ ਹੈਗੀ ਵੀ ਇਹਨਾਂ ਦਾ ਮਤਲਬ ਓਪਰੇਟ ਹੋਇਆ ਪਿਆ ਪਹਿਲਾਂ, ਕਿਉਂਕਿ ਜੇ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਤਾਂ ਕੋਈ ਵੀ ਮਾਂ ਬਾਪ ਉਹ ਇਹ ਚਾਹੁੰਦਾ ਵੀ ਸਾਡੇ ਬੱਚੇ ਦੀ ਲਾਈਫ ਨਾ ਖਰਾਬ ਹੋਵੇ ਹੈ ਨਾ ਅੱਗੇ ਜਾ ਕੇ, ਜਾਂ ਕੋਈ ਅੱਗੇ ਜਾ ਕੇ ਫਿਊਚਰ 'ਚ ਨਾ ਪ੍ਰੋਬਲਮ ਆਉਣ ਹੈ ਨਾ, ਕਿਉਂਕਿ ਬਹੁਤ ਵੱਡੀ ਸਰਜਰੀ ਹੈ, ਫਿਊਚਰ 'ਚ ਪ੍ਰੋਬਲਮ ਆਉਂਦੀ ਹੈ ਇਹ ਚੀਜ਼ ਨਾਲ। ਅਤੇ ਮੈਂ ਉਹਨਾਂ ਨੂੰ ਇਹ ਗੱਲ ਛੁਪਾ ਲਈ ਅਤੇ ਮੈਂ ਉਹਨਾਂ ਨੂੰ ਮੈਂ ਦੱਸਿਆ ਨਹੀਂ ਹੈਗਾ ਵੀ ਇੱਦਾਂ ਓਪਰੇਟ ਹੋਇਆ ਹੋਇਆ। ਮੈਂ ਕਿਹਾ ਇੱਕ ਵਾਰੀ ਮੈਰਿਜ ਹੋ ਜਾਣ ਦਿਓ, ਬਾਅਦ ਵਿੱਚ ਤਾਂ ਬਹੁਤ ਕੁਛ ਹੁੰਦਾ ਗਾ, ਕਿਉਂਕਿ ਕਈ ਵਾਰ ਐਂ ਹੁੰਦਾ ਗਾ ਆਪਣੀ ਮੈਰਿਜ ਸਹੀ ਹੋ ਗਈ, ਆਪਾਂ ਬੋਡੀ ਵੱਲੋਂ ਬਿਲਕੁਲ ਸਹੀ ਆ, ਕੱਲ੍ਹ ਨੂੰ
ਫਿਊਚਰ 'ਚ ਜਾ ਕੇ ਆਪਣੇ ਨਾਲ ਕੋਈ ਇਨਸੀਡੈਂਟ ਹੁੰਦਾ ਆਪਾਂ ਫਿਰ ਵੀ ਤਾਂ ਹੋ ਹੀ ਜਾਂਦਾ ਇੱਦਾਂ ਕੁਛ। ਬਹੁਤ ਦੁਨੀਆ ਇਹੋ ਜਿਹੀ ਹੈ ਜਿਨ੍ਹਾਂ ਦੇ ਬੱਚੇ ਹੁੰਦੇ ਹੀ ਨਹੀਂ, ਜਮਾ ਹੀ ਐ ਹੁੰਦਾ ਗਾ, ਕਿਸੇ ਲੱਤ ਨਹੀਂ ਹੈਗੀ, ਕਿਸੇ ਦੀ ਬਾਂਹ ਨਹੀਂ ਹੈਗੀ, ਉਹਨਾਂ ਦੇ ਵੀ ਵਿਆਹ ਹੁੰਦੇ ਨੇਗੇ, ਸਹੀ ਸਲਾਮਤ ਨੇ, ਲੱਤਾਂ ਬਾਂਹ ਚੱਲਦੀਆਂ ਵਧੀਆ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਚੀਜ਼ ਤੋਂ। ਮੈਂ ਇਹਨਾਂ ਦੱਸਿਆ, ਮੈਂ ਕਿਹਾ ਮੈਨੂੰ ਕੋਈ ਦਿੱਕਤ ਨਹੀਂ, ਮੇਰੀ ਫੈਮਿਲੀ ਨੂੰ ਨਹੀਂ ਦੱਸਣਾ ਹੈਗਾ, ਉਹ ਮੈਂ ਆਪਦੇ ਹਿਸਾਬ ਨਾਲ ਸਮਝਾਊਂਗਾ ਉਹਨਾਂ ਨੂੰ ਜਦੋਂ ਵੀ ਸਮਝਾਇਆਗਾ, ਕਿਉਂਕਿ ਮੇਰੀ ਫੈਮਿਲੀ ਇੰਨੀ ਕੁ ਤਾਂ ਸਮਝਦਾਰ ਹੈ। ਮੇਰੇ ਫਾਦਰ ਸਾਹਿਬ ਬਹੁਤ ਸਹੀ ਸੁਭਾਅ ਦੇ ਨੇਗੇ, ਕਦੇ ਸਪੋਰਟਿਵ ਨੇ, ਠੀਕ ਹੈ। ਆਟੋ ਚਲਾਉਂਦੇ ਆ, ਸਕੂਲ ਸਾਨੂੰ ਬਹੁਤ ਮਤਲਬ ਉਹਨਾਂ ਨੇ ਵੀ ਮੁਸ਼ਕਿਲਾਂ ਨਾਲ ਹੀ ਵੱਡਾ ਕੀਤਾ, ਮੈਨੂੰ ਲੱਗਦਾ ਸਾਨੂੰ ਜਿਵੇਂ 4 ਭੈਣ ਭਰਾ ਆ, ਬਹੁਤ ਮੁਸ਼ਕਿਲਾਂ ਨਾਲ ਪੜ੍ਹਾਇਆ ਲਿਖਾਇਆ, ਜਿੰਨਾ ਵੀ ਪੜ੍ਹਾਇਆ ਅਸੀਂ ਵੱਡਾ ਕੀਤਾ, ਬਹੁਤ ਵੱਡੀ ਗੱਲ ਹੁੰਦੀ ਆ। ਉਹਨਾਂ ਨੇ ਬਹੁਤ ਦੁੱਖ ਦੇਖਿਆ ਉਹਨਾਂ ਨੇ ਆਪਦੀ ਲਾਈਫ 'ਚ, ਚਲੋ ਉਹਨਾਂ ਨੇ ਸਾਡੀ ਸ਼ੁਰੂ ਤੋਂ ਸਪੋਰਟ ਕੀਤੀ ਹੈਗੀ। ਅਤੇ ਫਿਰ ਅਸੀਂ ਮੈਰਿਜ ਦਾ ਜਦੋਂ ਫੈਸਲਾ ਲਿਆ, ਇਹਨਾਂ ਨੇ ਮੈਨੂੰ ਕਿਹਾ ਵੀ ਫੈਮਿਲੀ ਨੂੰ ਦੱਸਣਾ ਚਾਹੀਦਾ, ਕਹਿੰਦੇ ਕੱਲ੍ਹ ਨੂੰ ਮੈਨੂੰ ਪ੍ਰੋਬਲਮ ਆਊ, ਮੈਨੂੰ ਕਹਿਣਗੇ ਵੀ ਤੂੰ ਸਾਡੇ ਮੁੰਡੇ ਨਾਲ ਧੋਖਾ ਕੀਤਾ ਗਾ, ਤੂੰ ਦੱਸਿਆ ਨਹੀਂ ਹੋਣਾ, ਹੈ ਨਾ। ਦੇਖੋ ਉਹਨਾਂ ਨੇ ਸੋਚੀ ਹੋਣੀ ਹੈ ਇਹ ਗੱਲ, ਹੈ ਨਾ, ਵੀ ਕੁੜੀ ਨੇ ਸ਼ਾਇਦ ਝੂਠ ਬੋਲਿਆ ਹੋਊਗਾ ਮੁੰਡੇ ਨੂੰ, ਹੈ ਨਾ, ਪਰ ਮੈਨੂੰ ਪਤਾ ਸੀ ਸਾਰਾ ਕੁਝ, ਮੇਰੇ ਦਿਲ ਨੂੰ ਪਤਾ ਸੀ ਵੀ ਕੁੜੀ ਨੇ ਮੈਨੂੰ ਸਾਰਾ ਕੁਝ ਦੱਸ ਰੱਖਿਆ। ਅਤੇ ਮਤਲਬ ਮੈਰਿਜ हाँ मैं वो पूछना ही सीगा भी एज डिफरेंस कितना है? एज डिफरेंस भी है मेरा 3-4 साल का एज डिफरेंस है। अच्छा हाँ जी। कितने कितने साल प्रॉपर कितने साल? मतलब मैं 30 ईयर्स है मेरी, तो अब हमारी शादी को भी 1.5 साल हो गएंगे। तो इन्हां दी कम हैगी शायद ਵੀਰੇ ਤੁਹਾਡੀ? ਮੇਰੀ 27ਵਾਂ ਸਾਲ ਲੱਗਿਆ ਹੋਇਆ ਮੈਨੂੰ। ਅੱਛਾ ਮਤਲਬ 3 ਸਾਲ ਵੱਡੇ ਨੇ ਇਹ ਤੁਹਾਡੇ? ਤੁਹਾਨੂੰ ਇਹ ਪਤਾ ਸੀਗਾ? ਮੈਨੂੰ ਪਤਾ ਸੀ, ਇਹਨਾਂ ਨੇ ਦੱਸਤਾ ਸੀ ਪਹਿਲਾਂ ही। बताने के लिए मना करी थी। अच्छा हाँ, आही सबसे बड़ा पंगा सी, एक ये बात, ते एक उम्र नहीं बतानी सी घर में, और एक नहीं बतानी सी सर्जरी के बाद। तो जदों मेरी डैडी ने गल की थी इन्हों दे डैडी से, चलो गल तो हो गई सी, ते जदों मैंने इनको बोला कि भाई कि मैं करिए, तो इन्होंने डैडी हर को बताना है आपकी फैमिली को, इन्होंने बोला नहीं बताना हैगा। तो मैंने कहा मैं अपने डैडी से बात करती हूँ। मैंने डैडी से बात किया, मैं कहा डैडी ये गल छुपानी हैगी, एक उम्र जदों वो लोग आएंगे तो उम्र छुपानी है, ऑपरेशन छुपाना हैगा। अच्छा ये ਤੁਸੀਂ ਘਰਦਿਆਂ ਨੂੰ ਦੱਸ ਦਿਓ ਆਪਣੇ? हाँ, मैं अपने घर वालों को, मतलब मैं भाई तो नहीं बात करता, सिर्फ डैडी नो। मैं क्या डैडी आ छुपाने, डैडी बोलने लगे भाई मैं फिर साथ नहीं दूंगा इस चीज़ में, मैं तो बिल्कुल। हाँ, डैडी ने बोला कि देखो कल को तो हाँ चलो तुम दोनों तो एक हो जाओगे, ठीक है, तुम्हारा रिश्ता भाई जुड़ जाएगा, लेकिन जो भाई हमारी समधी समधन का जो रिश्ता वो तो ख़राब हो जाएगा। कल को कोई बात आई वो कहेंगे भाई तुझसे क्यों झूठ बोला, तुझसे बड़े होके क्यों झूठ बोल लिया। डैडी बोले मैं तो बिल्कुल सपोर्ट में नहीं हूँ, कह रहे कि फिर मैं नहीं जानता, फिर ये शादी तो नहीं होगी। तो मेरी छोटी सिस्टर है, फिर वो बोलने लग गई मतलब शादी नहीं होगी और तो कोई कर नहीं रहा हैगा, फिर घर में बैठी रहेगी। तो कहने लगे मैनू नहीं पता फिर शादी हो या नहीं, पर मैं झूठ नहीं बोलूँगा किसी के आगे। तो फिर मेरी सिस्टर मतलब मैनू आंसू आने लगे, मैंने कहा कि इन्होंने भी मना कर दिया, मैंने कहा फिर मैं किवें करूँगी। फिर सिस्टर अंदर लाई, फिर सिस्टर कह रही जो तेनू ठीक लगता तू वो कर, असी तो तेरे साथ हैंगे। मतलब मेरी दोनों सिस्टर, वो 2 सिस्टर हैंगी मेरी, तो एक छोटी है उसका नाम पूनम है, बहुत ज़्यादा सपोर्टिव है। एक हाँ, एक सरोज है वो थोड़ी मैरिड है, नाले वो मैं देखो मेरे भाई, और मतलब ये भी गल छुपाने से कि मेरे से 2 मतलब जो छोटे हैंगे उनकी शादी पहले हुई है। अच्छा आ भी गल छुपाने से इसमें। तो मेरा भाई भी छोटा हैगा, इनके घर वालों को आज तक भी नहीं पता है ये चीज़। अच्छा हाँ, मेरा भाई पता लग जूगी होने लग, कोई बात नहीं लग जाओगी। देखो जो चीज़ हैगा ठीक है, मतलब मैं चाहती हूँ कि पता लगनी चाहिए। मतलब मैंने कुछ चीज़ें ना इस टाइम पे ऐसी फेस करी हैंगी कि मतलब मैनू लोग बोलते हैं कि मैं दादू अच्छा तू तो बड़ी झिल्लड़ जी हैगी, तू तो जमा भी दुख नहीं देख सकती हैगी। अच्छा हाँ, मतलब मैनू बोलते हैंगे, मतलब मैं थोड़ा भी काम करती हूँ या मैनू बोलते कि चलो हमारे साथ घूमने चलो, मतलब फैमिली में भी बोलते हैंगे, देखो जो बोलता उन्हें समझ में भी आ जाएगा, या आस पड़ोस के भी बोल देते हैं मेरे को बड़ी झिल्लड़ जी बहू है, जानती नहीं कहीं पर घूमती नहीं हैगी, या घर में भी बोलते हैंगे। तो मैनू मतलब लगता, मैंने कहा मेरे शरीर से पूछो ना, मतलब मैं झिल्लड़ हूँ कि मैंने कितना दुख देखा हुआ हैगा। तो मतलब काम के बारे में क्या देते थे, काम नहीं होता तेरे से, तो घर का काम भी नहीं होता तेरे से, तो अपना भी काम नहीं होता हैगा। तो मतलब मैं वो चीज़ वो करना चाहती हूँ कि मतलब मैंने अपनी लाइफ में जितना दुख देखा है, इंसान इतना दुख देख के तो डिप्रेशन में चला जाता हैगा, लेकिन फिर भी मतलब मैंने बहुत हिम्मत रखी हुई हैगी। तो जबकि मेरी बहन हैगी जो 3rd नंबर की सी, 3rd की भी नहीं 4th नंबर की है मेरी बहन, ओदी शादी मेरे से पहले हुई है। मेरा रिश्ता रुक जाता सी, मतलब रिश्ते बहुत देखते थे, सारे रिश्ते रुक जाते सी। अच्छा तो मेरी बहन मतलब उसकी फिर 4th नंबर की बहन थी, तो मम्मी ने बोला कि भाई को बोला कि ऐसा करते भाई शादी कर देते हैं, भाई किसी की तो कर देते हैं शादी, भाई जब इसकी नहीं हो रही है तो इतने हम रिश्ता देखते रहते हैं। रिश्तेदारों ने भी बहुत बोला मम्मी को कि छोटी की शादी कर रही हो, बड़ी तो फिर बिल्कुल नहीं होना रिश्ता। मम्मी कहने लगी मैं भाई मेरे 5 बच्चे ऐसे तो एक ही हो गई थी पहले ही,
मम्मी ने बोला मैं कब तक लेके बैठी रहूँगी भाई, किस किस को लेके बैठी रहूँगी, ते भाई मेरे से छोटा है ना। तो फिर मम्मी ने कहा चलो ठीक है मैं इसकी शादी कर देती हूँ, फिर देखते हैं इसका भी क्या बनता है। मतलब मेरे को लेके मम्मी बहुत टेंशन में है। मेरी मम्मी ने जैसे मुझे बचाया है ना, मेरे आस पड़ोस के लोग बोलते थे तेरे पास इतनी लड़कियां, 4 लड़कियां, जरूरी है इसे बचाना, ये नहीं हाँ जरूरी है इसे बचाना, तो इतने पैसे लाई जा रही, इतने में तो एक बच्चे की शादी हो जाएगी, तूने क्यों बचाया है इसको, ये बचती नहीं है। तो कहले मम्मी ने मेरी बहुत मेहनत करा, मतलब बिल्कुल डॉक्टर ने जवाब दे दिया सी, उस कंडीशन में मेरी मम्मी ने मुझे बचाया। तो लोग आसपास के आते थे मुझे देखने के लिए, आके मम्मी को बोल के जान दी ये नहीं बसती, एवं तू पैसे लाई जानी हैगी। तो मम्मी बोलती चलो कोई नहीं मैनू बोल दो, लेकिन ओदे मुँह पे ना बोलो। तो चलो मतलब मैं सुन भी लेंदी थी, दुख भी होंदा सी, पर मतलब ये नहीं होंदा सी, मम्मी को देख के लगता सी नहीं मैं ठीक हो जाऊँगी। तो मेरे भाई मतलब मेरा भाई भी छोटा है, चौथे नंबर की बहन की शादी करी, 1 साल हुआ सी, फिर मम्मी एक्सपायर हो गई। चलो मतलब बहुत दुख हुआ, मतलब ऐसा लगता सी कि अब क्या होगा। तो फिर चलो बहन की शादी हो गई थी, फिर मतलब एक चीज़ ये भी हुई कि चलो एक की तो शादी हो गई है कि भाई के ऊपर ज़्यादा टेंशन नहीं रहेगी। भाई के ऊपर मेरी टेंशन थी, ये नहीं है कि टेंशन नहीं थी भाई, उन्होंने लगता था, आस पड़ोस के लोग भी बोलते सी जान के फिर कुसुम की शादी नहीं कर रहे, मम्मी को गया भी 1 साल भी नहीं हुए थे, तो कुसुम की शादी नहीं कर रहे, तो कि आंटी करूँगा, रिश्ता कोई अच्छा मिल जाए फिर करूँगा। अच्छा तो ऐसे करते करते 3-4 साल बीत गए, 3 साल कम से कम बीत गए। किन्ने क रिश्ते मना कीते सी? रिश्ते मतलब यहाँ देख लो 2021 से मतलब रिश्ते देखने चालू करे सी, और समझ लो 2000 हाँ मतलब ये देख लो कम से कम बहुत ही रिश्ते, मतलब मैं गिन भी नहीं सकती हूँ, बहुत रिश्ते आते थे मतलब मुझे देखते थे ना तो हाँ कर देते थे, जब तो देख लेते सारी बात पक्की हो जाती थी हमारी कि मतलब प्रॉब्लम दस दो तो मना कर। हाँ मतलब मैंने पता क्या देखा है, एक तो इतने अच्छे पढ़े लिखे लड़के आते थे, खुद के इंस्टीट्यूट वगैरह होते थे उनके बहुत अच्छे लेवल पे, तो वो लड़को मतलब देख लिया हाँ जी बहुत अच्छे लड़के ठीक है, सब कुछ पसंद है हमें, बाद चो फिर पता की होंदा सी ਅਸੀਂ 10 ਦਿੰਦੇ ਸੀ ਤੇ बोलते थे अच्छा कोई नहीं बाद चो दस देंगे, फिर उनका फ़ोन नहीं आंदा सी कभी भी, तो सानू समझ में आ जाता सी। मैनू कदे मतलब कभी भी कोई आंदा सी देखने के लिए, तो मतलब मैनू ये होंदा सी वो तो मना ही करके ही जाएगा, मैनू कदे ये नहीं रहता थी कोई मुझे हाँ करेगा, मुझे ये नहीं रहता था कभी भी। इस चक्कर में देखो मैं मतलब बताती, मेरे लिए ऐसे भी रिश्तेदार बता देंगे सी, किसी का हाथ जला हुआ है, अच्छा तो किसी का हाथ जला हुआ है, कोई हाँ कोई मतलब रिक्शा चलाता है, या मतलब जिमें मतलब बहुत ज़्यादा हाइट में बिल्कुल छोटा सा है, मतलब ऐ करके रिश्ते बता देंगे सी जो साडा मैच भी नहीं, मेरा मतलब कहीं भी नहीं, मैं इतनी लंबी हूँ है ना, कोई इतना सा मतलब किमें होगा, तो ऐ बताते सी रिश्ते। तो मैं मतलब एक कोई बताया तो वो पूरा करंट से उसका हाथ पैर सब कुछ वो हो रखा सी, ऐदा रिश्ता बताया था, ऐदे से रिश्ते लाते सी मेरे लिए, तो वो भी ना करके चले जाते सी। अच्छा मैंने कदे नहीं मना करा सी, चाहे कोई भी आंदा सी ना मैं मना नहीं करती सी। मतलब मैनू उस टाइम पे ही होंदा सी ठीक है यार, ठीक है जैदा भी हैगा ना बस ठीक है, कोई नहीं भाई ये कर देंगे, भाई ये लोग कहाँ तक मुझे लेके बैठे रहेंगे, मतलब मैं उस टाइम पे हाँ कर देंदी सी कि ठीक है। जब मुझे वो भी मना करने लग गए ना, फिर मतलब मैंने सोचा यार मैं क्यों, मेरी क्या गलती है, मैंने कोई ये दसेगा मेरी क्या गलती हैगी। तो फिर ना मतलब चलो ये रिश्ते भी ठीक है। उसके बाद ना लोग ना मतलब जो हमारे रिश्तेदार थे या जिनको भी हम बोलते थे, वो शादीशुदा रिश्ते बताने लग गए, 2-2 3-3 बच्चों के बाप, 2-2 3-3 बच्चों के बाप। अच्छा कि उत्थों रिश्ते हैंगे पर वो 2-3 बच्चों का बाप है। मेरे को भी घर वाले बोलने लग गए कि उधर रिश्ता वो आएंगे देखने के लिए, तो मैनू तो रोना छूट जाता सी, नाले कोई 40 साल का है कोई 45 साल का है, ऐदा बताते सी। तो मैं कहती सी, मैं उनसे मैं अपने घर वाले से पूछी, मैंने कहा मैं क्यों हाँ करूँ, मुझे एक बात बताओगे, तब तो ये थे नहीं मेरी लाइफ में। मैंने कहा मैं क्यों हाँ करूँ, मतलब मेरी क्या गलती है, तुम ऐसा रिश्ता क्यों बताते हो कि मेरी क्या गलती है। अगर सर्जरी हुई है तो मैं क्या कर सकती हूँ इसमें, या किसी के बेटे की होती तो वो क्या करते, उसके लिए अदर रिश्ते लेके आंदे, 2-3 बच्चों की माँ ला देंगे। तो कहते फिर आही रिश्ता मिलूगा। मैंने कहा मैं करनी नहीं है, फिर मैंने कहा तुसी घर में बिठा लो, मैं क्या मैं घर में रह लूँगी। तो उन्होंने बोला मतलब फैमिली बोलती है घर में ऐसे कैसे चलेगा, घर में तो नहीं चल सकता हैगा, घर में थोड़ी ना रहती है लड़कियाँ।
मैं क्या ठीक है चलो ऐदा चलता रहा। फिर भी जो 2-3 ਬੱਚੋਂ की वो थे वो भी नहीं एक्सेप्ट करते सी। ਜਦੋਂ ਉਹਨੂੰ ਵੀ ਪਤਾ वो भी मना कर ਦਿੰਦੇ ਸੀ। ਉਹਨੇ ਜਦੋਂ ਪਤਾ ਲੱਗਦਾ ਸੀ ਨਾ कि ऐदा दी प्रॉब्लम, अच्छा वो भी चले जाते सी उठ के, ठीक है कोई नहीं बाद चो बताएंगे ऐदा। तो 1-2 रिश्ते ऐदा भी चले गए मेरे, ठीक है। मैंने कहा चलो कोई बात नहीं। उसके बाद ये आ गए मेरी लाइफ च, ये आए। फिर इन्होंने जब दो एक्सेप्ट किया, फिर मैं मतलब मेरी सिस्टर, दोनों सिस्टर ने सपोर्ट किया। उन्होंने देखा था कि यार इतना दुख देखा इसने, बाकी कोई समझने वाला भी नहीं हैगा। जब पापा ने भी हाथ खड़े कर दिए, भाई तो बिल्कुल सपोर्ट में नहीं था, जबकि भाई की शादी मैंने ही कराई, मेरे से छोटा था। मैंने कहा तू भाई मेरे चक्कर में कब तक बैठा रहेगा। मैंने डैडी को भी बोला। भाई का थोड़ा सा रुतबा थोड़ा अलग जा हो गया सी, पता नहीं वो क्या सोचता सी, मैनू नहीं पता। तो रुतबा वो पहले से ही थोड़ा जा अलग सा हो गया, ऐदा नहीं कहूँगी इनके आने से हुआ, वो पहले से ही हो गया सी। तो मैंने उन्होंने देख देख के लगने लग गए यार। मैंने कहा कल को भाभी आ जाएगी घर में, मैंने कहा इसका तो पहले से, मैंने कहा इधर तो गुजारा नहीं है अपना। मैंने कहा जब इधर भी मर मर के जीना हैगा, तो मैंने कहा नाले मैं अपने पापा के ऊपर बोझ हो जाऊँगी। कल को भाई ने हाथ खड़े कर दिया, मैं नहीं कमा नहीं खिला रहा। मैंने कहा पापा तो पहले से ही टूटे हुए होंगे मम्मी की वजह से। तो मैंने कहा 2 बेटियों को वो कैसे संभालेंगे। तो मैंने कहा कि फिर मैंने जब ये आ गए लाइफ में, इन्होंने जब सारी गल दसी, इन्होंने एक्सेप्ट किया, इन्होंने ये मिलने आए मेरे को, मेरी हिम्मत बढ़ गई। तो मैंने कहा हाँ मैं करूँगी भाई शादी, चाहे कुछ भी। मैंने कहा चाहे कोई अगेंस्ट खड़ा हो, चाहे कोई मेरा साथ दे या ना दे, मैनू नहीं पता। मेरी दोनों बहनों ने बोला कि नहीं हम बिल्कुल साथ देंगे, कि हम चाहते हैं कि जो मतलब तेनों खुशी हैगी ना वो तेनों मिलनी चाहिए। हाँ मतलब बहुत दुख देखा हैगा। तो हले तक मैं सच्ची बताऊँ, मेरी जो चौथे नंबर की बहन है, जब उन्होंने मतलब उन्होंने पता है बच्चे के बारे में, वो यहाँ तक भी उसने बोला कि तू टेंशन मत ले, बच्चा तेनू मैं दूंगी। अच्छा। हाँ वो बोल दिया कि मैं अपना बच्चा को दे दूँगी, मैं दे दूंगी तेनू बच्चा, तू बच्चे की टेंशन नहीं ले। उसके पास एक ही लड़की है, तो बोल दी या तो तू अगर इसे ले जाना चाहती इसे ले जा, पर वो बड्डी है, वो नहीं रह सकती है, थोड़ी मतलब 6-7 साल के समझदार है। तो कहने लगे अगर तुझे इसे रखना है, तेरा मन नहीं लगता तो इसे रख ले, लेकिन मैं तेनू करके दूंगी बच्चा। इन्हें भी बोल दिया कि जीजू आप टेंशन ना लो, हम देंगे तुम्हें बच्चा। तो उनके हस्बैंड भी बोलते हैं कि उन्होंने बोलो कि मतलब कोई डॉक्टर के पास ना जाए, कहीं पैसे ना खर्च करें, असी बच्चा करके देंगे उन्हें। तो सानू बहुत खुशी होती है कि चलो भाई ये लोग सपोर्ट में खड़े होंगे। ਅੱਛਾ ਵੀਰੇ, ਤੁਸੀਂ ਸਰਦਾਰ ਹੈ ਨਾ ਇੱਕ ਪੰਜਾਬ ਤੋਂ, ਇਹ ਦਿੱਲੀ ਤੋਂ ਹਿੰਦੂ, ਤੇ ਫਿਰ ਇਹਨਾਂ ਦੇ ਪਰਿਵਾਰ ਵਾਲੇ ਮੰਨ ਗਏ, ਤੁਹਾਡੇ ਪਰਿਵਾਰ ਵਾਲੇ ਮੰਨ ਗਏ? ਦੇਖੋ ਮੇਰੀ ਫੈਮਿਲੀ ਨੇ ਤਾਂ ਮੈਨੂੰ ਕਿਹਾ ਹੀ ਸੀਗਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡੀ ਮੈਰਿਜ ਤੋਂ। ਮੇਰੇ ਫਾਦਰ ਸਾਹਿਬ ਨੇ ਕਿਹਾ ਸੀ ਵੀ ਬੇਟੇ ਤੁਸੀਂ ਖੁਸ਼ ਚਾਹੀਦੇ ਹੋ ਸਾਨੂੰ, ਤੁਹਾਡੀ ਖੁਸ਼ੀ 'ਚ ਹੀ ਸਾਡੀ ਖੁਸ਼ੀ ਹੈ। ਵੀ ਅਸੀਂ ਤਾਂ ਕਿਤੇ ਵੀ ਕਰਨੀ ਹੈ ਮੈਰਿਜ, ਅੱਜ ਨਹੀਂ ਤਾਂ ਅਸੀਂ ਕੱਲ੍ਹ ਨੂੰ ਕਰਨੀ ਹੈ। ਕੋਈ ਰਿਸ਼ਤਾ ਆਊਗਾ ਉੱਥੇ ਵੀ ਕਰਨੀ ਹੈਗੀ। ਵੀ ਜੇ ਤੈਨੂੰ ਕੁੜੀ ਸਹੀ ਲੱਗਦੀ ਹੈ, ਤੇਰੇ ਨਾਲ ਨਿਭਾਉਣ ਵਾਲੀ ਹੈਗੀ ਹੈ, ਤੈਨੂੰ ਸਹੀ ਲੱਗਦੀ ਹੈ, ਕੋਈ ਦਿੱਕਤ ਨਹੀਂ, ਤੂੰ ਆਪਦੀ ਮੈਰਿਜ ਕਰਾ ਉੱਥੇ, ਅਸੀਂ ਤੇਰੇ ਨਾਲ ਆ। ਮਤਲਬ ਮੇਰੇ ਫਾਦਰ ਸਾਹਿਬ ਦੀ ਗੱਲ ਮੈਂ ਇਹਨਾਂ ਦੇ ਫਾਦਰ ਸਾਹਿਬ ਨਾਲ ਕਰਾਈ। ਇਹਨਾਂ ਦੇ ਫਾਦਰ ਸਾਹਿਬ ਪਹਿਲੇ ਕਹਿੰਦੇ ਕੋਈ ਦਿੱਕਤ ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਉਹਨਾਂ ਨੇ ਹਾਂ ਕਰਤੀ। ਇਹਨਾਂ ਦੇ ਬ੍ਰਦਰ ਦੀ ਮੈਰਿਜ ਆ ਗਈ, ਬ੍ਰਦਰ ਦੀ ਮੈਰਿਜ 'ਤੇ ਕੁਝ ਕੁ ਰਿਸ਼ਤੇਦਾਰ ਆਏ, ਉਹਨਾਂ ਨੇ ਮਤਲਬ ਇਹਨਾਂ ਦੇ ਬ੍ਰਦਰ ਨੇ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਦੱਸਿਆ ਵੀ ਇੱਦਾਂ ਕਰਕੇ ਗੱਲ ਹੈ, ਵੀ ਇਹ ਕਿਤੇ ਅਦਰ ਕਾਸਟ ਮੈਰਿਜ ਕਰਾਉਣਾ ਚਾਹੁੰਦੀ ਹੈ, ਪੰਜਾਬ ਦਾ ਮੁੰਡਾ ਹੈਗਾ। ਅਤੇ ਇਹਨਾਂ ਦੇ ਫਾਦਰ ਸਾਹਿਬ ਨੇ ਮਨਾ ਕਰਤਾ ਗਾ, ਮਤਲਬ ਜੋ ਰਿਸ਼ਤੇਦਾਰਾਂ ਨੇ ਕਹਿਤਾ ਉਹ ਮਤਲਬ ਮਾਈਂਡ ਵਾਸ਼ ਕਰਤਾ ਇੱਕ ਤਰ੍ਹਾਂ ਦਾ ਕਹਿ ਦਿੰਦੇ ਆਪਾਂ। ਉਹ ਵੀ ਕਹਿਣ ਲੱਗੇ ਵੀ ਨਹੀਂ ਅਸੀਂ ਨਹੀਂ ਕਰ ਸਕਦੇ ਭਾਈ ਅਦਰ ਕਾਸਟ ਮੈਰਿਜ। ਇਹਨਾਂ ਨੇ ਮੈਨੂੰ ਦੱਸਿਆ ਵੀ ਇੱਦਾਂ ਕਰਕੇ ਗੱਲਬਾਤ ਹੋ ਗਈ, ਵੀ ਡੈਡੀ ਨੇ ਮਨਾ ਕਰਤਾ ਗਾ ਸ਼ਾਦੀ ਕਰਨ ਨੂੰ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਕਿਹਾ ਮੈਂ ਘਰੇ ਗੱਲ ਕਰ ਦਾਂਗਾ ਆਪਣੀ। ਅਤੇ ਮੈਂ ਕਿਹਾ ਪਹਿਲਾਂ ਤੁਸੀਂ ਦੱਸੋ ਵੀ ਤੁਹਾਡਾ ਫੈਸਲਾ ਕੀ ਹੈ। ਵੀ ਚਲੋ ਫੈਮਿਲੀ ਨੇ ਮਨਾ ਕਰਤਾ ਤੁਸੀਂ ਦੱਸੋ ਵੀ ਤੁਹਾਡਾ ਫੈਸਲਾ ਕੀ ਹੈ, ਤੁਸੀਂ ਕਿੱਦਾਂ ਕਰਨਾ ਚਾਹੁੰਦੇ ਹੋ। ਇਹ ਕਹਿੰਦੇ ਵੀ ਜਿਵੇਂ ਤੁਸੀਂ ਕਹੋਗੇ, ਵੀ ਮੈਂ ਤੁਹਾਨੂੰ ਮੈਰਿਜ ਲਈ ਕਿਹਾ ਤਾਂ ਮੈਂ ਹੁਣ ਕਰਾਊਂਗੀ, ਚਾਹੇ ਮੈਨੂੰ ਉਹਨਾਂ ਦੇ ਅੰਗੇਜ ਜਾ ਕੇ ਕਰਾਉਣੀ ਪਵੇ, ਮੈਨੂੰ ਕੋਰਟ ਮੈਰਿਜ ਕਰਾਉਣੀ ਪਵੇ, ਵੀ ਕਰਾਉਣੀ ਪਵੇ, ਮੈਂ ਕਰਾਊਂਗੀ। ਮੈਂ ਕਿਹਾ ਚਲੋ ਕੋਈ ਨਹੀਂ ਤੁਸੀਂ ਨਾਲ ਹੋ। ਫਿਰ ਮੇਰਾ ਹੌਸਲਾ ਵੱਧ ਗਿਆ। ਮੈਂ ਘਰੇ ਗੱਲ ਕੀਤੀ, ਡੈਡੀ ਨਾਲ ਗੱਲ ਕੀਤੀ, ਮੰਮੀ ਨਾਲ ਗੱਲ ਕੀਤੀ। ਮੈਂ ਕਿਹਾ ਵੀ ਇੱਦਾਂ ਕਰਕੇ ਉਹਨਾਂ ਦੀ ਫੈਮਿਲੀ ਮਨਾ ਕਰ ਰਹੀ ਹੈ। ਮਤਲਬ ਕੁਛ ਕੁ ਟਾਈਮ ਮੈਂ ਘਰੇ ਦੱਸਿਆ ਨਹੀਂ, ਮੇਰੇ ਫਾਦਰ ਸਾਹਿਬ ਪੁੱਛਣ ਲੱਗ ਗਏ ਮੈਨੂੰ। ਜਿਵੇਂ ਜਿਵੇਂ ਟਾਈਮ ਲੰਘੀ ਗਿਆ ਮੈਨੂੰ ਕਹਿੰਦੇ ਵੀ ਉਹਨਾਂ ਦਾ ਫੋਨ ਨਹੀਂ ਆਇਆ ਹੈਗਾ, ਵੀ ਕੁੜੀ ਵਾਲਿਆਂ ਦਾ ਫੋਨ ਨਹੀਂ ਆਇਆ, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਦੱਸਿਆ ਕੁਛ ਮਿਲਣਾ ਕਿਵੇਂ ਗੱਲਬਾਤ ਆ, ਵੀ ਕੀ ਸਲਾਹ ਹੈ ਉਹਨਾਂ ਦੀ। ਮੈਂ ਕਿਹਾ ਡੈਡੀ ਇੱਦਾਂ ਕਰਕੇ ਐਂ ਗੱਲਬਾਤ ਆ, ਵੀ ਉਹ ਤਾਂ ਮਨਾ ਕਰਦੇ ਨੇ। ਮੈਂ ਕਿਹਾ ਉਹ ਪਿੱਛੇ ਹਟ ਗਏ। ਡੈਡੀ ਕਹਿੰਦੇ ਤੂੰ ਦੱਸਿਆ ਤਾਂ ਹੈ ਨਹੀਂ ਮੈਨੂੰ। ਅਤੇ ਮੈਂ ਕਿਹਾ ਬਸ ਤੁਹਾਨੂੰ ਮੈਂ ਗੱਲ ਕਰਨੀ ਸੀਗੀ। ਮੈਂ ਕਿਹਾ ਹਿੰਮਤ ਜੀ ਨਹੀਂ ਹੋ ਰਹੀ ਸੀ, ਮੈਂ ਕਿਵੇਂ ਗੱਲ ਕਰਾਂ। ਮੈਂ ਕਿਹਾ ਕਿਉਂਕਿ ਹੁਣ ਜਦੋਂ ਉਹ ਮਨਾ ਕਰ ਰਹੇ ਨੇ ਤੁਸੀਂ ਕੀ ਕਹੋਗੇ। ਮੈਂ ਕਿਹਾ ਤੁਸੀਂ ਤਾਂ ਹੀ ਕਰ ਸਕੋਗੇ ਨਾ ਜਦੋਂ ਉਹਨਾਂ ਦੀ ਫੈਮਿਲੀ ਹਾਂ ਕਰੂਗੀ। ਡੈਡੀ ਕਹਿੰਦੇ ਜ਼ਰੂਰੀ ਨਹੀਂ ਹੈਗਾ ਵੀ ਜੇ ਉਹਨਾਂ ਦੀ ਫੈਮਿਲੀ ਮਨਾ ਹਾਂ ਕਰੂਗੀ ਤਾਂ ਅਸੀਂ ਤੇਰੇ ਨਾਲ ਤਾਂ ਹੀ ਖੜੇ ਆਂਗੇ, ਅਸੀਂ ਤੇਰੇ ਨਾਲ ਖੜੇ ਹੀ ਆਂਗੇ। ਜੇ ਉਹਨਾਂ ਦੀ ਫੈਮਿਲੀ ਨਹੀਂ ਮਨਾ ਕਰਦੀ, ਜੇ ਤੁਸੀਂ ਆਪਦਾ ਦੋਨੇ ਕੋਰਟ ਮੈਰਿਜ ਵਗੈਰਾ ਕਰਾਉਣਾ ਚਾਹੁੰਦੇ ਹੋ, ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਕਰਾ ਲਓ, ਸਾਨੂੰ ਕੋਈ ਦਿੱਕਤ ਨਹੀਂ, ਕੁੜੀ ਸਹੀ ਹੋਣੀ ਚਾਹੀਦੀ। ਡੈਡੀ ਕਹਿੰਦੇ। ਮੈਂ ਕਿਹਾ ਡੈਡੀ ਕੁੜੀ ਦੀ ਗਰੰਟੀ ਮੈਂ ਲੈਂਦਾ ਹੈਗਾ, ਜੇ ਕੱਲ੍ਹ ਨੂੰ ਕੋਈ ਵੀ ਦਿੱਕਤ ਆਉਂਦੀ ਤੁਸੀਂ ਮੈਨੂੰ ਕਹਿਓ। ਮੈਂ ਕਿਹਾ ਮੈਂ ਉਹਨਾਂ ਨਾਲ ਗੱਲਬਾਤ ਕਰਦਾ, ਮੈਂ ਇੰਨਾ ਟਾਈਮ ਹੋ ਗਿਆ ਗੱਲ ਕਰਦੇ, ਮੈਨੂੰ ਪਤਾ ਹੈਗਾ ਵੀ ਉਹਦਾ ਕਿੱਦਾਂ ਦਾ ਨੇਚਰ ਹੈ ਜਾਂ ਕਿੱਦਾਂ ਦੀ ਗੱਲਬਾਤ ਆ। ਡੈਡੀ ਕਹਿੰਦੇ ਚਲੋ ਕੋਈ ਗੱਲ ਨਹੀਂ, ਵੀ ਤੈਨੂੰ ਜਿੱਦਾਂ ਸਹੀ ਲੱਗਦਾ ਤੂੰ ਉੱਦਾਂ ਕਰ ਲੈ।
ਫਿਰ ਅਸੀਂ ਦੋਨਾਂ ਨੇ ਸਲਾਹ ਬਣਾਈ ਵੀ ਕਿੱਦਾਂ ਮਿਲਣਾ ਗਾ, ਕਿੱਦਾਂ ਗੱਲ ਕਰਨੀ ਹੈ। ਮੈਂ ਵਕੀਲ ਨਾਲ ਗੱਲ ਕਰ ਰੱਖੀ ਸੀਗੀ ਪਹਿਲਾਂ ਹੀ ਫੋਨ ਦੇ ਉੱਤੇ, ਵਕੀਲ ਮੇਰੇ ਜਾਣ ਪਛਾਣ ਦੇ ਮੁੰਡੇ ਨਾਲ ਮਤਲਬ ਫਰੈਂਡ ਸੀਗਾ ਅੱਗੇ। ਉਹ ਕਹਿੰਦੇ ਤੁਸੀਂ ਇੱਦਾਂ ਕਰਕੇ ਚੰਡੀਗੜ੍ਹ ਪਹੁੰਚ ਜਿਓ, ਬਸ ਕੁੜੀ ਨੂੰ ਨਾਲ ਲਿਆਇਓ, ਆਪਣੇ ਜੋ ਸਰਟੀਫਿਕੇਟ ਵਗੈਰਾ ਲੈ ਆਇਓ, ਕੋਈ ਦਿੱਕਤ ਨਹੀਂ, ਅਸੀਂ ਤੁਹਾਨੂੰ ਕਰਵਾ ਦਾਂਗੇ। ਚਲੋ ਮੈਂ ਇਹਨਾਂ ਨੂੰ ਕਿਹਾ ਵੀ ਇੱਦਾਂ ਤੁਸੀਂ ਆ ਸਕਦੇ ਹੋ ਘਰੇ, ਇਹਨਾਂ ਦੀ ਸਿਸਟਰ ਨੂੰ ਕਿਹਾ ਵੀ ਤੁਸੀਂ ਲਿਆ ਸਕਦੇ ਹੋ, ਸਪੋਰਟ ਕਰ ਸਕਦੇ ਹੋ। ਉਹ ਕਹਿੰਦੇ ਅਸੀਂ ਸਪੋਰਟ 'ਚ ਹਾਂ ਤੁਹਾਡੇ ਨਾਲ, ਮਤਲਬ ਸਾਨੂੰ ਕੋਈ ਪ੍ਰੋਬਲਮ ਨਹੀਂ, ਜੋ ਤੁਸੀਂ ਸਹੀ ਹੋਗੇ। ਸਾਡੀ ਫੈਮਿਲੀ ਚਲੋ ਨਹੀਂ ਸਮਝ ਰਹੀ, ਅਸੀਂ ਤਾਂ ਸਮਝ ਸਕਦੇ ਹੈਗੇ, ਠੀਕ ਹੈ ਨਾ। ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ। ਮੈਂ ਇਹਨਾਂ ਦੇ ਮਤਲਬ ਅਸੀਂ ਟਾਈਮ ਰੱਖਿਆ ਵੀ 24 ਤਰੀਕ ਦਾ ਅਸੀਂ ਟਾਈਮ ਰੱਖਿਆ ਵੀ 24 ਸਤੰਬਰ ਦਾ ਦਿਨ ਸੀਗਾ। ਮੈਂ 24 ਸਤੰਬਰ ਨੂੰ ਮਤਲਬ ਦਿੱਲੀ ਗਿਆ ਤੇ 24 ਸਤੰਬਰ ਦੀ ਰਾਤ ਨੂੰ ਮਤਲਬ ਟ੍ਰੇਨ 'ਤੇ ਗਿਆ, ਸਵੇਰ ਦਿੱਲੀ ਪਹੁੰਚ ਗਿਆ 7:30 ਵਜੇ। ਉੱਥੇ ਇਹਨਾਂ ਦੀ ਮਤਲਬ ਜਿਹੜੇ ਸਿਸਟਰ ਨੇ ਇਹਨਾਂ ਨੂੰ ਲੈ ਕੇ ਆਏ ਘਰੋਂ, ਨਾਲ ਇਹਨਾਂ ਦੇ ਜੀਜਾ ਜੀ ਸੀਗੇ, ਨਾਲ ਇਹਨਾਂ ਦੇ ਸਿਸਟਰ ਹੈਗੇ ਜਿਹੜੇ ਮੈਰਿਡ ਨੇਗੇ ਉਹ ਸੀਗੇ, ਠੀਕ ਹੈ, ਛੋਟੀ ਸਿਸਟਰ ਸੀਗੇ। ਮਤਲਬ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ, ਕਹਿੰਦੇ ਅਸੀਂ ਤੇਰੇ 'ਤੇ ਬਹੁਤ ਵੱਡਾ ਵਿਸ਼ਵਾਸ ਕਰਕੇ ਕੁੜੀ ਨੂੰ ਭੇਜ ਰਹੇ ਹਾਂ, ਕਦੇ ਮਿਲੇ ਨਹੀਂ, ਕਰੇ ਕੋਈ ਗੱਲਬਾਤ ਨਹੀਂ, ਸਾਨੂੰ ਨਹੀਂ ਪਤਾ ਹੈ ਨਾ ਕੀ ਗੱਲਬਾਤ ਹੈ, ਵੀ ਜੇ ਸਾਥ ਦੇ ਰਹੇ ਹਾਂ ਤਾਂ ਲਾਸਟ ਤੱਕ ਦੇਈ, ਪਿੱਛੇ ਨਾ ਹਟੀ। ਮੈਂ ਕਿਹਾ ਜੀ ਤੁਸੀਂ ਟੈਨਸ਼ਨ ਨਾ ਲਓ, ਜਦੋਂ ਮੈਂ ਇੱਥੇ ਤੱਕ ਆਇਆ ਇਹਨੂੰ ਲੈਣ ਤਾਂ ਅੱਗੇ ਵੀ ਨਿਭਾਊਂਗਾ, ਕਦੇ ਇਹਦਾ ਸਾਥ ਨਹੀਂ ਛੱਡਦਾ, ਹੱਥ ਨਹੀਂ ਛੱਡਦਾ ਇਹਦਾ, ਜਿੱਦਾਂ ਮਰਜ਼ੀ ਪ੍ਰੋਬਲਮ ਆ ਜਾਏ ਲਾਈਫ ਦੇ ਵਿੱਚ। ਕਹਿੰਦੇ ਕੋਈ ਗੱਲ ਨਹੀਂ। ਉੱਥੋਂ ਅਸੀਂ ਬੱਸ 'ਤੇ ਬਹਿ ਕੇ ਦੋਨੇ ਚੰਡੀਗੜ੍ਹ ਪਹੁੰਚੇ, ਵਕੀਲ ਨਾਲ ਗੱਲਬਾਤ ਕੀਤੀ। ਵਕੀਲ ਨੇ ਮਤਲਬ ਸਾਡੀ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਕਰਾਏ ਤੇ ਦੂਸਰੇ ਦਿਨ ਕੋਰਟ ਦੇ ਵਿੱਚ ਸਾਡੀ ਸਾਰੀ ਮਤਲਬ ਕੋਰਟ ਦੇ ਵਿੱਚ ਜਿਹੜਾ ਪ੍ਰੋਸੈਸ ਹੁੰਦਾ ਸਾਰਾ ਕਰਵਾ ਕੇ ਵਕੀਲ ਕਹਿੰਦਾ ਵੀ ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ, ਮਤਲਬ ਮੈਰਿਜ ਦਾ ਕੰਮ ਓਕੇ ਆ, ਤੁਸੀਂ ਇਹਦਾ ਜਿੱਥੇ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ, ਇੱਥੇ ਰਹਿਣਾ ਇੱਥੇ ਰਹਿ ਸਕਦੇ ਹੋ, ਰੂਮ ਵਗੈਰਾ ਲੈ ਕੇ। ਅਸੀਂ ਦੋਨਾਂ ਨੇ ਮਤਲਬ ਫਿਰ ਸੋਚਿਆ ਵੀ ਆਪਾਂ ਜੇ ਜਾਣਾ ਗਾ ਤਾਂ ਕਿਤੇ ਵਧੀਆ ਜਗ੍ਹਾ ਚੱਲਦੇ ਹਾਂ। ਅਸੀਂ ਗੋਲਡਨ ਟੈਂਪਲ ਗਏ, ਦਰਬਾਰ ਸਾਹਿਬ ਮੱਥਾ ਟੇਕਿਆ, ਉੱਥੇ ਦੋਨਾਂ ਨੇ ਅਸੀਂ 2 ਦਿਨ ਰਹੇ ਉੱਥੇ, ਵਧੀਆ ਘੁੰਮੇ ਫਿਰੇ, ਇੰਜੋਏ ਕੀਤਾ। ਅਸੀਂ ਉਹ ਦੁਬਾਰਾ ਆਪਦੇ ਘਰੇ ਆ ਗਏ। ਮਤਲਬ ਫੈਮਿਲੀ ਨੇ ਜਦੋਂ ਘਰੇ ਗਏ ਮਤਲਬ ਵਧੀਆ ਸਾਡੇ ਵਾਸਤੇ ਗੱਡੀ ਵਗੈਰਾ ਕਰਾ ਕੇ ਸਾਨੂੰ ਉੱਥੋਂ ਰਾਸਤੇ 'ਚੋਂ ਪਿਕ ਕਰਕੇ ਘਰੇ ਲੈ ਕੇ ਆ, ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਵੀ ਇੱਦਾਂ ਕਰਕੇ ਵੀ ਮੁੰਡੇ ਨੇ ਆਪਣੇ ਨੇ ਕੋਰਟ ਮੈਰਿਜ ਕਰਾਈ ਹੈਗੀ, ਵੀ ਤੁਸੀਂ ਇੱਕ ਵਾਰੀ ਘਰੇ ਆ ਜਾਓ। ਸਾਰਿਆਂ ਨੇ ਮਤਲਬ ਛੋਟਾ ਜਿਹਾ ਪ੍ਰੋਗਰਾਮ ਜਿਹਾ ਕਰ ਲਿਆ ਗਾ ਉਹਨਾਂ ਨੇ, ਮਤਲਬ ਵਧੀਆ ਵੈਲਕਮ ਕੀਤਾ ਸਾਡੇ ਘਰੇ ਬੁਲਾ ਕੇ। ਮਤਲਬ ਇਹਨਾਂ ਦੇ ਪਰਿਵਾਰ ਨੂੰ ਜਦੋਂ ਤੁਸੀਂ ਵਿਆਹ ਕਰਾਉਂਦੇ ਉਦੋਂ ਪਤਾ ਹੁੰਦਾ ਹੈ ਵੀ ਤੁਸੀਂ ਵਿਆਹ ਕਰਾ ਰਹੇ ਹੋ? ਨਹੀਂ, ਇਹਨਾਂ ਦੀ ਫੈਮਿਲੀ ਨੂੰ ਪਤਾ ਨਹੀਂ ਸੀਗਾ ਜੀ। ਜਦੋਂ ਇਹ ਤੁਸੀਂ ਕੋਰਟ ਮੈਰਿਜ ਕਰਵਾਉਂਦੇ ਇਹਨਾਂ ਦੇ ਪਰਿਵਾਰ ਨੂੰ ਨਹੀਂ ਪਤਾ ਹੁੰਦਾ? ਇਹਨਾਂ ਦੀ ਸਿਸਟਰ ਨੂੰ ਪਤਾ ਸੀਗਾ, ਇਹਨਾਂ ਦੀ ਫੈਮਿਲੀ ਨੂੰ ਕਿਸੇ ਨੂੰ ਨਹੀਂ ਪਤਾ ਸੀ, ਇਹਨਾਂ ਦੇ ਬ੍ਰਦਰ ਨੂੰ ਨਹੀਂ ਪਤਾ, ਇਹਨਾਂ ਦੇ ਫਾਦਰ ਸਾਹਿਬ ਨੂੰ ਕਿਸੇ ਨੂੰ ਨਹੀਂ ਪਤਾ ਸੀਗਾ, ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਨੇ ਆ ਨਹੀਂ ਦੇਣਾ ਸੀਗਾ। ਕਿਉਂਕਿ ਜਦੋਂ ਉਹ ਖਿਲਾਫ ਹੀ ਸੀ ਸਾਡੀ ਮੈਰਿਜ ਦੇ, ਜੋ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਨੇ ਘਰੋਂ ਨਹੀਂ ਨਿਕਲਣ ਦੇਣਾ ਸੀ ਇਹਨਾਂ ਨੂੰ। ਇਹਨਾਂ ਨੇ ਝੂਠ ਬੋਲਿਆ ਗਿਆ ਵੀ ਅਸੀਂ ਕਿਸੇ ਬਿਊਟੀ ਪਾਰਲਰ ਜਾਣਾ ਗਾ ਕੰਮ ਹੈ ਨਾ, ਤੇ ਉਹ ਘਰੇ ਬੋਲ ਕੇ ਆ ਗਏ ਝੂਠ। ਉਹ ਦੁਬਾਰਾ ਅਸੀਂ ਦੋਨੇ ਨਹੀਂ ਆ ਗਏ। ਇਹਨਾਂ ਦੀ ਮਤਲਬ ਸਿਸਟਰ ਨੂੰ ਜ਼ਰੂਰ ਪਤਾ ਸੀਗਾ, ਅਸੀਂ ਫੋਨ ਵਗੈਰਾ ਇਹਨਾਂ ਦਾ ਬੰਦ ਕਰਤਾ ਸੀਗਾ। ਮਤਲਬ ਜਦੋਂ 1-2 ਦਿਨ ਨਿਕਲੇ ਇਹਨਾਂ ਦੀ ਸਿਸਟਰ ਨੂੰ ਪੁੱਛਣ ਲੱਗ ਗਏ ਇਹਨਾਂ ਦੇ ਘਰ ਦੇ ਵੀ ਉਹ ਕਿੱਥੇ ਗਈ ਹੈਗੀ, ਵੀ ਕਿੱਥੇ, ਉਹਦਾ ਫੋਨ ਵੀ ਨਹੀਂ ਲੱਗ ਰਿਹਾ। ਫਿਰ ਇਹਨਾਂ ਦੀ ਸਿਸਟਰ ਨੇ ਮਤਲਬ ਘਰੇ ਸਿੱਧਾ ਸਾਫ਼ ਕਹਿਤਾ ਬ੍ਰਦਰ ਨੂੰ ਇਹਨਾਂ ਦੇ ਤੇ ਇਹਨਾਂ ਫਾਦਰ ਸਾਹਿਬ ਨੂੰ ਵੀ ਜਿੱਥੇ ਉਹਨੂੰ ਜਾਣਾ ਚਾਹੀਦਾ ਪਹੁੰਚ ਗਈ, ਜਿਹੀ ਜਗ੍ਹਾ ਪਹੁੰਚ ਗਈ, ਮਤਲਬ ਵੀ ਹੁਣ ਖੁਸ਼ ਹੈ ਜਿੱਥੇ ਵੀ ਗਈ ਹੈਗੀ। ਮਤਲਬ ਇੰਨਾ ਵਿਸ਼ਵਾਸ ਉਹਨਾਂ ਨੂੰ ਸੀਗਾ ਇਹਨਾਂ ਦੀ ਸਿਸਟਰ ਨੂੰ ਮੇਰੇ ਉੱਤੇ, ਤੇ ਉਹ ਤਾਂ ਹੁਣ ਵੀ ਬਹੁਤ ਕਰਦੀਆਂ ਨੇ, ਕਿਉਂਕਿ ਮੈਂ ਸ਼ੁਰੂ ਤੋਂ ਇਹਨਾਂ ਦੀ ਸਪੋਰਟ ਦੇ ਵਿੱਚ ਹਾਂ। ਕੋਈ ਵੀ ਦੁੱਖ ਤਕਲੀਫ ਮੈਂ ਨਾਲ ਖੜਦਾ ਇਹਨਾਂ ਦੇ ਹਮੇਸ਼ਾ। ਮਤਲਬ ਕਹਿੰਦਾ ਵਾਹਿਗੁਰੂ ਬਾਬਾ ਸਾਨੂੰ ਹਮੇਸ਼ਾ ਖੁਸ਼ ਰੱਖੇ ਜਿੱਥੇ ਵੀ ਅਸੀਂ ਰਹੀਏ। ਮਤਲਬ ਵਧੀਆ ਚੱਲ ਰਹੀ ਹੈ ਲਾਈਫ ਸਾਡੀ ਹੁਣ। ਕਿੱਥੇ ਇੱਕ ਤੁਹਾਨੂੰ ਰਿਸ਼ਤੇ ਹੈ ਨਾ ਇੱਦਾਂ ਦੇ ਆਉਣ ਲੱਗ ਗਏ ਸੀਗੇ, ਜਾਂ ਕਿਸੇ ਦਾ ਹੱਥ ਨਹੀਂ ਹੈ ਪੈਰ ਨਹੀਂ ਹੈ ਹੈ ਨਾ, ਤੇ ਕਿਸੇ ਦੇ ਜਿਹਨਾਂ ਦੇ 3 ਬੱਚੇ ਉਹਨਾਂ ਦੇ ਰਿਸ਼ਤੇ ਆਉਣ ਲੱਗ ਜਾਂਦੇ। ਫਿਰ ਤੁਹਾਨੂੰ ਇੱਕ ਇੰਨਾ ਵਧੀਆ ਰਿਸ਼ਤਾ ਇੱਥੋਂ ਆਉਂਦਾ ਹੈ ਪੰਜਾਬ ਤੋਂ, ਮੁੰਡਾ ਤੁਹਾਨੂੰ ਹੈ ਨਾ ਆਪ ਕਹਿੰਦਾ ਵੀ ਮੈਂ ਜਿੱਥੇ ਤੇਰਾ ਕੋਈ ਨਹੀਂ ਖੜਿਆ ਤੇਰੇ ਨਾਲ ਮੈਂ ਖੜੂੰਗਾ, ਫਿਰ ਵੀ ਪਰਿਵਾਰ ਵਾਲੇ ਨਹੀਂ ਮੰਨਦੇ? नहीं फिर भी नहीं मानते। नाले डैडी तो इसलिए नहीं मानने थे कि मैं झूठ नहीं बोलना, मतलब ये 2-3 चीज़ें जो झूठ बोलनी थी, एक उम्र छुपाना सी, एक सर्जरी का नहीं बताना सी, ते हाँ एक मतलब हाँ मतलब 2-3 चीज़ें नहीं बतानी सी। तो डैडी ऐसे कि भाई मैं देखो बाद में वो मैनू ही सवाल पूछेंगे, मैं कितने भाई एक ना एक दिन तो बात खुलूगी, कह रहे मेरे फिर भी रिश्ता तो ख़राब होना ही है। तो डैडी कह रहे देखो मैं झूठ में साथ नहीं दूंगा, जे सच में देना है तो मैं फिर भी थोड़ा बहुत सपोर्ट में खड़ा हूँ, तो भाई वो उसकी गारंटी मैं नहीं लूँगा अपने बेटे। ब्याह ਲਈ ਰਾਜੀ ਸੀ, ਬਸ ਝੂਠ ਨਹੀਂ ਸੀ ਕਹਿੰਦੇ ਬੋਲਣਾ। हाँ पापा ब्याह के लिए राजी, भाई नहीं सी मेरा ब्याह के लिए राजी नहीं सी। ते लेकिन डैडी मेरी बात मान गए सी कि हाँ मैं ठीक है। उन्होंने थोड़ा बहुत सोचा होगा मेरे बारे, नाले मेरी सिस्टर ने समझाया सी, दोनों सिस्टर ने, कि पापा तुसी जिद क्यों कर रहे हो, नाले वद्दा भी जिंदगी खराब हो रही, जब वो नहीं करना चाहती 2-3 बच्चों की, जब वो नहीं अपनी लाइफ वो करना चाहती है तो तुसी करन दो उसे। तो फिर पापा ने कहा चल ठीक है, मैं मतलब बस आही बात करके मैं थोड़ा सा बात मान सकता हूँ। तो जब ये वाली बात है कि मैंने कहा पापा 2-3 बातें छुपानी है, तो मैंने कहा ये लड़के ने भी बोली है ये बात छुपाने के लिए कि जब मैरिज हो जाएगी हम अपने आप संभालेंगे। पापा कह रहे फिर मैं साथ नहीं दूंगा, मैं इस झूठ में तो साथ नहीं दूंगा बिल्कुल भी। कल को वो लोग भाई मेरे को बोलेंगे भाई तुझसे क्यों बोले मेरे बेटे की ज़िंदगी ख़राब हुई हैगी, तो उससे अपने आप निपटो,
ਤੇ ਡੈਡੀ ਕਹਿ ਰਹੇ ਨਹੀਂ रहने दो आराम से घर बैठो देखे जाएगा ਜਦੋਂ ਰਿਸ਼ਤਾ ਆਏਗਾ ਹੋ ਜਾਊਗਾ। ਜਦੋਂ ਵਿਆਹ ਹੋ ਜਾਂਦਾ ਤੁਹਾਡਾ, ਤੁਸੀਂ ਇੱਧਰ ਆ ਜਾਂਦੇ ਹੋ ਨਾ, ਘਰਦਿਆਂ ਨੂੰ ਪਤਾ ਲੱਗਦਾ, ਫਿਰ ਉਹ ਕਿਵੇਂ ਰਿਐਕਟ ਕਰਦੇ ਨੇ? बस डैडी मतलब डैडी गुस्से हो गए कि मतलब क्यों कितना है या मतलब क्यों क्या। भाई का तो मतलब पहले से ही नेचर ऐसा है कि वो नहीं मेरे साथ कोई वधियागा कोई क्या मतलब जब से मम्मी गई है मतलब किसी बहन के साथ भी वधिया नहीं है, सही बात बताऊँ तो किसी के साथ भी वधिया नहीं है ਉਹਦਾ नेचर तो। ਤੇ ਫਿਰ ਮੇਰੀ ਦੋਨੋਂ ਸਿਸਟਰ ਨੇ ਪਾਪਾ को ਸਮਝਾਇਆ ਕਿ ਦੇਖੋ मतलब ਤੁਸੀਂ ਐ ਨਾ ਕਰੋ, ठीक है चलो जो उसने कर लिया ਉਹਦੀ खुशी है। ਤੇ पापा ने कह रहा लेकिन मेरा मतलब नहीं रहेगा उधर से, ਤੇ चाहे ਉਹਦੀ लाइफ है फिर वो चाहे जिए चाहे मरे, ਤੇ ਸਾਡਾ ਐ नहीं मेरा मतलब नहीं रहेगा, ठीक है। तो मैं कहा चलो ठीक है। मैंने कहा कोई बात नहीं, मैनू नहीं, मेरी 2 बहनें हैं वो मेरे सपोर्ट में, मैनू उनसे ही मतलब बहुत है, उन्होंने नाल मैनू बहुत है। मैं उन्होंने कोल जाती भी हूँ, मैं उनसे मिलती हूँ अपनी बहनों से, ਤੇ ਨਾਲੇ उनका करती हूँ वो मेरा कर देंगी बहुत ज़्यादा। ਅੱਛਾ ਵੀਰੇ, ਤੁਸੀਂ ਇਹ ਚੀਜ਼ਾਂ ਨਹੀਂ ਦੱਸਦੇ ਵੀ ਇਹਨਾਂ ਨੂੰ ਪ੍ਰੋਬਲਮ, ਇਹਨਾਂ ਦੇ ਆਪਰੇਟ ਹੋਏ ਨੇ ਜਾਂ ਇਹ ਪ੍ਰੈਗਨੈਂਟ ਨਹੀਂ ਹੋ ਸਕਦੇ, ਇਹ ਚੀਜ਼ਾਂ ਤੁਸੀਂ ਘਰਦਿਆਂ ਨੂੰ ਫਿਰ ਬਾਅਦ ਵਿੱਚ ਦੱਸਦੇ ਹੋ ਕਿ ਦੱਸਿਆ ਹੀ ਨਹੀਂ ਹਲੇ? ਨਹੀਂ, ਹੁਣ ਉਹਨਾਂ ਨੂੰ ਪਤਾ ਹੈ ਸਾਰੀ ਗੱਲ, ਮਤਲਬ ਕਿਉਂਕਿ ਹੁਣ वो पता चली मतलब मैनू पहले 4-5 महीने मतलब मेरे ठीक चलते रहे, थोड़ा बहुत मतलब बीमारियां मैनू लगती सी, ਤੇ मतलब कभी मतलब मेरा शरीर वीक है तो शायद मैं इस करके बीमार हो जाती थी, और जब अनमैरिड थी मैं इस बात का ध्यान नहीं देती सी। ਫਿਰ ਘਰ ਕਦੋਂ ਦੱਸਦੇ ਹੋ? ਜਿੱਦਾਂ ਤੁਸੀਂ ਦੱਸਦੇ ਸੀਗੇ ਕਿ ਪਹਿਲਾਂ ਜਿੱਦਾਂ ਵਿਆਹ ਤੋਂ ਪਹਿਲਾਂ ਤੁਸੀਂ ਡਿਸਕਸ ਨਹੀਂ ਕਰਦੇ ਘਰਦਿਆਂ ਨੂੰ ਕਿ ਇਹਨਾਂ ਦੇ ਹੈ ਨਾ ਪਹਿਲਾਂ 2 ਆਪਰੇਸ਼ਨ ਹੋ ਚੁੱਕੇ ਨੇ ਤੇ ਹੁਣ ਵੀ ਇਹਨਾਂ ਦੇ ਢਿੱਡ 'ਚ ਪਾਣੀ ਵਾਲੀ ਥੈਲੀ ਆ ਤੇ ਇਹ ਕਦੀ ਪ੍ਰੈਗਨੈਂਟ ਨਹੀਂ ਹੋ ਸਕਦੇ, ਇਹ ਚੀਜ਼ਾਂ ਤੁਸੀਂ ਘਰਦਿਆਂ ਨਾਲ ਡਿਸਕਸ ਨਹੀਂ ਕਰਦੇ, ਫਿਰ ਕਦੋਂ ਦੱਸਦੇ ਹੋ? ਐਕਚੁਅਲੀ ਕੀ ਹੈ ਮਤਲਬ ਇਹਨਾਂ ਜੇ ਜ਼ਿਆਦਾ ਕੰਮ ਕਰ ਲੈਂਦੇ ਨੇ ਥੋੜਾ ਬਿਮਾਰ ਹੋ ਜਾਂਦੇ ਨੇ, ਕਿਉਂਕਿ ਆਪਰੇਟ ਹੋਇਆ ਹੋਇਆ ਹੈਗਾ, ਇਹਨਾਂ ਤੋਂ ਕੰਮ ਹੁੰਦਾ ਨਹੀਂ ਹੈਗਾ ਜ਼ਿਆਦਾ, ਬੋਡੀ ਵੀਕ ਹੋਣ ਕਰਕੇ ਜ਼ਿਆਦਾ ਮਤਲਬ ਬਿਮਾਰ ਰਹਿਣ ਲੱਗ ਜਾਂਦੇ ਨੇ ਜੇ ਜ਼ਿਆਦਾ ਕੰਮ ਕਰਦੇ ਨੇ। ਵਿਆਹ ਤੋਂ 4 ਮਹੀਨੇ ਬਾਅਦ ਮਤਲਬ ਕੰਮ ਜ਼ਿਆਦਾ ਹੋ ਗਿਆ, ਕੰਮ ਕੱਪੜੇ ਕੁੱਪੜੇ ਧੋ ਲਏ ਇਹਨਾਂ ਨੇ ਕਾਫੀ, ਘਰ ਦੇ ਵਿੱਚ ਹੈਵੀ ਵੇਟ ਚੱਕਣ ਕਰਕੇ ਇਹਨਾਂ ਦੇ ਪੇਟ ਦੇ ਵਿੱਚ ਪੇਨ ਹੋਣ ਲੱਗ ਗਿਆ, ਪੇਨ ਇੰਨਾ ਜ਼ਿਆਦਾ ਹੋਣ ਲੱਗ ਗਿਆ। ਅਸੀਂ ਐਮਰਜੈਂਸੀ ਲੈ ਕੇ ਗਏ ਅੱਧੀ ਰਾਤ ਨੂੰ, ਮਤਲਬ ਅੱਧੀ ਰਾਤ ਨੂੰ ਉਹਨਾਂ ਨੇ ਇੱਕ ਵਾਰੀ ਇੰਜੈਕਸ਼ਨ ਵਗੈਰਾ ਲਗਾਤੇ, ਉਹਨਾਂ ਨੇ ਕੁਛ ਨਹੀਂ ਚੈੱਕ ਕੀਤਾ ਹੈਗਾ ਐਮਰਜੈਂਸੀ ਵਾਲਿਆਂ ਨੇ, ਬਸ ਇੱਕ ਵਾਰੀ ਦਰਦ ਦੇ ਇੰਜੈਕਸ਼ਨ ਲਗਾ ਕੇ ਕਹਿੰਦੇ ਜੀ ਲੈ ਜਾਓ ਠੀਕ ਹੋ ਜਾਣਗੇ ਥੋੜ੍ਹੀ ਦੇਰ ਤੱਕ, ਮਤਲਬ 2-3 ਇੰਜੈਕਸ਼ਨ ਲਗਾਏ ਉਹਨਾਂ ਨੇ। ਅਸੀਂ ਘਰੇ ਆ ਗਏ, ਰੂਮ ਦੇ ਵਿੱਚ ਆ ਗਏ ਅਸੀਂ, ਇਹ ਸਾਰੀ ਰਾਤ ਨੂੰ ਤਾਂ ਦਰਦ ਇਹਨਾਂ ਦਾ ਹੁੰਦਾ ਰਿਹਾ, ਪਰ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਹੈਗਾ ਗਾ ਵੀ ਇਹਨਾਂ ਨੂੰ ਕੋਈ ਟੈਨਸ਼ਨ ਨਾ ਹੋ ਜੇ। ਰਾਤ ਇਹਨਾਂ ਦਾ ਦਰਦ ਹੋਣ ਲੱਗਿਆ, ਸਵੇਰ ਤੱਕ ਮਤਲਬ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਪੇਨ ਹਲੇ ਵੀ ਹੋ ਰਿਹਾ ਹੈਗਾ। ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਦੱਸੋ ਪੇਨ ਹੋ ਰਿਹਾ ਤੁਹਾਡੇ? ਕਹਿੰਦੇ ਮੇਰੇ ਬਹੁਤ ਜ਼ਿਆਦਾ ਪੇਨ ਹੋ ਰਿਹਾ, ਹਲੇ ਵੀ ਇੰਨਾ ਜ਼ਿਆਦਾ ਹੋ ਰਿਹਾ ਸੀ ਵੀ ਤਾਂ ਤੁਰਿਆ ਨਹੀਂ ਜਾ ਰਿਹਾ ਸੀ, ਮਤਲਬ ਮੈਂ ਫੜ ਕੇ ਲੈ ਕੇ ਜਾ ਰਿਹਾ ਸੀ ਇਹਨਾਂ ਨੂੰ। ਅਸੀਂ ਦੁਬਾਰਾ ਐਮਰਜੈਂਸੀ ਭੱਜ ਗਏ, ਐਮਰਜੈਂਸੀ ਗਏ, ਉਹ ਕਹਿੰਦੇ ਵੀ ਸਾਡਾ ਕੰਮ ਨਹੀਂ ਹੈਗਾ, ਇਹਨੂੰ ਲੇਡੀਜ਼ ਡਾਕਟਰ ਕੋਲ ਲੈ ਜਾਓ। ਅਸੀਂ ਲੇਡੀਜ਼ ਡਾਕਟਰ ਕੋਲ ਲੈ ਗਏ, ਉਹਨਾਂ ਨੂੰ ਲੱਗਿਆ ਵੀ ਸ਼ਾਇਦ ਕੋਈ ਪ੍ਰੈਗਨੈਂਸੀ ਵਾਲੀ ਗੱਲ ਹੋਊਗੀ, ਇਹਨਾਂ ਨੂੰ ਅਸੀਂ ਲੇਡੀਜ਼ ਡਾਕਟਰ ਕੋਲ ਲੈ ਗਏ। ਲੇਡੀਜ਼ ਡਾਕਟਰ ਨੇ ਜੋ ਚੈੱਕ ਕੀਤਾ, ਉਹ ਕਹਿੰਦੇ ਕੀ ਪ੍ਰੋਬਲਮ ਹੈ, ਮੈਨੂੰ ਪੁੱਛਿਆ ਉਹਨਾਂ ਨੇ, ਕਹਿੰਦੇ ਇਹਨਾਂ ਨੂੰ ਕੀ ਦਿੱਕਤ ਹੋਈ ਹੈ? ਮੈਂ ਕਿਹਾ ਜੀ ਇਹਨਾਂ ਦੇ ਐਂ ਕਰਕੇ ਪੇਨ ਹੋ ਰਹੀ ਹੈ, ਬਹੁਤ ਜ਼ਿਆਦਾ ਪੇਨ ਹੈ, ਤੇ ਮਤਲਬ ਦਰਦ ਨਹੀਂ ਹਟ ਰਹੀ, ਅਸੀਂ ਘੱਟੋ ਘੱਟ 7-8 ਇੰਜੈਕਸ਼ਨ ਲਵਾ ਚੁੱਕੇ ਹਾਂ ਹੁਣ ਤੱਕ ਰਾਤ ਦੇ। ਤੇ ਉਹਨਾਂ ਨੇ ਮਤਲਬ ਜਦੋਂ ਇਹਨਾਂ ਨੇ ਪੇਟ ਚੈੱਕ ਕੀਤਾ, ਮੇਰੇ ਮੰਮੀ ਨਾਲ ਹੀ ਖੜੇ ਸੀਗੇ ਉਸ ਟਾਈਮ, ਤੇ ਜਦੋਂ ਮੇਰੀ ਮੰਮੀ ਵੀ ਨਾਲ ਸੀ, ਉਹਨਾਂ ਨੇ ਦੇਖਿਆ, ਡਾਕਟਰ ਨੇ ਪੇਟ ਚੈੱਕ ਕੀਤਾ, ਉਹ ਕਹਿੰਦੇ ਉਹਨਾਂ ਨੇ ਮੰਮੀ ਨੂੰ ਦੱਸਿਆ, ਕਹਿੰਦੇ ਇਹਨੇ ਤਾਂ ਪੇਟ ਦੀ ਬਹੁਤ ਵੱਡੀ ਸਰਜਰੀ ਹੋ ਰੱਖੀ ਹੈ। ਕਹਿੰਦੇ ਇੰਨੀ ਵੱਡੀ ਸਰਜਰੀ ਕਿਵੇਂ ਹੋਈ ਹੈ, ਕੀ ਗੱਲ ਹੋ ਗਈ ਸੀ? ਮੇਰੀ ਮੰਮੀ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਪੇਟ ਦੀ ਸਰਜਰੀ ਹੋਈ ਵੀ ਹੈ, ਤਾਂ ਕਰਕੇ ਕੋਈ ਇੱਦਾਂ ਦੀ ਦਿੱਕਤ ਹੈ। ਤੇ ਫਿਰ ਮੈਂ ਦੱਸਿਆ, ਮੈਂ ਕਿਹਾ ਜੀ ਇਹਨਾਂ ਦਾ ਫੂਡ ਪਾਈਪ ਦਾ ਆਪਰੇਸ਼ਨ ਹੋਇਆ ਹੋਇਆ, ਮੈਂ ਕਿਹਾ ਇੰਨੇ ਛੋਟੇ ਉਮਰ 'ਚ ਫੂਡ ਪਾਈਪ ਡੈਮੇਜ ਹੋ ਗਈ ਸੀਗੀ। ਡਾਕਟਰ ਕਹਿੰਦੇ ਤਾਂ ਬਹੁਤ ਕ੍ਰਿਟੀਕਲ ਆਪਰੇਟ ਹੋਇਆ ਹੋਇਆ ਇਹਨਾਂ ਦਾ, ਕਹਿੰਦੇ ਤੁਸੀਂ ਜਿੰਦਾ ਕਿੱਦਾਂ? ਕਹਿੰਦੇ ਐਡੇ ਵੱਡੇ ਆਪਰੇਸ਼ਨ ਤੋਂ ਬਾਅਦ ਵੀ। ਮੇਰੀ ਮੰਮੀ ਨੂੰ ਕਹਿੰਦੇ ਤੁਸੀਂ ਇਹਨਾਂ ਤੋਂ ਕੰਮ ਨਾ ਕਰਾਇਆ, ਕਹਿੰਦੇ ਬਹੁਤ ਜ਼ਿਆਦਾ ਹੈਵੀ ਕੰਮ ਨਾ ਕਰਾਇਆ ਕਰੋ, ਕਹਿੰਦੇ ਨਹੀਂ ਤਾਂ ਇਹਨਾਂ ਦੇ ਦਿੱਕਤ ਰਹੂਗੀ, ਕਹਿੰਦੇ ਤੁਸੀਂ ਅਲਟਰਾਸਾਊਂਡ ਵਗੈਰਾ ਕਰਾ ਲਓ। ਡਾਕਟਰ ਨੇ ਦੱਸਿਆ ਅਲਟਰਾਸਾਊਂਡ ਕਰਾਓ, ਅਸੀਂ ਅਲਟਰਾਸਾਊਂਡ ਕਰਾਈ। ਮੈਂ ਦੇਖੋ ਹੈ ਨਾ, ਜਦੋਂ ਅਲਟਰਾਸਾਊਂਡ ਕਰਾਈ ਮੈਨੂੰ ਇੰਨਾ ਤਾਂ ਪਤਾ ਸੀਗਾ ਇਹਨਾਂ ਦੇ ਪੇਟ ਦੇ ਵਿੱਚ ਪਾਣੀ ਹੈਗਾ, ਮੈਨੂੰ ਵੀ ਨਹੀਂ ਇਹ ਆਈਡੀਆ ਸੀ ਵੀ ਕਿੰਨਾ ਕੁ ਹੋਊਗਾ ਹੈ ਨਾ। ਅਤੇ ਜਦੋਂ ਉਹਨਾਂ ਨੇ ਦੱਸਿਆ ਮਤਲਬ ਅਲਟਰਾਸਾਊਂਡ ਚੈੱਕ ਕੀਤੀ ਮੈਡਮ ਨੇ, ਡਾਕਟਰ ਨੇ, ਕਹਿੰਦੇ ਵੀ ਇੰਨਾ ਜ਼ਿਆਦਾ ਮਤਲਬ ਪਾਣੀ ਦਾ ਥੈਲੀ ਹੈ ਇਹਨਾਂ ਦੇ ਪੇਟ ਦੇ ਵਿੱਚ ਵੀ 20 ਗੁਣਾ 18 ਸੈਂਟੀਮੀਟਰ, ਇੱਕ ਸਕੇਲ 12 ਸੈਂਟੀਮੀਟਰ ਦਾ ਹੁੰਦਾ ਵੀ ਉਹਦੇ ਨਾਲੋਂ ਵੀ ਡਬਲ ਹੋ ਗਿਆ। ਕਹਿੰਦੇ ਵੀ ਇੰਨਾ ਜ਼ਿਆਦਾ ਪਾਣੀ ਬੜੀ ਥੈਲੀ ਕਿੱਦਾਂ ਗੱਲਬਾਤ ਹੈ ਨਾ, ਵੀ ਤੁਸੀਂ ਦੇਖੋ ਵੀ ਇਹਦਾ ਸਰਜਰੀ ਤੋਂ ਬਿਨਾਂ ਹੱਲ ਨਹੀਂ ਹੈਗਾ ਇਹਦਾ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਸਾਨੂੰ ਤਾਂ ਅਸੀਂ ਕੀ ਪਤਾ ਇਹਦੇ ਬਾਰੇ ਹੈ ਨਾ, ਸਾਨੂੰ ਕੀ ਨੌਲੇਜ ਹੈ ਇਸ ਚੀਜ਼ ਦੀ, ਤੁਹਾਨੂੰ ਪਤਾ ਹੋਊਗਾ। ਕਹਿੰਦੇ ਵੀ ਅਸੀਂ ਵੀ ਨਹੀਂ ਇਹਨੂੰ ਹੱਥ ਲਾ ਸਕਦੇ, ਵੀ ਇੰਨਾ ਜ਼ਿਆਦਾ ਸੀਰੀਅਸ ਕੰਮ ਹੈ ਵੀ ਤੁਹਾਨੂੰ ਜਾਂ ਤਾਂ DMC ਜਾਣਾ ਪਊਗਾ ਜਾਂ ਤੁਸੀਂ PGI ਲੈ ਜਾਓ ਇਹਨਾਂ ਨੂੰ। ਉੱਥੇ ਮੈਂ ਬਰਨਾਲੇ ਸਾਰੇ ਡਾਕਟਰਾਂ ਨੂੰ ਦਿਖਾ ਕੇ ਥੱਕ ਗਿਆ, ਉਹਨਾਂ ਨੇ ਨਾ ਹੀ ਕਰਤੀ ਉਸ ਦਿਨ, ਮਤਲਬ ਪੇਨ ਉਹਨਾਂ ਤੋਂ ਵੀ ਨਹੀਂ ਰੁਕਿਆ ਇਹਨਾਂ ਦਾ, ਪੇਨ ਬਹੁਤ ਜ਼ਿਆਦਾ ਮਤਲਬ ਕੰਟੀਨਿਊ ਹੋ ਹੀ ਰਿਹਾ ਸੀਗਾ, ਇਹ ਰੋ ਰਹੇ ਸੀ, ਚਿੱਕਾ ਮਾਰ ਰਹੇ, ਇੰਨਾ ਜ਼ਿਆਦਾ ਪੇਨ ਸੀਗਾ।
ਤੇ ਉਹਨਾਂ ਨੇ ਵੀ ਇੰਜੈਕਸ਼ਨ ਵਗੈਰਾ ਲਗਾਤੇ ਲੇਡੀ ਡਾਕਟਰ ਨੇ, ਉਹਦੇ ਨਾਲ ਵੀ ਨਹੀਂ ਕੋਈ ਫਰਕ ਪਿਆ। ਮੈਨੂੰ ਟੈਨਸ਼ਨ ਮੇਰੇ ਮੰਮਾ ਨੇ ਡੈਡੀ ਨੂੰ ਦੱਸਿਆ ਵੀ ਇਹਦਾ ਆਪਰੇਟ ਹੋਇਆ ਵੈਗਾ, ਵੀ ਤਾਂ ਕਰਕੇ ਮਤਲਬ ਇਦਾਂ ਪੇਨ ਹੋ ਰਹੀ ਹੈ ਇਹਦੇ ਜ਼ਿਆਦਾ। ਮੈਨੂੰ ਡੈਡੀ ਕਹਿੰਦੇ ਵੀ ਇਹਨਾਂ ਦਾ ਆਪਰੇਟ ਹੋਇਆ ਵਾ। ਮੈਂ ਕਿਹਾ ਹਾਂਜੀ ਡੈਡੀ ਕਹਿੰਦੇ ਤੈਨੂੰ ਪਤਾ ਸੀ ਇਹ ਗੱਲ ਪਹਿਲਾਂ ਤੋਂ? ਮੈਂ ਕਿਹਾ ਡੈਡੀ ਮੈਨੂੰ ਪਤਾ ਸੀ ਇਹ ਗੱਲ। ਡੈਡੀ ਕਹਿੰਦੇ ਤੂੰ ਸਾਨੂੰ ਕਿਉਂ ਨਹੀਂ ਦੱਸੀ ਹੈਗੀ? ਸਾਨੂੰ ਤਾਂ ਦੱਸੀ ਨਹੀਂ। ਮੈਂ ਕਿਹਾ ਜੇ ਤੁਹਾਨੂੰ ਮੈਂ ਦੱਸ ਦਿੰਦਾ ਤੁਸੀਂ ਮੈਨੂੰ ਮਨਾ ਕਰ ਦਿੰਦੇ ਵਿਆਹ ਵਾਸਤੇ, ਤੁਸੀਂ ਕਰਾ ਨਹੀਂ ਦੇਣਾ ਸੀਗਾ। ਤੇ ਡੈਡੀ ਕਹਿੰਦੇ ਉਹ ਗੱਲ ਲੱਗ ਗਿਆ ਕਿ ਪਰ ਤੂੰ ਸਾਡੇ ਲੁਕੋਇਆ ਕਾਹਤੋਂ? ਮੈਂ ਕਿਹਾ ਡੈਡੀ ਕੋਈ ਗੱਲ ਸੀ ਮੈਂ ਤਾਂ ਲੁਕੋਇਆ, ਠੀਕ ਹੈ ਨਾ। ਮੈਂ ਕਿਹਾ ਜੇ ਮੈਨੂੰ ਸਹੀ ਲੱਗਿਆ ਤਾਂ ਮੈਂ ਲੁਕੋਇਆ। ਤੇ ਮੈਂ ਕਿਹਾ ਹੁਣ ਮੈਂ ਕੀ ਕਰ ਸਕਦਾ, ਜਿਵੇਂ ਹੋਇਆ ਪਰ ਮੈਂ ਕਿਹਾ ਜਿਵੇਂ ਵੀ ਹੈ ਮੈਨੂੰ ਵਧੀਆ ਲੱਗਦੀ ਹੈ, ਮੈਂ ਤਾਂ ਕਰਾਇਆ। ਮੈਂ ਕਿਹਾ ਠੀਕ ਹੈ ਨਾ, ਮੈਂ ਕਿਹਾ ਮੈਨੂੰ ਇਹਦੇ 'ਤੇ ਕੋਈ ਪ੍ਰੋਬਲਮ ਨਹੀਂ ਹੈਗੀ ਸੀਗੀ। ਡੈਡੀ ਕਹਿੰਦੇ ਚੱਲ ਕੋਈ ਨਹੀਂ। ਅਸੀਂ ਮਤਲਬ ਉੱਥੇ ਫਿਰ ਇੱਕ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਇਹਨਾਂ ਨੂੰ ਐਡਮਿਟ ਕਰਾਇਆ। ਉਹਨਾਂ ਡਾਕਟਰ ਸਾਹਿਬ ਨੂੰ ਦਿਖਾਇਆ ਵੀ ਇੱਦਾਂ ਕਰਕੇ ਵੀ ਇਹਦਾ ਕੋਈ ਸੋਲਿਊਸ਼ਨ ਹੈਗਾ। ਉਹ ਕਹਿੰਦੇ ਸੋਲਿਊਸ਼ਨ ਕੋਈ ਨਹੀਂ, ਇਸ ਤਾਂ ਸਿਰਫ ਦਰਦ ਟਿਕਾ ਸਕਦੇ ਹਾਂਗੇ। ਉਹਨਾਂ ਨੇ ਇੱਕ ਵਾਰ ਐਡਮਿਟ ਕੀਤਾ, ਦਰਦ ਵਗੈਰਾ ਟਿਕਾਇਆ, ਇੰਜੈਕਸ਼ਨ ਲਗਾਏ, 2 ਦਿਨ 3 ਦਿਨ ਐਡਮਿਟ ਰਹੇ, ਠੀਕ ਹੈ ਜੀ। ਉਹਨਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਜਿੱਥੇ ਵੀ ਇੱਥੇ ਕੋਈ ਹੱਲ ਨਹੀਂ ਹੈਗਾ, ਤੁਸੀਂ ਜਾਂ ਤਾਂ ਇਹਨਾਂ ਨੂੰ ਦਿੱਲੀ ਲੈ ਜਾਓ ਏਮਜ਼ ਜਿੱਥੋਂ ਇਹਨਾਂ ਦਾ ਪਹਿਲਾਂ ਹੋਇਆ ਹੋਇਆ ਆਪਰੇਟ, ਜਾਂ ਫਿਰ DMC ਲੈ ਜਾਓ, ਵੀ ਉਹੀ ਕੋਈ ਦੱਸਣਗੇ ਵੀ ਇੱਥੇ ਕੋਈ ਹੱਥ ਨਹੀਂ ਪਾਊਗਾ, ਵੱਡਾ ਆਪਰੇਸ਼ਨ ਹੋ ਰੱਖਿਆ ਪਹਿਲਾਂ ਵੀ, ਠੀਕ ਹੈ ਨਾ। ਪੇਟ ਖੋਲੂਗਾ ਨਹੀਂ ਜਲਦੀ ਕੋਈ ਇਹਨਾਂ ਦਾ, ਵੀ ਦੁਬਾਰਾ ਕਿੱਦਾਂ ਬੰਦ ਕਰਨਾ ਕਿਸੇ ਨੂੰ ਨਹੀਂ ਪਤਾ ਲੱਗਣਾ। ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪੁੱਛੋ। ਮਤਲਬ ਉਸ ਦਿਨ ਮਤਲਬ ਮੇਰੀ ਮੰਮੀ ਡੈਡੀ ਨੂੰ ਇਹ ਗੱਲ ਪਤਾ ਲੱਗ ਗਈ ਸੀ ਵੀ ਹਾਂ ਇਹਨਾਂ ਦਾ ਆਪਰੇਟ ਹੋਇਆ ਪਿਆ ਹੈਗਾ। ਮਤਲਬ ਉਸ ਦਿਨ ਮੈਂ ਦੱਸਿਆ ਕਲੀਅਰਲੀ ਉਹਨਾਂ ਨੂੰ ਵੀ ਹਾਂ ਵੀ ਇੱਦਾਂ ਕਰਕੇ ਗੱਲਬਾਤ ਸੀਗੀ। ਹਾਂਜੀ। ਤੇ ਫਿਰ ਉਹਨਾਂ ਦਾ ਰਿਐਕਸ਼ਨ ਜਾਂ ਬਿਹੇਵੀਅਰ ਇਹਨਾਂ ਨਾਲ ਚੇਂਜ ਨਹੀਂ ਹੁੰਦਾ? ਦੇਖੋ ਜਦੋਂ ਪਤਾ ਲੱਗੀ ਉਹਨਾਂ ਨੂੰ ਇਹ ਗੱਲ ਤਾਂ ਥੋੜ੍ਹਾ ਬਹੁਤ ਉਹਨਾਂ ਦਾ ਰਿਐਕਸ਼ਨ ਚੇਂਜ ਹੋ ਗਿਆ। ਮੈਂ ਤੁਹਾਨੂੰ ਝੂਠ ਨਹੀਂ ਬੋਲ ਸਕਦਾ ਹੈ ਨਾ, ਵੀ ਪਹਿਲਾਂ ਮੇਰੀ ਫੈਮਿਲੀ ਵਧੀਆ ਸੀ, ਮੇਰੇ ਨਾਲ ਵੀ ਵਧੀਆ ਸੀ, ਪਰ ਥੋੜ੍ਹਾ ਬਹੁਤ ਤਾਂ ਚੇਂਜ ਹੋ ਹੀ ਜਾਂਦਾ ਹੈਗਾ ਹੈ ਨਾ। ਉਹਨਾਂ ਨੂੰ ਵੀ ਲੱਗਿਆ ਵੀ ਇਹਨੇ ਕੁੜੀ ਨੇ ਧੋਖਾ ਕਰ ਲਿਆ, ਸਾਡੇ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਗਈ, ਵੀ ਸਾਡਾ ਮੁੰਡਾ ਠੀਕ ਹੈਗਾ, ਸਹੀ ਹੈ, ਇਹਨੂੰ ਕੋਈ ਦਿੱਕਤ ਨਹੀਂ ਹੈਗੀ ਸੀ ਹੈ ਨਾ। ਤੇ ਵੀ ਇੱਦਾਂ ਕਰਕੇ ਹੈ ਨਾ ਇਹਨੇ ਕੁੜੀ ਨੇ ਝੂਠ ਬੋਲ ਲਿਆ ਸਾਨੂੰ ਹੈ ਨਾ। ਮੁੰਡੇ ਨੇ ਵੀ ਸਾਡੇ ਉਹਨਾਂ ਨੂੰ ਮੇਰੇ ਨਾਲ ਵੀ ਗੁੱਸੇ ਨੇ, ਤੁਹਾਡੇ ਨਾਲ ਵੀ ਗੁੱਸੇ ਨੇ? ਹਾਂ ਗੱਲਬਾਤ ਕਰਦੇ ਤਾਂ ਗੁੱਸੇ ਇੱਕ ਘਰ ਦੇ ਵਿੱਚ ਰਹਿੰਦੇ ਆ, ਗੁੱਸੇ ਨੇ, ਬਸ ਦੇਖ ਲਿਆ, ਬਸ ਮਾੜਾ ਮੋਟਾ ਬੁਲਾ ਲਿਆ, ਠੀਕ ਹੈ। ਗੁੱਸੇ ਦਾ ਪਰ ਮਨ ਦੇ ਵਿੱਚ ਉਹਨਾਂ ਦੇ ਮੈਨੂੰ ਪਤਾ ਹਲੇ ਵੀ ਹੈਗੇ ਨੇ ਵੀ ਇਹਨਾਂ ਨੇ ਝੂਠ ਬੋਲਿਆ ਸਾਨੂੰ ਹੈ ਨਾ। ਵੀ ਹੁਣ ਉਹ ਮੈਨੂੰ ਇਹ ਗੱਲ ਦੇਖਦੇ ਨੇ, ਮੈਂ ਰਾਤ ਨੂੰ ਕਈ ਵਾਰ ਇਹਨਾਂ ਦੇ ਐਮਰਜੈਂਸੀ ਲੈ ਕੇ ਜਾਣਾ ਪੈ ਜਾਂਦਾ ਹੈਗਾ, ਹਫਤੇ ਵਿੱਚ 10 ਦਿਨਾਂ ਬਾਅਦ ਕਦੇ ਵੀ ਇਹਨਾਂ ਦੇ ਦਰਦ ਸ਼ੁਰੂ ਹੋ ਜਾਂਦਾ ਹੈਗਾ। ਉਹਨਾਂ ਦੇ ਸਾਹਮਣੇ ਮੈਂ ਲੈ ਕੇ ਜਾਂਦਾ ਗਾ, ਕਈ ਵਾਰ ਉਹ ਆਪ ਵੀ ਨਾਲ ਚਲੇ ਜਾਂਦੇ ਨੇ, ਜ਼ਿਆਦਾਤਰ ਮੈਂ ਕਈ ਵਾਰ ਇਕੱਲੇ ਹੀ ਲੈ ਕੇ ਜਾਂਦਾ ਹੁੰਦਾ ਗਾ। ਉਹ ਦੇਖਦੇ ਰਹਿੰਦੇ ਨੇ ਵੀ ਦੇਖ ਮਨ 'ਚ ਸੋਚਦੇ ਇਹਨੇ ਦੱਸਿਆ ਨਹੀਂ, ਹੁਣ ਭੁਗਤ ਰਿਹਾ ਹੈਗਾ, ਸੋਚਦਾ ਹੀ ਅਗਲਾ, ਬੋਲਦੇ ਹੋਣਗੇ मन च कि मतलब अगर मतलब बोलते हैं घर के मैंबर देखिया आपकी मर्जी नाल कराया ना भुगत रहेगा ना। आ सारा स्यापा ना ਇਹਦਾ ਕੁੜੀ ਦਾ सिर्फ फूड नली करके ही है, सिर्फ इसकी ऑपरेशन करके ही है। तो मतलब घर के कई मैंबर मैं बोल देंगे, मैं सुनती हाँ कि इनू नहीं होना बच्चा कदे भी, इनू नहीं होना, मैं ये कदे बच्चे का मूड नहीं देखना इन्हें। यही है सारी जिल्लड़, पता नहीं किवें दी शादी कर ली हैगी, इन्हें कुछ देखा नहीं ये में है, सारी जिंदगी किवें लंघूगी ਇਹਦੀ ਹੈ ਇਹਨੂੰ अभी की पता लग रहा, ਇਹਨੂੰ ਬਾਅਦ ਚੋਂ पता लगूगा। तो मैनू सुन के मैनू दुख होंदा हैगा, चलो असी तो नहीं देखना, मैंने कहा मैनू तो कुदरत ने ही वो वरदान छीन लिया, मैं तो नहीं देखना हैगा। तो मतलब उनका रिएक्शन बहुत ज़्यादा चेंज हो गया हैगा। ठीक है चेंज हो गया, उन लोगों को लगता है यार ये काम नहीं करती है, ठीक है। तो मतलब उनका रिएक्शन काफ़ी चेंज है, मेरे से भी और इनसे भी ज़्यादा हो गया कि मेरे बेटे ने ऐसा किया हैगा। उन्होंने केड़ी मतलब इन्हों कई बात पे सुना भी दिया जाता है घर में कि हमारे मुंडे को केड़ी लड़कियों की कमी सी, आप पे ही जाके गिर गया, आप पे ही मतलब कई ऐसे गंदे वर्ड भी यूज मतलब कर लिए हैंगे, पता नहीं कि देखो बच्चे जाके डिग गया हैगा, इनू आई लड़की मिली सी, इनू कोई मिलिया नहीं। तो मतलब हाँ कुछ सुनते, मैं क्या ठीक है चलो भाई असी सुनते, साडा सुनने का काम हैगा, ठीक है। मैंने कहा चलो मैं असी देखो भाई मैंने तो सच बताया सी, ठीक है। मैंने तो इन्होंने भी बोलिया सी कि अपनी फैमिली को बता दो, ठीक है। तो जब इन्होंने नहीं बताया, इन्होंने वधिया लगता है, मैंने कहा तुसी आपदे मुंडे से पूछो वो कित्थे जाके डिग गया है, ठीक है ना। मैंने कहा मैनू इधर उधर से कोई नहीं बोलो, इनके कई रिश्तेदार भी बोलते हैं उम्र में कुड़ी इतनी बड़ी हैगी है, इन्हें ब्याह करा लिया, राजन को लड़की नहीं मिली हैगी कोई भी, इनका नाम प्यार से राजन भी है, तो लड़की नहीं मिली हैगी। जदों देखो थोड़ी बहुत बीमार ही रहिंदी हैगी, जदों असी आई हैगी फिर बच्चा नहीं हो रहा, इनू बच्चा कदों होगा। घर के अभी भी बोलते मैनू, मतलब उन्होंने सारी गल पता लग गई हैगी। मतलब जब डॉक्टर ने मतलब हमने साफ शब्दों में इन्होंने ही बोल दिया सी डैडी नू, डैडी ने हम कई बार डॉक्टर के पास गए फाइल वगैरह लेके, तो डॉक्टर इन्होंने साफ सब डैडी पूछे कि कित्थे गए सी, क्यों गए सी, तो इन्होंने बोल दिया, डैडी ने पूछा फिर बच्चे का की बन रहा है थोड़ा, इन्होंने बोल दिया कि भाई बच्चा का एक तरफ से ना ही है। तो कह रहे ना ही समझे कि इन्होंने बोला हाँ बस यही समझ लो। इन्होंने भी ज़्यादा गल की नहीं कि गल क्या मतलब ज़्यादा खोलनी, इन्होंने बोला हाँ बस ना ही है। तो मतलब घर के अभी भी कितनी बार बोलते हैं
ਬੱਚਾ ਨਹੀਂ ਕਰਨਾ ਹੈਗਾ। ਹੋਰ ਕਦੋਂ ਤੱਕ ਬੱਚਾ ਨਹੀਂ ਕਰਨਾ ਹੈਗਾ? 1.5 ਸਾਲ ਹੋ ਗਏਗੇ, ਬੱਚਾ ਨਹੀਂ करना। मतलब मैंने जान के इरिटेट ਜਦੋਂ पता है तुसी मतलब ऐ नहीं सोचते मतलब एक मेरे ऐसी कौन सी सल्तनत की मतलब राजगद्दी मेरे बच्चों को ही देनी है जो मतलब तुसी मैनू ਤੁਹਾਨੂੰ ਸਾਰੀ ਗੱਲ पता लग गई ਜਦੋਂ पता इतना बड़ा ऑपरेशन हो रखा है कि मतलब मैं कितने बच्चा पैदा करके दूँ। मेरे इतना बड़ा ऑपरेशन, तो सोचो कि ये लड़की जिंदा है, इसने मतलब ये तो यही बहुत बड़ी बात हैगी। और नाले रोज़ बीमार रहती हैगी, ये तो काम भी नहीं कर सकती, तो ये बच्चा कितों पैदा करेगी। तो जान के अभी मैनू बहुत छेड़ देंगे कि बच्चा नहीं करना हैगा, इन्होंने भी बोलते। तो मैंने बोला कि नहीं हले नहीं करना हैगा, हले बाद चो देखेंगे। तो उन्होंने अभी पता नहीं उन्होंने क्या सोचते अपने मन से, मैनू नहीं पता है। लेकिन हाँ मतलब उन्होंने मतलब मैं सही बात बताऊँ तो फैमिली का और इनके कई रिश्तेदारों का मन है कि ये मैनू छड़ दें। अच्छा हाँ मतलब इन्हों का मतलब कई सारी है जी गल्लां होंदी हैगी, तो उसमें तू इनू छड़ा दिल्ली छड़ा, सानू की करना हैगा। तो ये बोलते क्यों मैं कित्थे छड़ा ये दिल्ली इनू छड़ा, हमें क्या पता कित्थे जाएगी, हमें नहीं पता हैगा इस चीज़ का। छड़ा ऐ बोलते रहते, जब भी मैं कभी बीमार होंदी हूँ ना तो ऐ बोल देंगे। ਅੱਛਾ ਵੀਰੇ, ਫਿਰ ਬੁਰਾ ਨਹੀਂ ਲੱਗਦਾ ਫਿਰ ਜਦੋਂ ਇਦਾਂ ਇਹਨਾਂ ਨੂੰ ਸ਼ਬਦ ਬੋਲੇ ਜਾਂਦੇ ਨੇ? ਬੁਰਾ ਤਾਂ ਦੇਖੋ ਲੱਗਦਾ ਹੀ ਹੈ। ਮੈਂ ਤਾਂ ਕਈ ਵਾਰ ਕਹਿ ਵੀ ਦਿੰਦਾ ਹੁੰਦਾ ਗਾ, ਮਤਲਬ ਜਿਵੇਂ ਮੈਂ ਕੋਈ ਮੇਰੀ ਫੈਮਿਲੀ ਦੇ ਵਿੱਚੋਂ ਕੋਈ ਕਹਿ ਦਿੰਦਾ ਗਾ ਵੀ ਤੂੰ ਪਹਿਲਾਂ ਦੇਖਿਆ ਨਹੀਂ ਹੈਗਾ, ਤੂੰ ਸਾਡੇ ਤੋਂ ਝੂਠ ਬੋਲਿਆ, ਸਾਡੇ ਤੋਂ ਛੁਪਾਈ ਗੱਲ ਹੈ ਨਾ, ਵੀ ਹੁਣ ਤੂੰ ਭੁਗਤ ਰਿਹਾਗਾ ਹੈ ਨਾ, ਵੀ ਸਾਨੂੰ ਦੱਸਦਾ ਹੀ ਤੇਰੇ ਵਾਸਤੇ ਵਧੀਆ ਕੁੜੀ ਲੱਭ ਕੇ ਲੈ ਕੇ ਆਉਂਦੇ ਆਪਦੀ ਮਰਜ਼ੀ ਨਾਲ। ਅਤੇ ਮੈਂ ਮਤਲਬ ਉਹਨਾਂ ਨੂੰ ਇੱਕ ਗੱਲ ਕਹਿੰਦਾ ਹੁੰਦਾ ਵੀ ਦੇਖੋ ਜੇ ਤੁਸੀਂ ਆਪਦੀ ਮਰਜ਼ੀ ਨਾਲ ਲੈ ਕੇ ਵੀ ਆਉਂਦੇ, ਰੱਬ ਨਾ ਕਰੇ ਉਹਦੇ 'ਚ ਜਿਹੜੀ ਸਰੀਰਕ ਬਿਮਾਰੀ ਆਪਾਂ ਉਹਨੂੰ ਨਹੀਂ ਨਾ ਦੇਖ ਸਕਦੇ। ਤੁਸੀਂ ਮੂੰਹ ਦੇਖ ਲਓਗੇ ਕੁੜੀ ਦਾ ਹੈ ਨਾ, ਸਰੀਰ ਦੇ ਅੰਦਰ ਉਹਦੇ ਕੀ ਦਿੱਕਤ ਆ ਆਪਾਂ ਉਹ ਤਾਂ ਨਹੀਂ ਦੇਖ ਸਕਦੇ ਨਾ। ਆਪਾਂ ਰੱਬ ਤਾਂ ਹੈ ਨਹੀਂ ਹੈ ਨਾ, ਕਿਸੇ ਸਰੀਰ ਦੇ ਅੰਦਰਲੀ ਚੀਜ਼ ਬੁੱਝ ਲਾਂਗੇ ਵੀ ਇਹਨੂੰ ਆਹ ਬਿਮਾਰੀ ਹੈ। ਬਿਮਾਰੀ ਤਾਂ ਅੰਦਰਲੀ ਜਿਹੜੀ ਕਿਸੇ ਨੂੰ ਵੀ ਹੋ ਸਕਦੀ ਹੈ। ਲੋਕਾਂ ਨੂੰ ਕੈਂਸਰ ਹੋ ਜਾਂਦਾ, ਚੰਗੀ ਭਲੀ ਸਾਰੀ ਉਮਰ ਲੰਘ ਜਾਂਦੀ ਹੈ, ਬਾਅਦ 'ਚ ਆ ਕੇ ਕੈਂਸਰ ਹੋ ਜਾਂਦਾ। ਉਹਦਾ ਥੋੜ੍ਹੀ ਕਸੂਰ ਸੀਗਾ, ਉਹ ਤਾਂ ਜਿਹੜੀ ਕੁਦਰਤ ਵੱਲੋਂ ਮਾਰ ਪੈ ਗਈ, ਆਪਾਂ ਉਹਨੂੰ ਕਿਵੇਂ ਸਹੀ ਕਰ ਲਾਂਗੇ। ਮੈਂ ਤਾਂ ਉਹਨਾਂ ਨੂੰ ਸਿੱਧੀ ਗੱਲ ਕਹਿੰਦਾ ਨਾ ਵੀ ਦੇਖੋ ਕੱਲ੍ਹ ਨੂੰ ਮੈਂ ਡੇਲੀ ਮੈਂ ਕੰਮ 'ਤੇ ਜਾਂਦਾ, ਹੁਣ ਰੋਜ਼ ਬਾਈਕ 'ਤੇ ਜਾਣਾ, ਮੇਰਾ ਐਕਸੀਡੈਂਟ ਹੁੰਦਾ, ਕੋਈ ਮੇਰੀ ਲੱਤ ਬਾਂਹ ਵੱਢੀ ਗਈ, ਤੁਸੀਂ ਕੀ ਕਰੋਗੇ? ਇਹ ਮੇਰੇ ਨਾਲ ਫਿਰ ਵੀ ਰਹੂਗੀ ਨਾ, ਇਹ ਮੈਨੂੰ ਐਂ ਤਾਂ ਨਹੀਂ ਛੱਡ ਕੇ ਚਲੀ ਜਾਊਗੀ। ਇਹਦੀ ਫੈਮਿਲੀ ਵਾਲੇ ਜੇ ਇਹਨੂੰ ਗੱਲ ਕਹਿਣਗੇ ਵੀ ਤੂੰ ਭਾਈ ਇਹਨੂੰ ਛੱਡ ਦੇ, ਮੁੰਡੇ ਨੂੰ ਛੱਡ ਦੇ, ਇਹ ਤਾਂ ਪਾਜ ਹੋ ਗਿਆ, ਫਿਰ ਤੁਸੀਂ ਕੀ ਕਰੋਗੇ? ਤੁਹਾਡੇ 'ਤੇ ਕੀ ਬੀਤੂਗੀ? ਤੁਹਾਨੂੰ ਵੀ ਬੁਰਾ ਲੱਗੂਗਾ ਨਾ ਵੀ ਜੇ ਮੁੰਡੇ ਨਾਲ ਇੱਦਾਂ ਹੋਇਆ ਤਾਂ ਇਹ ਇੱਦਾਂ ਕਿਉਂ ਕਹਿ ਰਹੀ ਹੈ, ਸਾਥ ਛੱਡ ਰਹੀ ਹੈ। ਜੱਜ ਮੇਰਾ ਸਾਥ ਛੱਡਦਾ ਕਿਸੇ ਦੇ ਕਹਿਣ ਤੈਨੂੰ ਛੱਡਿਆ ਨਾ ਤਾਂ ਮੇਰੇ 'ਤੇ ਫਿੱਟੇ ਮੂੰਹ ਹੈ। ਜੇ ਮੈਂ ਐਡਾ ਵੱਡਾ ਫੈਸਲਾ ਲੈ ਕੇ ਵਿਆਹ ਕਰਾ ਕੇ ਹੁਣ ਇਹਨੂੰ ਛੱਡਦਾ, ਠੀਕ ਹੈ ਨਾ, ਮੈਂ ਸੋਚਿਆ ਹੀ ਨਹੀਂ ਕਦੇ ਇਹ ਚੀਜ਼ ਵੀ ਇਹਨੂੰ ਛੱਡ ਦੂੰਗਾ। ਮੈਂ ਤਾਂ ਸਾਰੀ ਰਾਤ ਥੋੜ੍ਹੀ ਦੇਰ ਬਾਅਦ ਉੱਠ ਕੇ ਇਹਨਾਂ ਨੂੰ ਦੇਖਦਾ ਰਹਿੰਦਾ ਵੀ ਕੋਈ ਦਿੱਕਤ ਤਾਂ ਨਹੀਂ, ਕੋਈ ਪ੍ਰੋਬਲਮ ਤਾਂ ਨਹੀਂ, ਕੋਈ ਪੇਨ ਪੂਨ ਤਾਂ ਨਹੀਂ ਹੋ ਰਿਹਾ ਇਹਨਾਂ ਨੂੰ ਪੇਟ 'ਚ। ਮੈਂ ਇਹਨਾਂ ਨੂੰ ਪੁੱਛਦਾ ਰਹਿੰਦਾ, ਕਈ ਵਾਰ ਰਾਤ ਨੂੰ ਉੱਠ ਖੜ੍ਹਦੇ ਆ ਨਾ ਇਹ, ਕਈ ਵਾਰ ਮੈਂ ਇਹਨਾਂ ਨੂੰ ਮੈਨੂੰ ਨਾਲ ਦੀ ਨਾਲ ਜਾ ਕੇ ਇੰਨੇ ਪੁੱਛਦਾ ਵੀ ਕੋਈ ਦਿੱਕਤ ਹੈ ਜਸਪ੍ਰੀਤ, ਕੋਈ ਪ੍ਰੋਬਲਮ ਆ ਰਹੀ ਹੈ? ਇਹਨਾਂ ਦਾ ਨਾਮ ਅਸੀਂ ਜਸਪ੍ਰੀਤ ਰੱਖਿਆ, ਘਰੇ ਬੋਲ ਦਿਆਂਗੇ। ਮੈਂ ਇਹਨਾਂ ਨੂੰ ਪੁੱਛ ਲੈਂਦਾ ਹੁੰਦਾ ਵੀ ਕੋਈ ਦਿੱਕਤ ਹੈ, ਕਹਿਣਗੇ ਨਹੀਂ ਕੋਈ ਦਿੱਕਤ ਨਹੀਂ। ਮਤਲਬ ਸਾਰੀ ਰਾਤ ਟੈਨਸ਼ਨ 'ਚ ਲੰਘ ਜਾਂਦੀ ਹੈ ਮੇਰੀ ਵੀ ਇਹਨਾਂ ਨੂੰ ਨਾ ਕੋਈ ਪ੍ਰੋਬਲਮ ਆਵੇ। ਮੈਂ ਘਰੇ ਵੀ ਫੈਮਿਲੀ ਨੂੰ ਇਹ ਕਹਿੰਦਾ ਰਹਿੰਦਾ ਵੀ ਯਾਰ ਜੇ ਇਹਨਾਂ ਤੋਂ ਨਹੀਂ ਹੁੰਦਾ ਕੋਈ ਕੰਮ ਹੈਵੀ ਵਾਲਾ ਤੁਸੀਂ ਨਾ ਕਰਾਇਆ ਕਰੋ, ਮੈਨੂੰ ਦੱਸ ਦਿਆ ਕਰੋ, ਮੈਂ ਕਰ ਦੂੰਗਾ। ਜੇ ਤੁਹਾਨੂੰ ਕਰਨ 'ਚ ਕੋਈ ਦਿੱਕਤ ਹੈ ਮੈਂ ਕਰ ਦੂੰਗਾ, ਤੁਸੀਂ ਇਹਨੂੰ ਨਾ ਕਹੋ। ਕਿਉਂਕਿ ਡਾਕਟਰ ਨੇ ਸਾਫ਼ ਮਨਾ ਕੀਤਾ ਹੈ ਵੀ ਇਹ ਤੋਂ ਵੇਟ ਨਹੀਂ ਹੈਵੀ ਚੁਕਾਉਣਾ ਹੈਗਾ, ਜੇ ਚੱਕੂਗੇ ਇਹਦੇ ਪੇਨ ਫੇਰ ਹੋਊਗਾ। ਉਹ ਸੋਲਿਊਸ਼ਨ ਕੋਈ ਹੈ ਨਹੀਂ ਗਾ ਉਹਦਾ, ਨਾ ਮੇਰੇ ਹੱਥ 'ਚ ਹੈ ਨਾ ਡਾਕਟਰਾਂ ਦੇ ਹੱਥ 'ਚ ਹੈ, ਕਿਸੇ ਦੇ ਹੱਥ 'ਚ ਹੀ ਨਹੀਂ ਇਹ ਚੀਜ਼। ਅੱਛਾ ਤੁਸੀਂ ਇਹ ਦੱਸਦੇ ਸੀ ਕਿ ਵਿਆਹ ਤੋਂ ਅੱਜ ਤੁਸੀਂ ਪਹਿਲੀ ਵਾਰ ਬਾਹਰ ਘੁੰਮਣ ਆਏ ਹੋ, ਜਿੱਦਾਂ ਦੇ ਤੁਹਾਡਾ ਵਿਆਹ ਹੋਇਆ ਆ, ਤੇ ਉਸ ਤੋਂ ਪਹਿਲਾਂ ਤੁਸੀਂ ਡਾਕਟਰਾਂ ਦੇ ਹੀ ਚੱਕਰ ਕੱਟ ਰਹੇ ਹੋ ਤੇ 2 ਲੱਖ ਰੁਪਇਆ ਹੁਣ ਤੱਕ ਲਾ ਚੁੱਕੇ ਹੋ। ਹਾਂਜੀ ਮਤਲਬ ਜਦੋਂ ਦੀ ਸਾਡੀ ਮੈਰਿਜ ਹੋਈ ਹੈ, ਕਿੰਨਾ ਟਾਈਮ ਹੋਇਆ? 1.5 ਸਾਲ ਹੋ ਗਿਆ ਜੀ, ਤੇ ਆਹ 25 ਸਤੰਬਰ ਨੂੰ 2 ਸਾਲ ਕੰਪਲੀਟ ਹੋ ਜਾਣਗੇ। ਤੇ ਮਤਲਬ ਅਸੀਂ ਫਸਟ ਟਾਈਮ ਹੀ ਮਤਲਬ ਹੁਣ ਬਾਹਰ ਨਿਕਲ ਆਵਾਂਗੇ ਵੀ ਹਾਂ ਚਲੋ ਇੱਦਾਂ ਬਾਹਰ ਆਏਆਂਗੇ। ਨਹੀਂ ਤਾਂ ਮੈਂ ਹੁਣ ਤੱਕ 1.5 ਸਾਲ 'ਚ ਮੈਨੂੰ ਲੱਗਦਾ ਡਾਕਟਰਾਂ ਕੋਲ ਹੀ ਗਏ ਆ। ਸਾਡੇ ਸ਼ਹਿਰ ਦਾ ਕੋਈ ਡਾਕਟਰ ਹੀ ਨਹੀਂ ਹੋਣਾ ਜਿਹਦੇ ਕੋਲ ਅਸੀਂ ਨਾ ਗਏ ਹੋਈਏ, ਠੀਕ ਹੈ ਨਾ। ਸਾਰੇ ਮੈਨੂੰ ਗਲੀ ਮਹੱਲੇ ਵਾਲੇ ਵੀ ਇਹ ਗੱਲ ਕਹਿੰਦੇ ਨੇ, ਯਾਰ ਤੁਸੀਂ ਡਾਕਟਰਾਂ ਕੋਲ ਹੀ ਜਾਂਦੇ ਰਹਿੰਦੇ ਹੋਗੇ। ਜਿੱਥੇ ਮੈਂ ਜੋਬ ਕਰਦਾ ਮੈਨੂੰ ਉਹ ਵੀ ਕਹਿਣ ਲੱਗ ਜਾਂਦੇ ਨੇ, ਮੈਂ ਜਦੋਂ ਵੀ ਉਹਨਾਂ ਨੂੰ ਕਹਿੰਦਾ ਵੀਰੇ ਮੈਂ ਆ ਗਿਆ ਜੀ, ਮੇਰੀ ਵਾਈਫ ਬਿਮਾਰ ਹੈ, ਮੇਰੀ ਵਾਈਫ ਬਿਮਾਰ ਹੈ, ਉਹ ਮੈਨੂੰ ਇਹ ਕਹਿੰਦੇ ਨੇ ਯਾਰ ਤੂੰ ਵਿਆਹ ਤੋਂ ਬਾਅਦ ਘੁੰਮਣ ਨਹੀਂ ਇੰਨਾ ਗਿਆ ਜਿੰਨਾ ਡਾਕਟਰਾਂ ਕੋਲ ਗਿਆ। ਮੈਂ ਕਿਹਾ ਜੀ ਕੀ ਕਰਾਂ, ਮੇਰੀ ਮਜਬੂਰੀ ਹੈ, ਠੀਕ ਹੈ ਨਾ। ਜੇ ਹੁਣ ਮੈਂ ਉਹਦੇ ਨਾਲ ਵਿਆਹ ਕਰਾਇਆ ਤਾਂ ਮੈਨੂੰ ਸਾਰਾ ਕੁਝ ਫੇਸ ਕਰਨਾ ਪਊ, ਮੈਨੂੰ ਉਹਦਾ ਸਾਥ ਵੀ ਦੇਣਾ ਪਊਗਾ। ਜੇ ਮੈਂ ਚੁਣਿਆ, ਮੈਂ ਹੁਣ ਸਾਰਾ ਕੁਝ ਮੈਂ ਦੇਖਣਾ ਹੈਗਾ। ਜੇ ਮੈਂ ਪਿੱਛੇ ਹਟਦਾ ਉਹਨੂੰ ਕੌਣ ਸਾਂਭੂਗਾ ਨਾ। ਜੇ ਮੈਂ ਇਹਨੂੰ ਛੱਡੂੰਗਾ ਕਿਸੇ ਦੇ ਕਹਿਣ 'ਤੇ ਵਿਚਾਰੀ ਇਹ ਰੁਲ ਜੂ, ਇਹ ਕਿੱਥੇ ਜਾਊ, ਆਪਦੀ ਫੈਮਿਲੀ ਛੱਡ ਕੇ ਆਈਏ ਮੇਰੇ ਭਰੋਸੇ, ਤਾਂ ਮੇਰਾ ਹੱਥ ਕਿਵੇਂ ਛੱਡ ਸਕਦਾ ਗਾ। ਮੈਂ ਮਤਲਬ ਤੁਹਾਨੂੰ ਸੀਰੀਅਸ ਦੱਸਾਂ, ਮੇਰੇ ਮਨ ਦੇ ਵਿੱਚ ਇਹਨਾਂ ਲਈ ਕਦੇ ਇਹ ਗੱਲ ਨਹੀਂ ਆਈ ਵੀ ਇਹ ਬਿਮਾਰ ਹੁੰਦੇ ਨੇ। ਮੈਂ ਤਾਂ ਆਪ ਇਹਨਾਂ ਨੂੰ ਕਹਿਣਾ ਹੁੰਦਾ ਤੁਸੀਂ ਬਹਿ ਜਾਓ, ਜਿਹੜਾ ਕੰਮ ਕਰਨਾ ਮੈਨੂੰ ਦੱਸ ਦਿਓ, ਮੈਂ ਕਰ ਲਊਂਗਾ, ਤੁਸੀਂ ਤਕਲੀਫ ਨਾ ਕਰੋ ਆਪਦੇ ਵਾਸਤੇ, ਤੁਸੀਂ ਆਪਦਾ ਧਿਆਨ ਰੱਖਿਆ ਕਰੋ। ਮਤਲਬ ਬਸ ਇਹੀ ਹੁੰਦਾ ਵੀ ਠੀਕ ਰਹਿਣ, ਮੇਰੇ ਮਨ 'ਚ ਹਮੇਸ਼ਾ ਹੀ ਚੱਲਦਾ ਰਹਿੰਦਾ ਵੀ ਠੀਕ ਰਹਿਣ। ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਰੱਬਾ ਜਿਹੜੀ ਮੇਰੀ ਲਾਈਫ ਦੀ ਖੁਸ਼ੀ ਹੈ ਇਹਨਾਂ ਦੀ ਝੋਲੀ ਪਾ ਦੇ, ਜਿਹੜੇ ਦੁੱਖ ਨੇ ਉਹ ਮੈਨੂੰ ਦੇ ਦੇ।
ਅੱਛਾ ਵੀਰੇ, ਤੁਸੀਂ ਇਹ ਦੱਸਦੇ ਸੀਗੇ ਕਿ ਰਾਤ ਨੂੰ ਕਈ ਵਾਰੀ ਉੱਠ ਕੇ ਭੱਜ ਜਾਂਦੇ ਹੁੰਦੇ ਸੀ, ਬੜੇ ਜ਼ੋਰ ਨਾਲ ਤੁਸੀਂ ਖਿੱਚ ਕੇ ਲਿਆਉਂਦੇ ਹੁੰਦੇ ਸੀ, ਕੀ ਹੋ ਗਿਆ ਸੀਗਾ? ਐਕਚੁਅਲੀ ਕੀ ਹੈ, ਮਤਲਬ ਕੁਛ ਕੁ ਤੋਂ 4 ਕੁ ਮਹੀਨੇ ਪਹਿਲਾਂ 5 ਕੁ ਮਹੀਨੇ ਪਹਿਲਾਂ, ਜਿਵੇਂ ਇਹਨਾਂ ਨੂੰ ਪਹਿਲਾਂ ਜਿਹੜੀ ਦਿੱਕਤ ਹੈਗੀ ਆ ਉਹ ਤਾਂ ਹੈਗੀ ਹੈ। 5 ਕੁ ਮਹੀਨੇ ਪਹਿਲਾਂ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਹਾਂ, ਤੁਸੀਂ ਸੁਣਿਆ ਹੋਣਾ ਹੈਗਾ ਓਪਰੀ ਹਵਾ ਜਾਂ ਕਸਰ ਕਹਿ ਦਿੰਦੇ ਹੈਗੇ ਨਾ, ਇਹਨਾਂ ਨੂੰ ਉਹ ਪ੍ਰੋਬਲਮ ਹੋ ਗਈ ਸੀਗੀ। ਤੇ ਮਤਲਬ ਉਹ ਇੰਨੀ ਜ਼ਿਆਦਾ ਦਿੱਕਤ ਆ ਗਈ ਸੀ ਇਹਨਾਂ ਨੂੰ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੈਨੂੰ ਹੁਣ ਵੀ ਕਈ ਵਾਰ ਸੋਚਦਾ ਨਾ ਮੇਰੇ ਹੰਝੂ ਨਿਕਲੇ ਆਉਂਦੇ ਵੀ ਯਾਰ ਐਡੀ ਪ੍ਰੋਬਲਮ ਇਨਸਾਨ ਦੇ ਉੱਤੇ ਪਹਿਲਾਂ ਪਈ ਹੋਵੇ, ਉਹ ਤੋਂ ਇੱਦਾਂ ਦੀ ਦਿੱਕਤ ਆ ਜੇ, ਮਤਲਬ ਉਹ ਇਨਸਾਨ ਕਿੱਦਾਂ ਫੇਸ ਕਰਕੇ ਆਇਆ ਸਾਰਾ ਕੁਝ ਹੈ ਨਾ, ਉਹਨੂੰ ਹੀ ਪਤਾ ਹੈਗਾ। ਉਹ ਜੇ ਨਾ ਬੀਤਦੀ ਹੈ ਕਹਿੰਦੇ ਉਹਨੂੰ ਪਤਾ ਹੁੰਦਾ ਹੈਗਾ। ਤੇ ਰਾਤ ਨੂੰ ਜਦੋਂ ਉਹ ਚੀਜ਼ ਸੀਗੀ, ਦਿੱਕਤ ਸੀਗੀ ਇਹਨਾਂ ਨੂੰ, ਕਈ ਵਾਰ ਰਾਤ ਨੂੰ ਅੱਧੀ ਰਾਤ ਨੂੰ 2 ਵਜੇ 3 ਵਜੇ ਉੱਠ ਕੇ ਬਾਹਰ ਚਲੇ ਜਾਣਾ। ਠੀਕ ਹੈ, ਮੈਂ ਇਹਨਾਂ ਨੂੰ ਰਾਤ ਨੂੰ ਖਿੱਚ ਕੇ ਅੰਦਰ ਲੈ ਕੇ ਆਉਣਾ, ਮੈਂ ਸਾਰੀ ਰਾਤ ਪਾਠ ਕਰਦਾ ਰਹਿੰਦਾ ਸੀਗਾ ਵੀ ਕਿਸੇ ਤਰੀਕੇ ਠੀਕ ਹੋ ਜਾਣ। ਠੀਕ ਹੈ ਨਾ, ਮੈਨੂੰ ਪਹਿਲਾਂ ਕੁਝ ਪਤਾ ਨਹੀਂ ਲੱਗਿਆ ਵੀ ਇਹਨਾਂ ਨੂੰ ਕੀ ਦਿੱਕਤ ਹੈਗੀ। ਮੇਰੇ ਮਤਲਬ ਮੈਨੂੰ ਹੌਲੇ ਹੌਲੇ ਸ਼ੱਕ ਪੈਣ ਲੱਗ ਗਿਆ ਜਦੋਂ ਮਤਲਬ ਇਹਨਾਂ ਦੀਆਂ ਮੈਂ ਗੱਲਾਂ ਦੇਖੀਆਂ, ਇਹਨਾਂ ਦੇ ਗੱਲਬਾਤ ਦਾ ਸਟਾਈਲ ਦੇਖਿਆ, ਮਤਲਬ ਇਹਨਾਂ ਦੇ ਅੱਖਾਂ ਚੇਂਜ ਹੋ ਗਈਆਂ, ਮਤਲਬ ਹੈ ਨਾ ਮੂੰਹ ਇਹਨਾਂ ਦਾ ਸਾਰਾ ਸੁੱਜ ਗਿਆ, ਤੇ ਇਹਨਾਂ ਦੀ ਟੋਨ ਚੇਂਜ ਹੋ ਗਈ ਬੋਲਣ ਦੀ। ਮੈਨੂੰ ਬੋਲਿਆ ਕਰਨ, ਮਤਲਬ ਗੱਲ ਮੈਂ ਕਹਿ ਰਿਹਾ ਕਰਾਂ ਵੀ ਜਸਪ੍ਰੀਤ ਤੁਹਾਨੂੰ ਕੀ ਹੋਇਆ ਹੈ ਨਾ, ਤੁਸੀਂ ਇੱਦਾਂ ਬੋਲਦੇ ਹੋ, ਮੇਰਾ ਹੱਥ ਮਾਰਿਆ ਕਰਨ ਚੱਕ ਕੇ ਪਰਾਂ, ਤੇ ਮੈਨੂੰ ਬੋਲਿਆ ਕਰਨ ਇਹਨੂੰ ਤਾਂ ਮੈਂ ਨਾਲ ਹੀ ਲੈ ਕੇ ਜਾਊਂਗਾ, ਇਹਨੂੰ ਤਾਂ ਮੈਂ ਨਾਲ ਲੈ ਕੇ ਜਾਊਂਗਾ, ਵੀ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਇਹਨੂੰ ਮੈਂ ਛੱਡ ਕੇ ਨਹੀਂ ਜਾਣਾਗਾ, ਇਹਨੂੰ ਨਾਲ ਲੈ ਕੇ ਜਾਊਂਗਾ। ਮਤਲਬ ਮੈਂ ਡਰ ਗਿਆ, ਮੈਂ ਕਿਹਾ ਯਾਰ ਕੀ ਦਿੱਕਤ ਹੈ। ਮੈਂ ਆਪਣੀ ਫੈਮਿਲੀ ਨਾਲ ਗੱਲ ਕੀਤੀ ਘਰੇ, ਮੈਂ ਕਿਹਾ ਡੈਡੀ ਇੱਦਾਂ ਕਰਕੇ ਗੱਲਬਾਤ ਹੈਗੀ ਵੀ ਕੋਈ ਮੈਨੂੰ ਦੂਜੀ ਗੱਲ ਲੱਗਦੀ ਹੈਗੀ, ਮਤਲਬ ਕਸਰ ਵਾਲੀ ਗੱਲ ਲੱਗਦੀ ਹੈ। ਫਾਦਰ ਸਾਹਿਬ ਵੀ ਸਾਡੇ ਸਾਰੇ ਘਰੇ ਡਰ ਗਏ, ਕਦੇ ਦੇਖੀ ਨਹੀਂ ਸੀ ਇੱਦਾਂ ਦੀ ਚੀਜ਼ ਹੈ ਨਾ, ਫੈਮਿਲੀ ਦੇ ਵਿੱਚ ਕਦੇ ਵੀ ਨਹੀਂ ਸਾਡੇ ਇੱਦਾਂ ਦੀ, ਪਹਿਲੀ ਵਾਰ ਅਸੀਂ ਦੇਖੀ, ਮੈਂ ਪਹਿਲੀ ਵਾਰ ਦੇਖੀ ਆਪਣੀ ਲਾਈਫ 'ਚ। ਅਸੀਂ ਮੈਂ ਕਿਸੇ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਇੱਥੇ ਆਪਣੇ ਸ਼ਹਿਰ ਦੇ ਵਿੱਚ ਪੀਰਖਾਨਾ ਹੈਗਾ, ਵੀ ਤੁਸੀਂ ਉੱਥੇ ਲੈ ਜਾਓ, ਜੇ ਕੋਈ ਗੱਲ ਹੋਈ ਤੁਹਾਡੇ ਸਾਹਮਣੇ ਆ ਜਾਊਗੀ। ਜਦੋਂ ਅਸੀਂ ਇਹਨਾਂ ਨੂੰ ਘਰੋਂ ਲੈ ਕੇ ਗਏ, ਮਤਲਬ ਇਹਨਾਂ ਤੋਂ ਤੁਰਿਆ ਨਹੀਂ ਆਉਂਦਾ ਸੀ, ਇਹਨਾਂ ਦੀਆਂ ਅੱਖਾਂ ਬੰਦ ਰਹਿਣ ਲੱਗ ਗਈਆਂ ਸੀ ਹਰ ਟਾਈਮ ਹੀ। ਹਾਂ, ਇਹਨਾਂ ਤੋਂ ਤੁਰਿਆ ਨਹੀਂ ਆਉਂਦਾ ਸੀ, ਜਿਵੇਂ ਘਰ ਦੇ ਵਿੱਚ ਬਾਬਾ ਜੀ ਦੀਆਂ ਫੋਟੋਆਂ ਨੇ, ਉਹਦੇ ਸਾਹਮਣੇ ਨਹੀਂ ਜਾਂਦੇ ਸੀ, ਇਹ ਰੋਸ਼ਨੀ 'ਚ ਨਹੀਂ ਬਾਹਰ ਨਿਕਲਦੇ ਸੀ, ਹਨੇਰੇ 'ਚ ਬੈਠੇ ਰਹਿੰਦੇ ਸੀ। ਤੇ ਇਹਨਾਂ ਨੂੰ ਜਦੋਂ ਅਸੀਂ ਲੈ ਕੇ ਗਏ, ਤੁਸੀਂ ਯਕੀਨ ਨਹੀਂ ਕਰਨਾ, ਅਸੀਂ ਰਾਸਤੇ ਦੇ ਵਿੱਚ ਸੀਗੇ, ਅੱਧ ਰਾਹ 'ਚ ਸੀਗੇ, ਇਹਨਾਂ ਨੇ ਇਹਨਾਂ ਨੂੰ ਹਾਲੇ ਦੱਸਿਆ ਨਹੀਂ ਸੀ ਵੀ ਕਿੱਥੇ ਜਾ ਰਹੇ ਹਾਂ। ਇਹਨਾਂ ਨੂੰ ਮੈਂ ਵੈਸੇ ਕਿਹਾ, ਮੈਂ ਕਿਹਾ ਆਪਾਂ ਘੁੰਮ ਕੇ ਆਉਂਦੇ ਹਾਂ, ਗੇੜਾ ਦੇ ਕੇ ਆਉਂਦੇ ਹਾਂ ਪਾਰਕ 'ਚ। ਕਹਿੰਦੇ ਚਲੋ, ਇਹਨਾਂ ਲੈ ਕੇ ਇਹਨਾਂ ਨੂੰ ਰਾਹ 'ਚ, ਮੈਨੂੰ ਪਤਾ ਕਹਿੰਦੇ ਅੱਧੀ ਰਾਹ ਦੇ ਵਿੱਚ ਪਹੁੰਚ ਗਏ, ਪੀਰਖਾਨੇ ਜਾ ਰਹੇ ਹੋ ਨਾ ਕਹਿੰਦੇ। ਮਤਲਬ ਇਹਨਾਂ ਨੂੰ ਇਹ ਚੀਜ਼ ਪਤਾ ਲੱਗ ਗਈ, ਉਹ ਕਿੱਦਾਂ ਪਤਾ ਲੱਗੀ ਮੈਨੂੰ ਨਹੀਂ ਪਤਾ। ਪੀਰਖਾਨੇ ਜਾ ਰਹੇ ਹੋ ਨਾ, ਲੈ ਜਾਓ ਕਹਿੰਦੇ, ਜਿੱਥੇ ਮਰਜ਼ੀ ਲੈ ਜਾਓ, ਜ਼ੋਰ ਲਾ ਲਓ, ਨਹੀਂ ਬਚਾ ਸਕਦੇ ਇਹਨੂੰ। ਮਤਲਬ ਇਹ ਗੱਲਾਂ ਮੂਹਰੋਂ ਆਪ ਦੇ ਮੂੰਹੋਂ ਬੋਲਣ ਲੱਗ ਗਏ। ਮੈਂ ਡਰ ਗਿਆ, ਮੇਰੇ ਮਤਲਬ ਅੱਖਾਂ 'ਚੋਂ ਪਾਣੀ, ਵੀ ਕੀ ਚੀਜ਼ ਹੋ ਰਹੀ ਹੈ, ਵੀ ਮੈਂ ਜਦੋਂ ਦਾ ਵਿਆਹ ਕਰਾਇਆ ਮੇਰੇ ਨਾਲ ਮੁਸੀਬਤਾਂ ਹੀ ਆਈ ਜਾ ਰਹੀਆਂ, ਵੀ ਮੈਂ ਕਿੰਨਾ ਕੁ ਭੱਜਿਆ ਫਿਰਦਾਗਾ, ਪਰ ਮੈਂ ਰੱਬ ਕਿਉਂ ਨਹੀਂ ਇਹ ਦੇਖ ਰਿਹਾ ਵੀ ਵਿਚਾਰੇ ਇੰਨੇ ਪ੍ਰੋਬਲਮਾਂ 'ਚ ਨੇ, ਹੈ ਨਾ। ਤੇ ਜਿਵੇਂ ਰੱਬ ਇਮਤਿਹਾਨ ਲੈ ਰਿਹਾ ਸੀ ਸਾਡਾ, ਤੇ ਅਸੀਂ ਪੀਰਖਾਨੇ ਦੇ ਬਾਹਰ ਪਹੁੰਚੇ। ਇਹ ਬਾਹਰ ਜਦੋਂ ਪਹੁੰਚੇ ਪੀਰਖਾਨੇ ਮਤਲਬ ਦੇ, ਉੱਥੇ ਹੀ ਡਿੱਗ ਗਏ ਇਹ। ਉੱਥੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਚੱਕ ਕੇ ਕਹਿੰਦੇ ਇਹਨਾਂ ਨੂੰ ਅੰਦਰ ਲੈ ਚੱਲੋ, ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕੋਈ ਗੱਲ ਹੈਗੀ। ਜਦੋਂ ਇਹਨਾਂ ਨੂੰ ਅੰਦਰ ਲੈ ਕੇ ਜਾਣ ਲੱਗੇ, ਅਸੀਂ 3-4 ਜਣੇ ਸੀ, ਸਾਨੂੰ ਸਾਰਿਆਂ ਨੂੰ ਇਹਨਾਂ ਨੇ ਧੱਕਾ ਇੰਨੀ ਜ਼ੋਰ ਦੀ ਮਾਰਿਆ ਵੀ ਅਸੀਂ ਕਾਫੀ ਦੂਰ ਜਾ ਕੇ ਡਿੱਗੇ ਸਾਰੇ ਜਣੇ। ਮਤਲਬ ਸੇਵਾਦਾਰ ਸੀ ਉੱਥੇ 2-3 ਜਣੇ, ਮੈਂ ਸੀਗਾ, ਮਤਲਬ ਟੋਟਲ 3-4 ਜਣੇ ਸੀ ਘੱਟੋ ਘੱਟ। ਇਹਨਾਂ 'ਚ ਇੰਨੀ ਜਾਨ ਸੀਗੀ, ਮਤਲਬ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਪਰਾਂ ਸਿੱਟਿਆ ਚੱਕ ਕੇ। ਬਾਬਾ ਜੀ ਸੀਗੇ ਜਿਹੜੇ ਉੱਥੇ ਅੰਦਰ ਪੀਰਖਾਨੇ ਦੇ, ਹੈ ਨਾ, ਉਹਨਾਂ ਨੇ ਦੇਖ ਲਿਆ ਸਾਰਾ ਕੁਛ, ਕਿਉਂਕਿ ਇਹ ਚੀਕਾਂ ਬਹੁਤ ਜ਼ੋਰ ਦੀ ਮਾਰਦੇ ਸੀ, ਮੈਂ ਨਹੀਂ ਜਾਣਾ ਅੰਦਰ, ਮੈਂ ਨਹੀਂ ਜਾਣਾ, ਮੈਨੂੰ ਛੱਡ ਦਿਓ, ਮੈਂ ਮਰ ਜੂੰਗੀ, ਮੈਨੂੰ ਛੱਡ ਦਿਓ। ਇਹਨਾਂ ਨੂੰ ਅੰਦਰ ਲੈ ਕੇ ਬਾਬਾ ਜੀ ਕਹਿੰਦੇ ਮਤਲਬ ਇਹਨਾਂ ਨੂੰ ਬਿਠਾ ਦਿਓ ਇੱਥੇ, ਮਤਲਬ ਅੰਦਰ ਪੀਰਖਾਨੇ ਦੇ, ਜਿੱਥੇ ਜੋਤਾਂ ਚੱਲਦੀਆਂ ਹੁੰਦੀਆਂ ਉੱਥੇ ਬਿਠਾ ਤਾ। ਬਾਬਾ ਜੀ ਨੇ ਮੈਨੂੰ ਸਿੱਧਾ ਹੀ ਗੱਲ ਕਹਿਤਾ, ਕਹਿੰਦੇ ਵੀ ਬੇਟੇ ਇਹਨਾਂ ਨੂੰ ਓਪਰੀ ਹਵਾ ਗਈ, ਕਹਿੰਦੇ ਕਸਰ ਹੈਗੀ ਵੀ ਇਹਨਾਂ ਨੂੰ, ਤੇ ਕਹਿੰਦੇ ਮੈਂ ਸਾਰਾ ਕੁਝ ਦੇਖ ਲਿਆ, ਕਹਿੰਦੇ ਇਹਨਾਂ ਨੂੰ ਇੱਥੇ ਹੀ ਬਿਠਾਓ। ਅਸੀਂ 7 ਵਜੇ ਸ਼ਾਮੀ ਚਲੇ ਗਏ ਸੀ, ਰਾਤ ਦੇ 2-3 ਵੱਜ ਗਏ ਉੱਥੇ ਪੀਰਖਾਨੇ ਵਿੱਚ। ਬਾਬੇ ਨੇ ਸਾਨੂੰ ਉਠਾਇਆ ਨਹੀਂ ਹੈਗਾ, ਉਹ ਦੇਖੀ ਗਏ। ਇਹ ਸਾਰੀ ਰਾਤ ਖੇਡਦੇ ਰਹੇ ਉੱਥੇ, ਚੂੜੀਆਂ ਇਹਨਾਂ ਨੇ ਸਾਰੀਆਂ ਜਿਹੜੀਆਂ ਪਾਈਆਂ ਸੀ ਤੋੜ ਲਈਆਂ, ਆਪਦੇ ਮਾਰ ਲਈਆਂ ਹੱਥ ਤੇ, ਸਾਰੀ ਰਾਤ ਖੇਡਦੇ ਰਹੇ। ਜਿਵੇਂ ਉਹਨਾਂ ਦੇ ਦਰਬਾਰ ਦੇ ਵਿੱਚ ਕੀਰਤਨ ਚੱਲਦਾ ਸੀਗਾ, ਇਹ ਨਾਲ ਹੀ ਖੇਡਣ ਲੱਗ ਜਾਂਦੇ, ਇਹਨਾਂ ਦੇ ਵਾਲ ਖੁੱਲੇ ਸਾਰੇ, ਕੰਧ ਸਿਰ ਫਰਸ਼ ਨਾਲ ਟੱਕਰ ਮਾਰ ਲੱਗੇ, ਜ਼ੋਰ ਦੀ ਮੱਥਾ ਮਾਰ ਲੱਗੇ। ਮੇਰੇ ਮੰਮੀ ਡਰ ਗਏ, ਡੈਡੀ ਡਰ ਗਏ। ਉਹਨਾਂ ਦੇ ਮਨ ਦੇ ਵਿੱਚ ਹੋਰ ਇਹ ਜਾਣ ਲੱਗ ਗਿਆ ਵੀ ਯਾਰ ਪਤਾ ਨਹੀਂ ਕਿਹੋ ਜਿਹੀ ਕੁੜੀ ਲੈ ਕੇ ਆਇਆ ਹੈਗਾ, ਵੀ ਪ੍ਰੋਬਲਮ ਤੇ ਪ੍ਰੋਬਲਮ ਆਈ ਜਾ ਰਹੀਆਂ ਹੈਗੀਆਂ, ਹੈ ਨਾ। ਤੇ ਫਿਰ ਉਹਨਾਂ ਨੇ ਜਦੋਂ ਬਾਬਾ ਜੀ ਨੇ ਪੁੱਛਿਆ, ਜਦੋਂ ਸਾਰੀ ਸੰਗਤ ਚਲੀ ਗਈ, ਉਹਨਾਂ ਨੇ ਫਿਰ ਮਤਲਬ ਥੋੜ੍ਹੇ ਬੰਦੇ ਰਹਿ ਗਏ, ਇਹਨਾਂ ਨੂੰ ਮੈਨੂੰ ਕਹਿੰਦੇ ਬੇਟੇ ਇਹਨਾਂ ਨੂੰ ਲੈ ਆ ਵਿਚਾਲੇ ਬਿਠਾ ਲੈ। ਜਦੋਂ ਇਹਨਾਂ ਨੂੰ ਜਾ ਕੇ ਬਿਠਾਇਆ, ਬਾਬੇ ਨੇ ਪੁੱਛਿਆ ਵੀ ਇਹਨਾਂ ਨੂੰ ਪੁੱਛਿਆ ਵੀ ਹਾਂ ਕੁੜੀਏ ਕੀ ਦਿੱਕਤ ਹੈ ਇਹਨਾਂ ਨੂੰ, ਮਤਲਬ ਇਹ ਪੁੱਛਿਆ ਇਹਨਾਂ ਨੂੰ ਮੂਹਰੋਂ, ਜਿਹਦਾ ਕੁਛ ਹੋਰ ਬੋਲਦਾ ਹੁੰਦਾ ਹੈ ਨਾ ਮੂਹਰੋਂ, ਕਹਿੰਦਾ ਕੌਣ ਆ ਤੂੰ। ਬਾਬਾ ਜੀ ਨੂੰ ਕਹਿੰਦਾ ਤੂੰ ਕਿੰਨਾ ਮਰਜ਼ੀ ਜ਼ੋਰ ਲਾ ਲੈ, ਮੈਂ ਨਹੀਂ ਜਾਂਦਾ, ਇਹਨੂੰ ਨਾਲ ਲੈ ਕੇ ਜਾਊਂਗਾ, ਇਹਨੂੰ ਇਸ ਘਰ 'ਚ ਨਹੀਂ ਰਹਿਣ ਦੇਣਾ, ਨਾ ਇਹਦੇ ਬੱਚਾ ਹੋਣ ਦੇਵਾਂ ਸਾਰੀ ਉਮਰ, ਨਾ ਇਹਨੂੰ ਇਸ ਘਰ ਦੇ ਵਿੱਚ ਸੁਖੀ ਰਹਿਣ ਦੇਵਾਂ, ਇਹ ਐਂ ਹੀ ਰਹੂਗੀ ਜਿਵੇਂ ਹੈਗੀ ਹੈ, ਇਹਨੂੰ ਨਾਲ ਲੈ ਕੇ ਜਾਊਂਗਾ ਮੈਂ। ਮਤਲਬ
ਇਦਾਂ ਕੁਝ ਵੀ ਫੇਸ ਕੀਤਾ ਲਾਈਫ ਦੇ ਵਿੱਚ। ਮੈਂ ਸ਼ੁਕਰ ਮੰਨਦਾ ਵੀ ਮੈਂ ਇੰਨਾ ਘੁੰਮਿਆ ਨਾ, ਉੱਥੋਂ ਵੀ ਨਹੀਂ ਠੀਕ ਹੋਏ ਹੈਗੇ। ਜਿੱਥੇ ਜਿੱਥੇ ਗਿਆ ਮੈਂ, ਕੋਈ ਮੈਨੂੰ ਦੱਸਦਾ ਸੀ ਤੂੰ ਇੱਥੇ ਲੈ ਜਾ, ਉੱਥੇ ਲੈ ਜਾ, ਮੈਂ ਹਰ ਪਾਸੇ ਲੈ ਜਾਂਦਾ ਸੀ। ਮੇਰੀ ਸੈਲਰੀ 'ਚੋਂ ਮੈਂ ਐਡਵਾਂਸ ਫੜ ਲੈਂਦਾ ਸੀ, ਵੀਰੇ 10,000 ਰੁਪਏ ਦਿਓ, ਮੈਂ ਇੱਥੇ ਲੈ ਕੇ ਜਾਣਾ, ਮੇਰੀ ਵਾਈਫ ਨੂੰ ਇੱਥੇ ਲੈ ਕੇ ਜਾਣਾ। ਉਹ ਵੀ ਪਰੇਸ਼ਾਨ ਹੋ ਗਏ ਵੀ ਹੁਣ ਤੱਕ ਇਹ ਸਹੀ ਕੰਮ ਕਰ ਰਿਹਾ ਸੀ, ਹੁਣ ਇਹਨੂੰ ਪਤਾ ਨਹੀਂ ਵਿਆਹ ਤੋਂ ਬਾਅਦ ਕੀ ਹੋਇਆ ਹੈਗਾ, ਵੀ ਰੋਜ਼ ਛੁੱਟੀ 'ਤੇ ਰਹਿੰਦਾ, ਰੋਜ਼ ਛੁੱਟੀ 'ਤੇ ਰਹਿੰਦਾ। ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਡੇਰਾ ਸਾਹਿਬ ਲੈ ਜਾਓ, ਧੌਲੀਧਾਰ ਕਾਫੀ ਨਾਮ ਹੈਗਾ, ਮਤਲਬ ਉੱਥੇ ਸੁਣਿਆ ਵੀ ਇੱਦਾਂ ਦੀ ਪ੍ਰੋਬਲਮ ਦਾ ਹੱਲ ਹੋ ਜਾਂਦਾ। ਅਸੀਂ ਇਹਨਾਂ ਨੂੰ ਡੇਰਾ ਸਾਹਿਬ ਲੈ ਕੇ ਗਏ। ਮਤਲਬ ਮੇਰੀ ਜੇਬ ਦੇ ਵਿੱਚ, ਮੈਨੂੰ ਸਹੀ ਯਾਦ ਆ, ਮੇਰੇ ਪੈਸੇ ਨਹੀਂ ਸੀ ਜੇਬ ਦੇ ਵਿੱਚ, ਅਤੇ ਨਾ ਮੈਂ ਤੁਹਾਨੂੰ ਐਵੇਂ ਝੂਠ ਬੋਲਾਂ, ਮੇਰੀ ਫੈਮਿਲੀ ਨੇ ਕਿਹਾ ਵੀ ਤੂੰ ਸਾਡੇ ਤੋਂ ਪੈਸੇ ਲੈ ਲੈ। ਅਤੇ ਮੈਂ ਆਪਦੇ ਯਾਰਾਂ ਦੋਸਤਾਂ ਤੋਂ ਉਧਾਰੇ ਲੈ ਕੇ ਇਹਨਾਂ ਨੂੰ ਲੈ ਕੇ ਗਿਆ, ਉੱਥੇ ਗੱਡੀ ਬੁੱਕ ਕਰਾਈ, ਕਿਉਂਕਿ ਜਾਣ ਦੀ ਹਾਲਤ 'ਚ ਨਹੀਂ ਸੀਗੇ, ਟ੍ਰੇਨ 'ਚ ਤਾਂ ਜਾ ਹੀ ਨਹੀਂ ਸਕਦੇ ਸੀ। ਇਹਨਾਂ ਨੂੰ ਲੱਤਾਂ ਬਾਹਾਂ ਬੰਨ੍ਹ ਕੇ ਲੈ ਕੇ ਗਏ ਅਤੇ ਡੇਰਾ ਸਾਹਿਬ ਜੋ ਲੈ ਕੇ ਗਏ, ਉੱਥੇ ਨਵਾਇਆ ਇਹਨਾਂ ਨੂੰ। ਮਤਲਬ ਉਹਨਾਂ ਨੇ ਉੱਥੇ ਦੇਖਿਆ ਗੁਰਦੁਆਰਾ ਸਾਹਿਬ, ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਨਾ, ਅਤੇ ਉਹਨਾਂ ਨੇ ਉੱਥੇ ਦੱਸੀ ਮੈਂ ਸਾਰੀ ਗੱਲ ਵੀ ਐਂ ਕਰਕੇ। ਕਹਿੰਦੇ ਪਹਿਲਾਂ ਇਹਨਾਂ ਨੂੰ ਤੁਸੀਂ ਧੌਲੀਧਾਰ ਥੱਲੇ ਲੈ ਜਾਓ, ਨਵਾ ਦਿਓ, ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਲੈ ਕੇ ਆਇਓ, ਇੱਥੇ ਬੇਰੀ ਥੱਲੇ ਬਿਠਾਇਓ। ਧੌਲੀਧਾਰ ਥੱਲੇ ਨਵਾਇਆ, ਇਹਨਾਂ ਨੇ ਇਸ਼ਨਾਨ ਕੀਤਾ। ਧੌਲੀਧਾਰ ਥੱਲੇ ਜਾਂਦੇ ਨਹੀਂ ਸੀ, ਬਹੁਤ ਮੁਸ਼ਕਿਲ। ਮੈਨੂੰ ਪਤਾ ਮੈਂ ਕਿੱਦਾਂ, ਮੇਰਾ ਬ੍ਰਦਰ ਸੀ ਨਾਲ, ਮੈਂ ਸੀ, ਇਹਨਾਂ ਦੀ ਸਿਸਟਰ ਛੋਟੀ ਪੂਨਮ ਉਹ ਮੇਰੇ ਨਾਲ ਸੀਗੀ, ਉਹਨੇ ਬਹੁਤ ਸਾਥ ਦਿੱਤਾ। ਉਹ ਸ਼ੁਰੂ ਤੋਂ ਮੇਰੇ ਨਾਲ ਹੀ ਰਹੀ ਹੈਗੀ, ਮਤਲਬ ਜਦੋਂ ਵੀ ਬਿਮਾਰ ਹੁੰਦੇ ਸੀ ਮੈਂ ਉਹਨੂੰ ਬੁਲਾ ਲੈਂਦਾ ਸੀਗਾ, ਉਹਨੂੰ ਮੈਂ ਦੱਸਦੀ ਸੀ ਐਂ ਕਰਕੇ ਗੱਲਬਾਤ ਹੈ, ਮੈਂ ਕਿਹਾ ਵੀ ਇੱਦਾਂ ਪ੍ਰੋਬਲਮ ਹੈ। ਫਿਰ ਉਹ ਮੇਰੇ ਨਾਲ ਰਹੀ। ਅਸੀਂ ਇਹਨਾਂ ਨੂੰ ਉੱਥੇ ਲੈ ਕੇ ਗਏ, ਬਹੁਤ ਮੁਸ਼ਕਿਲ ਲੈ ਕੇ ਗਏ, ਮਤਲਬ ਉੱਥੋਂ ਠੀਕ ਹੋਏ ਨੇ। ਮਤਲਬ ਉਹ ਪ੍ਰੋਬਲਮ ਇਹਨਾਂ ਦੀ ਉੱਥੋਂ ਸੋਲਵ ਹੋ ਗਈ। ਮੈਂ ਹੱਥ ਜੋੜਦਾ ਵੀ ਕਿਸੇ ਨੂੰ ਇੱਦਾਂ ਹੀ ਦਿੱਕਤ ਨਾ ਆਵੇ ਅੱਗੇ ਤੋਂ। ਬਾਬਾ ਜੀ ਅੱਗੇ ਅਰਦਾਸ ਕਰਦਾ ਵੀ ਸ਼ੁਕਰ ਹੈ, ਮੈਂ ਬਹੁਤ ਵਿਸ਼ਵਾਸ ਕਰਦਾ ਹੁਣ ਡੇਰਾ ਸਾਹਿਬ ਉੱਥੇ ਧੌਲੀਧਾਰ ਬਾਬਾ ਵਡਭਾਗ ਸਿੰਘ ਜੀ ਦਾ ਡੇਰਾ, ਉੱਥੇ ਮਤਲਬ ਵਧੀਆ ਵਿਸ਼ਵਾਸ ਬਣਿਆ ਹੋਇਆ ਮੇਰਾ। ਉੱਥੋਂ ਆ ਕੇ ਠੀਕ ਹੋਏ ਨੇਗੇ ਦੁਬਾਰਾ। ਖੈਰ ਬਾਬਾ ਜੀ ਕਰੇ ਇੱਦਾਂ ਪ੍ਰੋਬਲਮ ਆਈ ਨਹੀਂ ਹੈਗੀ, ਕਦੇ ਹਲੇ ਆਈ ਨਹੀਂ ਹੈਗੀ ਇੱਦਾਂ ਹੀ ਪ੍ਰੋਬਲਮ। ਅਸੀਂ ਜੋਤ ਲਾਉਂਦੇ ਹਾਂ ਉਹਨਾਂ ਦੀ, ਮੈਂ ਖੁਦ ਜੋਤ ਸੁਬਾਹ ਸ਼ਾਮ ਨੂੰ ਇਹ ਲਾਉਂਦੇ ਨੇਗੇ, ਮੈਂ ਜੋਬ 'ਤੇ ਆਉਂਦਾ ਗਾ। ਮਤਲਬ ਹੁਣ ਚਲੋ ਟੱਚ ਵੁੱਡ ਠੀਕ ਨੇਗੇ ਉੱਦਾਂ ਦੀ, ਮਤਲਬ ਜਿਹੜੀ ਪਰ ਪ੍ਰੋਬਲਮ ਜਿਹੜੀ ਸਰੀਰਕ ਵੱਲੋਂ ਉਹ ਤਾਂ ਹੈਗੀ ਜਿਹੜੀ ਹੈਗੀ। ਉਹਦੇ ਬਾਅਦ ਵੀ ਫਿਰ ਮੈਨੂੰ ਮਤਲਬ ਜਦੋਂ ਉੱਥੋਂ ਸੇ ਮੈਂ मतलब ऐसी जी हरकतें करने लग गई। ਜਦੋਂ ये ਉੱਥੋਂ ਬਾਬਾ ਡੇਰੇ जी लेके गए, उधर से लेके आए, तो मतलब होता ना एकदम से इंसान किसी भी चीज़ से नहीं सही होता है, चाहे वो मेडिकल हो चाहे ऐसी चीज़ें हो। तो ਜਦੋਂ ਮੈਨੂੰ घर लेके आए तो मतलब पैसे ਵੱਲੋਂ ਤਾਂ ਸਾਨੂੰ घर से सपोर्ट नहीं सी, ठीक है, पैसे ਵੱਲੋਂ भी नहीं सी, नाले साथ ਵੱਲੋਂ भी सिर्फ मम्मी डैडी एक दुनिया को दिखाने जैसे बोलते हैं ना, सही गल दसा तो वही बात सी कि दुनिया को दिखाने के वास्ते मम्मी डैडी भी खड़े हो जाते सी इस चीज़ में कि लोग की बोल लेंगे, नाले मेरा बेटा की बोलूगा, थोड़ा सा ये हो जाता सी। बाकी होर सबको दूर कर देंगे सी मेरे से। घर में जो मेरी नंद हैंगी, ठीक है, भाभी हैंगी, किसी को मेरे पास नहीं आने देंगे सी, नाले जो उन्होंने फोटो सी वो भी चक के ले गए। जो मतलब उत्थे बाबा डेरे से मैनू लेके आए तो चलो मतलब कोई भी चीज़ एकदम से कोई भी नहीं छोड़ता हैगा, चाहे वो डॉक्टरी इलाज हो चाहे ये जी चीज़। चलो मैं यही जी चीज़ पे मैं भी विश्वास नहीं करती थी। मैनू लोग अब ताने मार देंगे कि तुसी विश्वास कर दे ये जी चीज़ें पे, अस्सी नहीं कर देंगे, अस्सी नहीं देखिया, थोड़े वालों ही देखिया ये चीज़ें। मैनू बोल देंगे, ताने मार दे मैनू, तो कसर कुसर असी नहीं जानते सी। मैंने कहा जानती तो मैं भी नहीं सी, पर मतलब मुझे ज़िंदगी ने दिखा दिया, तो मैं शायद मैं विश्वास भी करने लग गई कि भाई यह जी चीज़ें होती जो इंसान को तोड़ देंगी। तो मैं उधर से आई, जो मैं इत्थों मतलब आए हुए भी 1-2 दिन हो गए, तो नाले मतलब मेरा शरीर मतलब रिकवर नहीं हो पा रहा था उस चीज़ से। मतलब मैनू फिर भी कुछ थोड़ी थोड़ी उलझने लगी रहती सी, तो मैं मतलब रोंदी सी, चीखा मारदी इन्होंने बोलती सी मैनू बचाओ बचाओ ऐ बोलती सी। तो मेरी बहन भी होंदी सी नाल, मेरी बहन बहुत सपोर्ट किया हैगा, मतलब वो इनके साथ हिम्मत बन के खड़ी सी, नहीं तो कोई भी नहीं आता। चाहे मैं उत्थों रोंदी रहती थी, चाहे मैं कुछ भी होंदा सी, कोई ये भी नहीं इन्होंने भी देखने नहीं आते थे कि मेरे बेटे को कुछ ना हो जाए, ऐ भी नहीं देखने आते थे, ना कोई बहन ना कोई भाई, कोई नहीं आता सी। तो मैं ऐदा करके मैं चीखा मार रही थी, मेरी बहन भी मेरे नाल बैठी थी, ये भी बैठे थे, तो मम्मी आई, मतलब मैनू बहुत दुख होंदा वो चीज़ सुन के। आई कह रही की होया राजन, इनू की होया हैगा, तो कह लगे कि मम्मी वजह ही हो रहा है, इनू थोड़ा सा ठीक नहीं लग रही हैगी। तो कह रहे ड्रामे कर रही है कि नौटंकी कर रही है ये, अब ये इनू कुछ नहीं होया हैगा, इनू ले जा दिल्ली छड़ा, इनू छड़ा। तो कहने लगे मैं बता दी तेनू गल, तू इनू छड़ के आ हले ही। तो कहने लगे कि मम्मी मैं कितने छड़ के आवां इनू। तो इन्होंने गुस्से में बोला मैं क्यों छोड़ के आऊँ, तो कह रहे कि तेनू छड़ के आना पड़ेगा, मैनू नहीं पता कितों जाऊगी ये वहाँ से, मैनू नहीं पता, सानू ठेका नहीं लेता है इसका। तो मैं कहने लगी, तो मैं रोन लग गई, तो मैं बोलिया मैं कहा मेरे तो बात नहीं करो भाई कोई भी। तो मैं बोले मैं बात नहीं करूँ, मैं इन्होंने बोले मैं कहा छड़ो, इन्होंने कहा नहीं चाहे जो मर्जी हो जाए मैं साथ देना, चाहे इन्होंने छड़ना पड़ जाए मैं छड़ दूंगा, पर मैं तेनू नहीं छड़ना कदे भी।
ਤੇ ਇਹਨਾਂ ਨੇ ਵਿਚਾਰੇ ਨੇ ਬਹੁਤ ਹੀ ਮਿਹਨਤ ਕੀਤੀ, मतलब मेरे साथ इतनी मेहनत की शायद कोई और लड़का होता ना कहता मैं तो 1 साल में इसे लेके इतना परेशान हो गया, सारी ज़िंदगी तो मैं किवें निभाऊंगा ਇਹਦੇ ਨਾਲ, ਛੱਡ ਦਿੰਦਾ वो मैनू, पर इन्होंने कहा चाहे जो मर्जी हो जाए मैं तेरा साथ देना है। इन्होंने मुझे इतनी मेहनत करी, रात दिन जग के इन्होंने मुझे ठीक किया हैगा। मतलब मेरी माँ दी बराबरी, मतलब कर नहीं सक, मतलब मेरी माँ दी बराबरी के है बिल्कुल, जितना मेरी माँ ने मेरी सेवा की है ना, मैनू बचाया है, उतनी इन्होंने कर दिएगी। तो मतलब बेचारे ने इन्होंने इतनी मेहनत करी, चलो मैं ठीक हो गई। उसके बाद मैं काफ़ी बीमार हो गई, मैं फरवरी में 6 दिन रह के आई हूँ हॉस्पिटल में। इस फरवरी में भी मैं काफ़ी बीमार हो गई थी। मेरे वही मतलब वो चीज़, चलो वो प्रॉब्लम तो ठीक हो गई, वो तो मैंने फेस कर ली। उसके बाद फिर मैनू आई पेट का दर्द उठ गया, ये तो मेरा हर दूसरे महीने में उठ जाता हैगा। ਇਹਦਾ तो मतलब मैनू पता ही नहीं लगता हैगा कि हाँ, मतलब इन्हें तो ये नहीं पता कि मैं जैसे ऐसे चलते चलते मैनू उठ जाए, मैनू ये नहीं पता लगता हैगा, ये नहीं पता लगता इस चीज़ का। तो मतलब अभी भी मैं 6 दिन एडमिट होके आई, फिर घर के ਜਦੋਂ भी देख देंगे बोल देंगे देखिया सारा इदा सारा स्यापा ही इदा इसके करके है, फूड नली करके ही है। ये ऑपरेशन हुआ ना, जमा भी दिमाग नहीं लगाया राजन ने, थोड़ा दिमाग लगाना चाहिए था। है जरूरी था यही लड़की मिली थी, इनू ज़्यादा जल्दी सी शादी की, ऐ कुछ बोल देंगे। तो गली में भी घर के भी लोग बोलते ही हैं, ससुराल वाले भी बोलते ही हैं। अदे पता नहीं, वैसे तो देखने में भली चंगी हैं, ऐ ही बीमार हो जाती, पता नहीं किमें बीमार हो जाती हैगी। है ये मेरी नंद वगैरह भी बोलती है मैनू, भाभी कुछ नहीं सी, मैं नहीं मानती कसर वसर कोई चीज़ होती, मेरे मूहरे आके दिखाए आ तो सब ड्रामे है, नौटंकीबाजी है, काम ना करन के। तो मैं क्या चलो ठीक है, मैंने कहा चलो कोई बात नहीं भाई, थोड़े लिए होगी शायद तुसी फेस नहीं किया, मैं तो कहती कभी करियो भी मत, जो मैंने फेस किया वो कोई भी लड़की ना करे, ठीक है ना। कि चलो मैनू इंसान थोड़ा चंगा मिल गया, ये मतलब थोड़ा नहीं बहुत ही चंगे मिलेंगे, मेरा इतना साथ दिन देंगे ये, तो मतलब इनके लिए कोई वर्ड ही नहीं है। मतलब बहुत ही ज़्यादा अच्छे इंसान मिले मुझे मेरी लाइफ में। नाले मेरी दोनों बहनें बहुत ज़्यादा बेचारी दोनों सपोर्ट में खड़ी रहती मेरे लिए। ਅੱਛਾ ਵੀਰੇ, ਜਿੱਦਾਂ ਤੁਸੀਂ ਦੱਸਦੇ ਹੋ ਕਿ 1.5 ਸਾਲ ਹੋ ਗਿਆ ਤੁਸੀਂ ਇਹਨਾਂ ਨੂੰ ਲੈ ਕੇ ਫਿਰ ਰਹੇ ਹੋ, ਹਸਪੀਟਲਾਂ ਦੇ ਚੱਕਰ ਕੱਟ ਰਹੇ ਹੋ, ਹਨਾ ਵੀ ਕੰਮ ਤੋਂ ਵੀ ਹਰੇਕ ਪਾਸੋਂ ਤੁਹਾਨੂੰ ਬਹੁਤ ਕੁਝ ਫੇਸ ਕਰਨਾ ਪਿਆ, ਹਨਾ। ਫਿਰ ਕਦੀ ਇਹ ਦਿਲ 'ਚ ਕਦੀ ਖਿਆਲ ਨਹੀਂ ਆਇਆ ਵੀ ਡਿਸੀਜਨ ਗਲਤ ਕਰ ਲਿਆ? ਨਹੀਂ, ਕਦੇ ਵੀ ਨਹੀਂ। ਡਿਸੀਜਨ ਦਾ ਤਾਂ ਮੈਂ ਕਦੇ ਸੋਚ ਵੀ ਨਹੀਂ ਸਕਦਾ। ਮਤਲਬ ਇਹ ਵੀ ਮੈਨੂੰ ਪੁੱਛ ਲੈਂਦੇ ਨੇ, ਕਹਿੰਦੇ ਤੁਸੀਂ ਸੋਚਦੇ ਹੁੰਦੇ ਕਦੇ ਇਹ ਗੱਲ ਵੀ ਤੁਸੀਂ ਪਰੇਸ਼ਾਨ ਹੋ ਗਏ ਮੇਰੇ ਤੋਂ, ਦੁਖੀ ਹੋ? ਮੈਂ ਕਿਹਾ ਨਾ, ਮੈਂ ਕਦੇ ਦੁਖੀ ਹੋ ਹੀ ਨਹੀਂ ਸਕਦਾ ਹੈਗਾ ਇੱਦਾਂ ਕਦੇ। ਮਤਲਬ ਇਹਨਾਂ ਦੇ ਸਾਹਮਣੇ ਮੈਂ ਹੱਸਦਾ ਹੀ ਰਹਿੰਦਾ ਹਰ ਟਾਈਮ। ਜੇ ਮੇਰੇ ਮਨ 'ਚ ਮਾੜਾ ਮੋਟਾ ਕਦੇ ਐਂ ਵੀ ਹੁੰਦਾ ਨਾ ਯਾਰ ਵੀ ਹੈ ਨਾ ਵੀ ਰੱਬ ਸਾਡੇ ਨਾਲ ਇੱਦਾਂ ਕਿਉਂ ਕਰ ਰਿਹਾ ਸੀ, ਹੈ ਨਾ, ਹਰ ਟਾਈਮ ਹੀ ਦੁੱਖਾਂ ਦੇ ਵਿੱਚ ਲੰਘਾ ਰਿਹਾ। ਤਾਂ ਇਹ ਮੈਨੂੰ ਕਈ ਵਾਰ ਕਹਿ ਦਿੰਦੇ ਨੇ ਆਪਣੇ ਨਾਲ ਇੱਦਾਂ ਕਿੰਨਾ ਕੁ ਟਾਈਮ ਹੁੰਦਾ ਰਹੂ। ਮੈਂ ਇਹਨਾਂ ਨੂੰ ਹਮੇਸ਼ਾ ਸ਼ੁਰੂ ਤੋਂ ਵਿਆਹ ਤੋਂ ਪਹਿਲਾਂ ਵੀ ਇੱਕ ਗੱਲ ਕਹਿੰਦਾ ਹੁੰਦਾ ਸੀ, ਹੁਣ ਵੀ ਇਹ ਗੱਲ ਕਹਿੰਦਾ, ਸਮੇਂ ਤੋਂ ਪਹਿਲਾਂ ਬਿਨਾਂ ਕਿਸਮਤ ਤੋਂ ਕਦੇ ਕਿਸੇ ਨੂੰ ਕੁਛ ਨਹੀਂ ਮਿਲਦਾ। ਜਦੋਂ ਸਹੀ ਟਾਈਮ ਆਊਗਾ, ਕਿਸਮਤ ਸਾਥ ਦਊ, ਸਾਰਾ ਕੁਛ ਆਪਣੇ ਕੋਲ ਆਊਗਾ। ਇਹ ਮੈਨੂੰ ਹੁਣੇ ਵੀ ਇਹ ਗੱਲ ਕਹਿੰਦੇ ਨੇ, ਆਪਣੇ ਨਾਲ ਐਂ ਕਿਉਂ ਨਹੀਂ ਹੁੰਦਾ। ਮੈਂ ਕਹਿੰਦਾ ਹੁੰਦਾ ਜਸਪ੍ਰੀਤ ਤੈਨੂੰ ਮੈਂ ਗੱਲ ਕਹਿੰਦਾ ਹੁੰਦਾ ਨਾ, ਜਦੋਂ ਇਹ ਚੀਜ਼ ਦਾ ਟਾਈਮ ਆਊਗਾ ਇਹ ਆਪਣੇ ਕੋਲ ਆਪਣੇ ਆਪ ਆਊਗੀ ਚੱਲ ਕੇ। ਟਾਈਮ ਨਹੀਂ ਹੈਗਾ ਤਾਂ ਆਪਾਂ ਭੱਜ ਨਹੀਂ ਸਕਦੇ, ਜਿੰਨਾ ਮਰਜ਼ੀ ਭੱਜ ਲਓ ਆਪਣੇ ਕੋਲ ਨਹੀਂ ਆਉਣੀ ਉਹ ਚੀਜ਼। ਮੈਂ ਹੁਣ ਵੀ ਕਹਿੰਦਾ ਹੁੰਦਾ, ਇਹਨਾਂ ਨੂੰ ਹੱਸ ਕੇ ਦਿਖਾ ਜਾਂਦਾ ਹੁੰਦਾ, ਇਹ ਫਿਰ ਖੁਸ਼ ਹੋ ਜਾਂਦੇ ਨੇ। ਇਹਨਾਂ ਨੂੰ ਮਾੜਾ ਮੋਟਾ ਮੈਂ ਮਤਲਬ ਐਂਟਰਟੇਨਮੈਂਟ ਜਾਂ ਇਹਨਾਂ ਕਰਾਉਂਦਾ ਰਹਿੰਦਾ, ਇਹਨਾਂ ਮੂਹਰੇ ਹੈ ਨਾ ਕੁਛ ਨਾ ਕੁਛ ਕਰਦਾ ਰਹਿੰਦਾ ਵੀ ਇਹਨਾਂ ਨੂੰ ਨਾ ਸੈਡ ਹੋਣ ਦੇਵਾਂ। ਚਲੋ ਫਿਰ ਵੀ ਜਿੱਦਾਂ ਦੇ ਵੀ ਮੈਨੂੰ ਬਹੁਤ ਖੁਸ਼ ਹਾਂ, ਮੈਂ ਅੰਦਰੋਂ ਬਹੁਤ ਜ਼ਿਆਦਾ ਖੁਸ਼ ਹਾਂ, ਸੀਰੀਅਸਲੀ ਕਹਿ ਰਿਹਾ, ਮੈਂ ਦੱਸ ਵੀ ਨਹੀਂ ਸਕਦਾ। ਜੇ ਮੈਂ ਆਪਦੀ ਫੈਮਿਲੀ ਨੂੰ ਵੀ ਕਹਿੰਦਾ ਤਾਂ ਇਹ ਨਹੀਂ ਪਤਾ ਕਿੱਦਾਂ ਦੀ ਕੁੜੀ ਮਿਲਦੀ ਹੈ ਨਾ। ਦੇਖੋ ਹੁਣ ਇਹ ਮੇਰੀ ਸਾਰੀ ਗੱਲ ਮੰਨਦੇ ਨੇ, ਹਰ ਚੀਜ਼ ਦੇ ਵਿੱਚ ਮੇਰਾ ਸਾਥ ਦਿੰਦੇ ਨੇ, ਹੈ ਨਾ। ਆਪਾਂ ਕਹਿੰਦੇ ਅਰੇਂਜ ਮੈਰਿਜ ਹੀ ਨਿਭਦੀ ਹੈ, ਇਹ ਜ਼ਰੂਰੀ ਨਹੀਂ ਹੁੰਦਾ ਗਾ। ਲਵ ਮੈਰਿਜ ਮੈਂ ਕਹਿੰਦਾ ਸੋਰੀ ਜ਼ਿਆਦਾ ਨਿਭਦੀ ਹੈ ਅਰੇਂਜ ਮੈਰਿਜ ਨਾਲੋਂ। ਮੈਂ ਤਾਂ ਅਰੇਂਜ ਮੈਰਿਜ ਥੋੜ੍ਹੇ ਟਾਈਮ ਬਾਅਦ ਹੀ ਦੇਖਦਾ, ਉਹਦਾ ਤਲਾਕ ਹੋ ਗਿਆ, ਉਹਦਾ ਤਲਾਕ ਹੋ ਗਿਆ, ਉਹਦਾ ਤਲਾਕ ਹੋ ਗਿਆ। ਮਤਲਬ ਲਵ ਮੈਰਿਜ ਵੀ ਨਿਭ ਜਾਂਦੀ ਹੈ, ਪਰ ਸਮਝਣ ਵਾਲਾ ਹੋਣਾ ਚਾਹੀਦਾ ਇਨਸਾਨ, ਸਹੀ ਤਰੀਕੇ ਨਾਲ ਇੱਕ ਦੂਜੇ ਨੂੰ। ਹੁਣ ਅੱਗੇ ਕੀ ਖਿਆਲ ਆਉਂਦਾ ਵੀ ਕਿ ਵਕਤ ਤੋਂ ਕੀ ਡਿਮਾਂਡ ਕਰਦੇ ਹੋ? ਦੇਖੋ ਮੈਂ ਵਕਤ ਤੋਂ ਇਹ ਡਿਮਾਂਡ ਕਰਦਾ, ਮੈਂ ਦੇਖਿਆ ਵੀ ਅੱਜ ਦੇ ਟਾਈਮ ਦੇ ਵਿੱਚ ਹਰ ਇਨਸਾਨ ਨਾ ਸਕਸੈਸ ਦੇ ਵੱਲ ਭੱਜ ਰਿਹਾ ਹੈਗਾ, ਹੈ ਨਾ। ਮੈਂ ਇੱਕ ਛੋਟੀ ਜੋਬ ਕਰਦਾਂਗਾ, ਮੈਂ ਹਮੇਸ਼ਾ ਇਹੀ ਦੇਖਦਾ ਰਹਿੰਦਾ, ਸੁਪਨਾ ਸੋਚਦਾ ਰਹਿੰਦਾ ਯਾਰ ਵੀ ਉਹ ਇਨਸਾਨ ਹੈ ਨਾ ਇੰਨੀ ਟਾਈਮ ਦੇ ਵਿੱਚ ਇੰਨੀ ਜਲਦੀ ਕਿੱਦਾਂ ਫੇਮਸ ਹੋ ਗਿਆ ਯਾਰ, ਹੈ ਨਾ। ਵੀ ਕੀ ਇਹਦੇ ਨਾਲ ਇੱਦਾਂ ਹੋਇਆਗਾ, ਹੈ ਨਾ, ਵੀ ਅੱਜ ਇਹ ਇਨਸਾਨ ਖੁਸ਼ ਹੈ। ਮੈਂ ਦੂਸਰੇ ਨੂੰ ਦੇਖਦਾ ਵੀ ਸ਼ਾਇਦ ਉਹਦੀ ਲਾਈਫ ਮੇਰੇ ਨਾਲੋਂ ਜ਼ਿਆਦਾ ਵਧੀਆ ਹੈ, ਮੈਂ ਅੰਦਰੋਂ ਆਪਦੇ ਆਪ ਨੂੰ ਸੋਚਦਾ ਵੀ ਉਹ ਖੁਸ਼ ਹੈ ਯਾਰ, ਮੇਰੀ ਲਾਈਫ ਉਹਦੇ ਵਰਗੀ ਹੋਣੀ ਚਾਹੀਦੀ ਹੈ। ਚਲੋ ਉਹ ਉਹਨੂੰ ਹੀ ਪਤਾ ਹੈ ਨਾ ਵੀ ਉਹ ਕਿੱਦਾਂ ਦਾ ਹੈਗਾ ਅੰਦਰੋਂ, ਹੈ ਨਾ, ਉਹ ਕਿਵੇਂ ਸੁਖੀ ਹੈ ਜਾਂ ਦੁਖੀ ਹੈ। ਮੈਂ ਤਾਂ ਇਹ ਸੋਚਦਾ ਵੀ ਆਉਣ ਵਾਲਾ ਟਾਈਮ ਇੱਦਾਂ ਦਾ ਆਵੇ ਵੀ ਅਸੀਂ ਦੁਨੀਆ ਨੂੰ ਇਹ ਚੀਜ਼ ਦਿਖਾ ਸਕੀਏ। ਜਿੰਨੇ ਅਸੀਂ ਮਾੜੇ ਟਾਈਮ ਦੇਖਿਆ ਨਾ, ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਡੀ ਅੱਜ ਬਾਂਹ ਫੜ ਲਏ। ਮੈਂ ਕਹਿੰਦਾ ਅਸੀਂ ਇੰਨਾ ਚੰਗਾ ਟਾਈਮ ਦੇਖੀਏ ਵੀ ਲੋਕ ਸਾਨੂੰ ਕਿਹਾ ਕਰਨ ਵੀ ਯਾਰ ਲਵ ਮੈਰਿਜ ਕਰਾਉਣੀ ਹੈ, ਨਿਭਾਉਣੀ ਹੈ ਤਾਂ ਇਹਨਾਂ ਤੋਂ ਸਿੱਖੋ, ਦੋਨਾਂ ਤੋਂ। ਬਹੁਤ ਵਧੀਆ ਲੱਗਾ ਤੁਹਾਡੀ ਜਰਨੀ ਜਾਣ ਕੇ, ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ, ਗੱਲਬਾਤ ਕੀਤੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਮੈਮ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ। थैंक यू मैम, थैंक यू। ਸੋ ਜੀ
ਇਹਨਾਂ ਦੀ ਕਹਾਣੀ ਤੋਂ ਇੱਕ ਹੀ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਰਿਸ਼ਤਿਆਂ ਦੀ ਕਿੰਨੀ ਅਹਿਮੀਅਤ ਹੈ। ਜੇ ਅਸੀਂ ਇਹ ਚੀਜ਼ ਸਿੱਖ ਲਈਏ ਤਾਂ ਸਾਨੂੰ ਕਦੇ ਵੀ ਕਿਸੇ ਵੀ ਪਰਸਨ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੋ ਸਕਦੀ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।